रेडियो लोहगढ़ ते आप सब का स्वागत है। मैं वरपाल सिंह ते मेरे नाल ने वीर गुरप्रीत सिंह। साडे दोहां वल्लों वाहिगुरू जी का खालसा वाहिगुरू जी की फतेह। आपां नॉर्मली तां किताब पढ़ी दी हुंदी आ जी ते कुछ चिर तो आपां किताब पढ़ रहे सीगे सिख धर्म फिलासफी सिख मिशनरी कॉलेज वालियां दी। ते हुण विचार सीगा साडा भई ਜਿਹੜੀ ਅੰਗਰੇਜ਼ੀ ਦੀ ਕਿਤਾਬ ਆ ਸੌਫਟ ਟਾਰਗੇਟ, ਜਿਹੜੀ ਕੈਨੇਡਾ ਦੇ ਵਿੱਚ 1999-90 ਦੇ ਵਿੱਚ ਛਪੀ ਸੀ ਵੀ ਜਿਹੜਾ ਉਹ ਕਨਿਸ਼ਕਾ ਕਾਂਡ ਹੋਇਆ ਸੀਗਾ ਉਹਦੇ ਬਾਰੇ ਬਹੁਤ ਵੱਡੇ ਪੱਧਰ ਦੇ ਉੱਤੇ ਖੁਲਾਸੇ ਹੋਏ ਸੀਗੇ ਭਈ ਕਿੱਦਾਂ ਇੰਡੀਆ ਦੀਆਂ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਸੀਗੀਆਂ, ਜਸੂਸੀ ਅਦਾਰੇ ਸੀਗੇ ਵੀ ਉਹਨਾਂ ਨੇ ਰਲ ਮਿਲ ਕੇ ਸਿੱਖਾਂ ਨੂੰ ਬਦਨਾਮ ਕਰਨੇ ਲਈ ਜੀ ਕਿਸ ਤਰੀਕੇ ਦੇ ਨਾਲ ਵੀ ਇਹ ਜਿਹੜਾ ਕਾਰਨਾਮਾ ਆ ਵੀ ਇਹ ਬੰਬ ਨਾਲ ਜਹਾਜ਼ ਉਡਾਉਣੇ ਦਾ ਜਿਹਦੇ ਵਿੱਚ ਬਹੁਤੇ ਮਰੇ ਵੀ ਸਿੱਖ ਸੀਗੇ ਵੀ ਉਹਨੂੰ ਕਿਵੇਂ ਅੰਜਾਮ ਦਿੱਤਾ ਸੀਗਾ ਅਤੇ ਕਿਵੇਂ ਉਹਨਾਂ ਨੇ ਕੈਨੇਡੀਅਨ ਸਰਕਾਰ ਜਿਹੜੀ ਆ ਵੀ ਉਹਦੀਆਂ ਅੱਖਾਂ 'ਚ ਧੂੜ ਪਾਈ ਜੀ। ਅਤੇ ਉਹ ਸਾਰੀ ਦੀ ਸੱਚਾਈ ਜਿਹੜੀ ਆ ਉਹ ਇਸ ਗੱਲ ਤੋਂ ਵੀ ਪਤਾ ਲੱਗ ਜਾਂਦੀ ਆ ਵੀ ਉਹ ਕਿਤਾਬ ਦੇ ਛਪਣ ਤੋਂ ਬਾਅਦ ਕੈਨੇਡਾ ਸਰਕਾਰ ਦੀ ਜਿਹੜੀ ਨੀਤੀ ਸੀਗੀ ਭਈ ਸਰਕਾਰੀ ਪੱਧਰ ਦੇ ਉੱਤੇ ਭਈ ਸਿੱਖਾਂ ਨੂੰ ਪੰਜਾਬ ਤੋਂ ਜਿਹੜੇ ਖਾਸ ਤੌਰ ਦੇ ਉੱਤੇ ਅਰਜੀ ਦਿੰਦੇ ਸੀਗੇ ਕੈਨੇਡਾ 'ਚ ਆਪਣਾ ਵਸਣੇ ਦੀ, ਰਿਫਿਊਜੀ ਸਟੇਟਸ ਜਾਂ ਕਿਸੇ ਤਰ੍ਹਾਂ ਦੀ ਵੀ, ਉਹਨੂੰ ਪਹਿਲ ਦੇ ਆਧਾਰ ਦੇ ਉੱਤੇ ਵੀ ਕੈਨੇਡੀਅਨ ਸਰਕਾਰ ਜਿਹੜੀ ਆ ਵੀ ਉਹ ਹੈਂਡਲ ਕਰਦੀ ਜੀ। ਅਤੇ ਉੱਥੇ ਜਿਹੜੇ ਆਪਣੇ ਕੌਮ ਦੇ ਬੜੇ ਵੱਡੇ ਕਹਿ ਲਓ ਵੀ ਅਚੀਵਰ ਨੇ ਭਈ ਜਿਵੇਂ ਹਰਜੀਤ ਸਿੰਘ ਸੱਜਣ ਹੋ ਗਏ ਜਾਂ ਜਗਮੀਤ ਸਿੰਘ ਅਤੇ ਹੋਰ ਸਾਰੇ ਜਿਹੜੇ ਬੰਦੇ ਆ ਭਈ ਉਹ ਵੀ ਇਸ ਚੀਜ਼ ਦਾ ਹੀ ਸਬੂਤ ਨੇ ਭਈ ਉੱਥੇ ਦੇ ਜਿਹੜੇ ਕਹਿ ਲਓ ਭਈ ਸਰਕਾਰੀ ਅਦਾਰੇ ਨੇ ਵੀ ਉਹ ਇਸ ਗੱਲ ਨਾਲ ਸਹਿਮਤ ਨੇ ਭਈ ਜੋ ਸੌਫਟ ਟਾਰਗੇਟ ਕਿਤਾਬ ਦੇ ਵਿੱਚ ਲਿਖਿਆ ਗਿਆ ਹੈ ਜੀ। ਅਤੇ ਉਹ ਆਪਾਂ ਕਿਤਾਬ ਜਿਹੜੀ ਆ ਕਿਉਂਕਿ ਇੰਡੀਆ ਦੇ ਵਿੱਚ ਬੈਨ ਕਰ ਦਿੱਤੀ ਗਈ ਸੀ ਉਦੋਂ ਹੀ, ਅਤੇ ਉਹ ਅਜੇ ਵੀ ਇੰਡੀਆ ਦੇ ਵਿੱਚ ਮਿਲਦੀ ਨਹੀਂ ਕਿਤੇ, ਅਤੇ ਉੱਦਾਂ ਵੀ ਹੌਲੀ ਹੌਲੀ ਕਰਕੇ ਆਊਟ ਆਫ ਪ੍ਰਿੰਟ ਇੱਦਾਂ ਹੋਈ ਆ ਭਈ ਅਸੀਂ ਇਹ ਸੋਚਿਆ ਵੀ ਇਹਨੂੰ ਵੀ ਹੁਣ ਪੜ੍ਹ ਕੇ ਅਤੇ ਅਸੀਂ ਕੌਮ ਆਪਣੀ ਦੇ ਨਾਲ ਸਾਂਝਾ ਕਰੀਏ ਵੀ ਕਿਸ ਪੱਧਰ ਦੇ ਉੱਤੇ ਭਈ ਜਿਹੜੀਆਂ ਇਹ ਚਾਲਬਾਜ਼ੀਆਂ ਨੇ ਅਤੇ ਜਿਹੜੇ ਛੜਯੰਤਰਕਾਰੀ ਨੇ ਉਹ ਕਿਵੇਂ ਕੌਮਾਂ ਨੂੰ ਬਦਨਾਮ ਕਰਦੇ ਨੇ ਅਤੇ ਕਿਵੇਂ ਕੌਮਾਂ ਦੇ ਅੰਦਰ ਘੁਸਪੈਠ ਕਰਕੇ ਅਤੇ ਉਹਨਾਂ ਨੂੰ ਅੰਦਰੋਂ ਜਿਹੜਾ ਆ ਵੀ ਉਹ ਨਸ਼ਟ ਕਰਦੇ ਨੇ ਜੀ। ਅਤੇ ਜਿਹੜੀ ਟਰਮ ਆ ਇਹ ਸੌਫਟ ਟਾਰਗੇਟ ਉਹ ਇਸ ਕਰਕੇ ਵਰਤੀ ਜਾਂਦੀ ਆ ਜਸੂਸੀ ਅਦਾਰਿਆਂ ਦੇ ਵਿੱਚ ਜਾਂ ਜਸੂਸਾਂ ਦੀ ਆਪਣੀ ਗੱਲਬਾਤ ਦੇ ਵਿੱਚ ਭਈ ਇਹ ਬੜਾ ਸੌਖਾ ਜਿਹਾ ਟਾਰਗੇਟ ਆ ਭਈ ਕੌਮ ਸਾਡੀ ਲਈ ਵਰਤੀ ਗਈ ਸੀ ਇਹ ਵੀ ਸਿੱਖ ਜਿਹੜੇ ਨੇ ਸਿੱਖ ਕੌਮ ਜਿਹੜੀ ਆ ਉਹ ਸੌਫਟ ਟਾਰਗੇਟ ਆ ਭਈ ਉਹਨਾਂ ਦੇ ਅੰਦਰ ਘੁਸਪੈਠ ਕਰਨੀ ਵੀ ਬਹੁਤ ਸੌਖਾ ਕੰਮ ਆ। ਅਤੇ ਉਹੋ ਹੀ ਹੁਣ ਆਪਾਂ ਵੇਖ ਰਹੇ ਹਾਂ ਭਈ ਜਿਹੜੇ ਇਹ ਖੱਪ ਗ੍ਰੇਡ ਨੇ ਹਰਨੇਕ ਸਿੰਘ ਹੋ ਗਿਆ, ਇੱਧਰੋਂ ਦੂਸਰਾ ਮਠੱਡੇ ਵਰਗੇ, ਇੱਧਰੋਂ ਜਿਹੜਾ ਆ ਦੂਸਰਾ ਉਹ ਗੁਰਪ੍ਰੀਤ ਜੰਮੂ ਜਿਹੜਾ ਆ, ਅਤੇ ਰਣਜੀਤ ਸਿੰਘ ਢੱਡਰੀਆਂ ਵਾਲਾ, ਅਤੇ ਹੁਣ ਜਿਹੜੇ ਨਵੇਂ ਆਏ ਨੇ ਭਾਈ ਵੀ ਟੀਮ ਦੇ ਮੈਂਬਰ ਜਿਨ੍ਹਾਂ ਨੇ ਆਪਣੇ ਆਪ ਨੂੰ ਡਿਕਲੇਅਰ ਕੀਤਾ, ਲਖਵੀਰ ਸਿੰਘ ਗਿਆਨੀ ਉੱਧਰੋਂ ਕੈਨੇਡਾ ਤੋਂ, ਇਹ ਸਾਰੇ ਜਿਹੜੇ ਹੈਗੇ ਆ ਭਈ ਇਹ ਉਹ ਘੁਸਪੈਠ ਦਾ ਹਿੱਸਾ ਨੇ ਵੀ ਜਿਹੜੀ ਸਿੱਖ ਕੌਮ ਨੂੰ ਸੌਫਟ ਟਾਰਗੇਟ ਵਜੋਂ ਵੇਖ ਰਹੀ ਆ ਵੀ ਇਹਨਾਂ ਨੂੰ ਤਾਂ ਜਿੱਦਾਂ ਮਰਜ਼ੀ ਮਤਲਬ ਵੀ ਅੰਦਰ ਵੜ ਕੇ ਅਤੇ ਇਹਨਾਂ ਦਾ ਲਾਹਾ ਲਾਓ ਆਪਣੇ ਸਵਾਰਥ ਪੂਰੇ ਕਰਨੇ ਲਈ, ਅਤੇ ਉਹ ਤੋਂ ਬਾਅਦ ਅੰਦਰ ਵੜ ਕੇ ਜਿੱਦਾਂ ਘੁਣ ਜਿਹੜਾ ਆ ਵੀ ਉਹ ਜਿਹੜੀ ਚੀਜ਼ ਦੇ ਉੱਤੇ ਜੀ ਰਿਹਾ ਹੁੰਦਾ ਉਸੇ ਨੂੰ ਹੀ ਖੋਖਲਾ ਕਰੀ ਜਾਂਦਾ ਅਤੇ ਉਹ ਸਾਰਾ ਕੁਝ ਜਾਂ ਜਿੱਦਾਂ ਕਹਿ ਲਓ ਵੀ ਕਹਾਵਤ ਵੀ ਬਣੀ ਆ ਵੀ ਜਿਹੜੀ ਥਾਲੀ 'ਚ ਖਾਣਾ ਉਹਦੇ 'ਚ ਹੀ ਛੇਕ ਕਰਨਾ, ਇਹ ਉਹ ਜਨਸਾਂ ਨੇ। ਅਤੇ ਹੁਣ ਜਿਹੜੀ ਇਹਦੀ ਲਖਵੀਰ ਸਿੰਘ ਦੀ ਦੂਜੀ ਆਈ ਆ ਵੀਡੀਓ, ਆਪਾਂ ਪਿਛਲੀ ਦੀ ਜਿਹੜੀ ਆ ਵੀ ਉਹ ਪਿਛਲੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕੀਤੀ ਸੀ, ਉਹ ਗਾਂਹ ਆ ਕੇ ਵੀ ਵੱਡੇ ਪੱਧਰ ਦੇ ਉੱਤੇ ਲਖਵੀਰ ਸਿੰਘ ਨੇ ਹੋਰ ਕੜੀ ਖੋਲ੍ਹ ਦਿੱਤੀ ਅਤੇ ਉਹ ਜਿਹੜਾ ਸਾਰਾ ਕੁਛ ਹੈਗਾ ਆ ਵੀ ਉਹਦੇ ਵਿੱਚੋਂ ਆਪਾਂ ਕੁਛ ਜਿਹੜੇ ਨੁਕਤੇ ਆ ਵੀ ਉਹ ਲੈਣੇ ਆ ਜੀ। ਪਹਿਲਾਂ ਤਾਂ ਵੀ ਜਿਹੜੀ ਇਹ ਘਟੀਆ ਹਰਕਤ ਲਖਵੀਰ ਸਿੰਘ ਨੇ ਕੀਤੀ ਆ ਵੀ ਜਾਣਦਿਆਂ ਬੁੱਝਦਿਆਂ ਹੋਇਆਂ ਬੇਈਮਾਨੀ, ਕੋਈ ਵੀ ਜਿਹੜਾ ਪੰਜਾਬੀ ਮਾੜੀ ਮੋਟੀ ਵੀ ਜਾਣਦਾ ਉਹਦੇ ਕੋਲੋਂ ਇੰਨੀ ਗੱਲ ਪੁੱਛ ਲਓ ਵੀ ਔਕਾਤ ਸ਼ਬਦ ਜਿਹੜਾ ਆ ਉਹ ਕਿਸ ਸੰਦਰਭ ਦੇ ਵਿੱਚ ਕਿਸ ਸੈਂਸ ਦੇ ਵਿੱਚ ਵਰਤਿਆ ਜਾਂਦਾ। ਬਿਲਕੁਲ ਉਹ ਸਾਰਾ ਕੁਝ ਜਿਹੜਾ ਆ ਉਹ ਤੁਹਾਨੂੰ ਉੱਥੋਂ ਕਲੀਅਰ ਹੋ ਜਾਣਾ ਵੀ ਇਹ ਲਖਵੀਰ ਸਿੰਘ ਔਕਾਤ ਜਿਹੜਾ ਆ ਵੀ ਉਹਨੂੰ ਸ਼ਬਦ ਨੂੰ 10ਵੇਂ ਪਾਤਸ਼ਾਹ ਲਈ ਵਰਤਣ ਨੂੰ ਜਸਟੀਫਾਈ ਕਰ ਰਿਹਾ, ਉਹਨੂੰ ਸਹੀ ਠਹਿਰਾ ਰਿਹਾ ਹੈ। ਹੁਣ ਬਾਣੀ ਦੇ ਵਿੱਚ ਬੜਾ ਸਿੰਪਲ ਜਿਹਾ ਪ੍ਰਿੰਸੀਪਲ ਆ ਵੀ ਉਹ ਕਹਿੰਦੇ ਭਈ ਜਿਹੜਾ ਵਾਹਿਗੁਰੂ ਆ ਰੱਬ ਆ ਜੀ
ਉਹਦਾ ਪਸਾਰਾ ਜਾਂ ਉਹਦੀ ਵਡਿਆਈ ਕੀਤੀ ਨਹੀਂ ਜਾ ਸਕਦੀ। ਬਿਲਕੁਲ ਜੀ। ਕਿਉਂਕਿ ਉਹ ਤੋਂ ਵੱਡਾ ਕੋਈ ਹੋਊਗਾ ਉਹੋ ਹੀ ਦੱਸ ਸਕਦਾ ਆ ਵੀ ਵਾਹਿਗੁਰੂ ਕਿੱਡਾ ਵੱਡਾ, ਕਿੱਡਾ ਵੱਡਾ। ਬਿਲਕੁਲ। ਯਾਨੀ ਕਿ ਭਈ ਤੁਸੀਂ ਉਹਦੀ ਜਿਹੜਾ ਵਡਿਆਈ ਆ, ਉਹਦਾ ਵੱਡਪਣ ਜਿਹੜਾ ਆ ਵੀ ਉਹ ਦੱਸ ਨਹੀਂ ਸਕਦੇ, ਨਹੀਂ ਦੱਸ ਸਕਦੇ। ਬਿਲਕੁਲ। ਇਹ ਬੰਦੇ ਜਿਹੜੇ ਨੇ, ਜਿਹੜੇ ਆਪਣੇ ਆਪ ਨੂੰ ਗੁਰੂ ਦਾ ਪ੍ਰਚਾਰਕ ਦੱਸਦੇ ਨੇ, ਸਿੱਖੀ ਦਾ ਪ੍ਰਚਾਰਕ ਦੱਸਦੇ ਨੇ ਜੀ, ਤੇ ਗੁਰੂ ਦੇ ਘਰ ਦੀਆਂ ਖਾਧੀਆਂ ਰੋਟੀਆਂ, ਬਿਲਕੁਲ, ਤੇ ਉਹ ਤੋਂ ਬਾਅਦ ਆ ਨਮਕ ਹਰਾਮੀ ਜਿਹੜੀ ਆ ਵੀ ਇਹ ਕਰਦੇ ਪਏ। ਬਿਲਕੁਲ। ਜਿਹੜੀ ਚੀਜ਼ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਨਹੀਂ ਜਸਟੀਫਾਈ ਕਰ ਸਕਦੇ। ਭਈ ਲਖਵੀਰ ਸਿੰਘ, ਭਈ ਇਹ ਤੈਨੂੰ ਇੱਕ ਸਿੰਪਲ ਜਿਹਾ ਸਵਾਲ ਆ, ਤੂੰ ਆਪਣੇ ਪੁੱਤ ਨੂੰ ਕਹੀਂ ਭਈ ਜਿਹਦਾ ਤੂੰ ਹਵਾਲੇ ਦਿੰਦਾ ਆ ਵੀ ਮੈਂ ਆਪਣੇ ਬੱਚਿਆਂ ਨੂੰ ਪੁੱਛਿਆ, ਮੈਂ ਆਪਣੇ ਪੁੱਤ ਨੂੰ ਪੁੱਛਿਆ, ਔਰ ਮੈਂ ਤੇਰੇ ਪੁੱਤ ਦੀ ਮਤਲਬ ਭਈ ਵਾਕਈ ਇੱਕ ਤਰ੍ਹਾਂ ਨਾਲ ਭਈ ਉਹਨੂੰ ਐਜ਼ ਬਹੁਤ ਇੰਟੈਲੀਜੈਂਟ ਸਮਝਦਾ, ਕਿਉਂਕਿ ਜਿਹੜੇ ਤੂੰ ਲੇਖ ਉਹਦੇ ਮੈਨੂੰ ਭੇਜਦਾ ਰਿਹਾ ਜੀ ਭਈ ਉਸ ਵੇਲੇ ਜਦੋਂ ਆਪਣੀ ਬੋਲ ਚਾਲ ਸੀਗੀ ਜੀ, ਉਹ ਵਾਕਈ ਲੇਖ ਜਿਹੜੇ ਆ ਵੀ ਉਹ ਨਿਆਣੇ ਦੀ ਇੰਟੈਲੀਜੈਂਸ ਨੂੰ ਸਾਬਤ ਕਰਦੇ ਆ ਵੀ ਨਿਆਣਾ ਤੇਰਾ ਬਹੁਤ ਇੰਟੈਲੀਜੈਂਟ ਆ ਜੀ। ਤਾਂ ਕਰਕੇ ਭਈ ਉਹਨੂੰ ਪੁੱਛੀ ਮਾੜਾ ਜਿਹਾ ਵੀ ਜਾਂ ਉਹਨੂੰ ਕਹੀਂ ਇੱਕ ਦੂਸਰੀ ਐਕਸਰਸਾਈਜ਼ ਦੇ ਦੇ ਜੀ ਭਈ ਪੁੱਤ, ਭਈ ਮੇਰੇ ਲਈ ਨਾ ਤੂੰ ਔਕਾਤ ਸ਼ਬਦ ਜਿਹੜਾ ਆ ਭਈ ਯਾਨੀ ਕਿ ਆਪਣੇ ਪਿਓ ਲਈ, ਮੁੰਡਾ ਤੇਰਾ ਆਪਣੇ ਪਿਓ ਲਈ ਔਕਾਤ ਸ਼ਬਦ ਨੂੰ ਪੋਜ਼ਿਟਿਵ ਦੇ ਵਿੱਚ ਵਰਤ ਲਵੇ। ਉਹਨੂੰ ਕਹੀਂ ਵੀ ਅਖੇ ਭਈ ਤੂੰ ਤੇਰੀ ਔਕਾਤ ਜਿਹੜੀ ਆ ਵੀ ਉਹ ਤੇਰਾ ਪੁੱਤ ਤੈਨੂੰ ਦੱਸ ਦੇਵੇ ਜਰਾ, ਭਈ ਅਖੇ ਵੀ ਭਾਈ ਵੀ ਦੱਸੀ ਵੀ ਤੇਰੀ ਔਕਾਤ ਹੈ ਕੀ ਆ ਜੀ। ਆਪਣੇ ਪੁੱਤ ਤੋਂ ਆਪਣੀ ਔਕਾਤ ਜਿਹੜੀ ਆ ਉਹ ਪਤਾ ਕਰਵਾ ਲਾ। ਬਿਲਕੁਲ। ਤੇ ਉਹ ਤੋਂ ਬਾਅਦ ਫਿਰ ਦੱਸੀ ਵੀ ਹਾਂ ਬਈ ਵੀ ਜਿਹੜੀ ਗੁਰੂ ਪਾਤਸ਼ਾਹ ਬਾਰੇ ਜਿਹੜੀਆਂ ਇਹੋ ਜਿਹੀਆਂ ਘਟੀਆ ਸਟੇਟਮੈਂਟਾਂ ਆ ਵੀ ਉਹ ਜਸਟੀਫਾਈ ਹੁੰਦੀਆਂ। ਸੋ ਇਹ ਜਿਹੜੀਆਂ ਬੇਈਮਾਨੀਆਂ ਨੇ, ਇਹ ਸਾਰੇ ਦੀਆਂ ਸਾਰੀਆਂ ਭਾਈ ਵੀ ਇਹ ਸਰੋਤੇ ਜਿਹੜੇ ਆ ਵੀ ਉਹਨਾਂ ਨੂੰ ਬੇਨਤੀ ਆ ਭਈ ਜਿੰਨੀ ਦੇਰ ਤੱਕ ਸਾਡੀ ਕੌਮ ਦਾ ਜਿਹੜਾ ਮਾਨਸਿਕ ਪੱਧਰ ਆ, ਗਿਆਨ ਦਾ ਪੱਧਰ ਆ, ਉਹ ਡਾਵਾਂਡੋਲ ਆ ਜੀ, ਉਦੋਂ ਤੱਕ ਹੀ ਇਹੋ ਜਿਹੇ ਜਿਹੜੇ ਬੇਈਮਾਨ ਤੇ ਜਿਹੜੇ ਬ੍ਰੇਨ ਵਾਸ਼ਿੰਗ ਕਰਨੇ ਵਾਲੇ, ਜਿਹੜੇ ਕਲਟ ਚਲਾਉਣੇ ਵਾਲੇ, ਜਿਹੜੇ ਲੁੱਟਣੇ ਵਾਲੇ ਆ ਫਰਾਡੀਏ, ਉਹਨਾਂ ਦੀ ਜਿਹੜੀ ਬੋਲ ਬਾਣੀ ਆ, ਉਹਨਾਂ ਦਾ ਜਿਹੜੇ ਇਹੋ ਜਿਹੇ ਹੱਥ ਕੰਡੇ ਨੇ ਉਹ ਚੱਲਣੇ ਨੇ, ਉਹ ਤੀਰ ਜਿਹੜੇ ਆ ਵੀ ਉਹ ਨਿਸ਼ਾਨੇ ਤੇ ਲੱਗਣੇ ਨੇ। ਜਦੋਂ ਗੁਰੂ ਦੇ ਗਿਆਨ ਦਾ ਕਵਚ ਜਿਹੜਾ ਆ ਉਹ ਤੁਹਾਡੀ ਮੱਤ ਦੇ ਦੁਆਲੇ ਆ ਗਿਆ ਜੀ, ਫਿਰ ਇਹੋ ਜਿਹੇ ਜਿਹੜੇ ਆ ਉਹ ਫਰੋਡੀਏ ਜਿਹੜੇ ਆ ਵਜੋਂ ਪਛਾਣੇ ਜਾਣੇ ਵੀ ਕੁਝ ਸਕਿੰਟਾਂ ਦਾ ਹੀ ਕੰਮ ਹੁੰਦਾ। ਇਹ ਮੂੰਹ ਖੋਲਦੇ ਆ ਤੇ ਝੱਟ ਪਤਾ ਲੱਗ ਜਾਂਦਾ ਅਗਲੇ ਨੂੰ, ਲੈ ਇਹ ਤੇ ਬੜਾ ਵੱਡਾ ਬੇਈਮਾਨ ਤੇ ਫਰਾਡੀ ਆ ਜੇ ਹਿਸਾਬ ਨਾਲ ਇਹ ਗੱਲ ਕਰ ਰਿਹਾ। ਬਿਲਕੁਲ। ਸੋ ਉਹ ਚੀਜ਼ਾਂ ਜਿਹੜੀਆਂ ਉਹ ਸਾਨੂੰ ਦਿਮਾਗ 'ਚ ਰੱਖਣੇ ਦੀ ਲੋੜ ਆ। ਨਹੀਂ, ਸਹੀ ਗੱਲ ਹੈ ਭਾਜੀ, ਉਹਦੇ ਵਿੱਚ ਕੋਈ ਸ਼ੱਕ ਨਹੀਂ ਗਾ ਕਿ ਜਦੋਂ ਤੁਸੀਂ ਵੀਡੀਓ ਦੇਖਦੇ ਆ ਨਾ, ਹਾਂਜੀ ਜੀ, ਮਤਲਬ ਜੇ ਤੁਸੀਂ ਜਿਹੜੀ ਹਰਨੇਕ ਦੀ ਵੀਡੀਓ ਹੈ ਉਹ 'ਚ ਵੀ ਦੇਖੋਗੇ ਕਿ ਉਹਨੇ ਕਿਹੜੇ ਸੰਦਰਭ ਦੇ ਵਿੱਚ ਉਹ ਸ਼ਬਦ ਵਰਤਿਆ ਤੇ ਉਹਦਾ ਬੋਡੀ ਲੈਂਗੁਏਜ ਕੀ ਸੀਗਾ, ਤੁਹਾਨੂੰ ਆਪੇ ਸਮਝ ਆ ਜਾਂਦਾ ਕਿ ਇਹ ਅਗਲੇ ਬੰਦੇ ਨੂੰ ਜਲੀਲ ਕਰਨਾ ਜਾ ਰਿਹਾ, ਜਿਹਦੇ ਬਾਰੇ ਗੱਲ ਕਰ ਰਿਹਾ, ਗੱਲ ਗੁਰੂ ਸਾਹਿਬ ਬਾਰੇ ਵਾਸਤੇ ਕਰ ਰਿਹਾ ਸੀਗਾ। ਤੇ ਜਦੋਂ ਲਖਬੀਰ ਸਿੰਘ ਉਹਨਾਂ ਨੂੰ ਸੁਣਦੇ ਆ ਤੇ ਉਹ ਇੱਕਦਮ ਕਲੀਅਰ ਹੋ ਜਾਂਦਾ ਹੈ ਕਿ ਹੁਣ ਲਖਬੀਰ ਸਿੰਘ ਦਾ ਪੂਰਾ ਜ਼ੋਰੇ ਲੱਗਾ ਪਿਆ ਆ ਕਿ ਔਕਾਤ ਸ਼ਬਦ ਨੂੰ ਪੋਜ਼ਿਟਿਵ ਵਿੱਚ ਐਸਟੈਬਲਿਸ਼ ਕਰਨ ਲੱਗਾ ਆ, ਜਦ ਕਿ ਉਹ ਪੋਸੀਬਲ ਨਹੀਂ ਹੈਗਾ ਕਿਸੇ। ਬਿਲਕੁਲ। ਪਰ ਇਹਦੇ ਵਿੱਚ ਨਾ ਇੱਕ ਹੋਰ ਵੀ ਧਿਆਨ 'ਚ ਰੱਖੀਏ ਆਪਾਂ ਸਾਰੇ ਕੌਮੀ ਪੱਧਰ ਦੇ ਉੱਤੇ ਹੀ ਭਾਈ, ਜਿਹੜੀਆਂ ਇਹ ਘਟੀਆ ਸਟੇਟਮੈਂਟਾਂ ਤੇ ਘਟੀਆ ਸ਼ਬਦਾਵਲੀ ਜਿਹੜੀ ਆ ਵੀ ਇਹ ਦਿੱਤੀ ਜਾਂਦੀ ਆ, ਇਹਦਾ ਦੂਰਾ ਪਰਪਸ ਹੁੰਦਾ। ਇੱਕ ਤੇ ਹੈਗਾ ਆ ਭਈ ਸਿੱਖ ਨੂੰ ਗੁੱਸਾ ਦਿਵਾਉਣਾ, ਪਰ ਦੂਜਾ ਜਿਹੜਾ ਜਿਹਨੂੰ ਇਨਸੀਡੀਅਸ ਕਹਿੰਦੇ ਆ ਅੰਗਰੇਜ਼ੀ ਦੇ ਵਿੱਚ, ਭਈ ਜਾਨੀ ਕਿ ਲੁਕਿਆ ਹੋਇਆ ਜਿਹੜਾ ਇਹਦਾ ਨੁਕਸਾਨ ਆ, ਇਹ ਜ਼ਹਿਰ ਜਿਹੜੀ ਆ ਲੁਕੋਏ ਢੰਗ ਨਾਲ ਜਿਹੜੀ ਸਾਡੀ ਆਪਸੀ ਗੱਲਬਾਤ ਦੇ ਵਿੱਚ ਵੀ ਇੰਟਰੋਡਿਊਸ ਕੀਤੀ ਜਾਂਦੀ ਆ, ਉਹ ਇਹ ਆ ਵੀ ਇਹੋ ਜਿਹੀਆਂ ਘਟੀਆ ਸਟੇਟਮੈਂਟਾਂ ਨੂੰ ਡਿਸਕਸ ਕਰਨ ਲੱਗਿਆ, ਇਹਨਾਂ ਤੇ ਵਿਚਾਰ ਕਰਨ ਲੱਗਿਆ, ਸਾਨੂੰ ਇਹ ਘਟੀਆ ਸਟੇਟਮੈਂਟਾਂ ਆਪਣੀ ਜ਼ੁਬਾਨ ਰਾਹੀਂ ਕਹਿਣੀਆਂ ਪੈਣੀਆਂ ਜੀ। ਸੋ ਜੇ ਅਸੀਂ ਉਸ ਚੀਜ਼ ਦੀ ਵੀ ਹੱਦਬੰਦੀ ਕਰ ਦਿੰਨੇ ਆ ਭਈ ਉਹ ਸਟੇਟਮੈਂਟਾਂ ਜਿਹੜੀ ਇਹ ਬਕਵਾਸ ਕਰਦੇ ਆ, ਉਹ ਬਕਵਾਸ ਨੂੰ ਅਸੀਂ ਆਪਣੀ ਜ਼ੁਬਾਨ ਤੋਂ ਰਿਪੀਟ ਵੀ ਨਾ ਕਰੀਏ ਜੀ, ਤੇ ਦਿਮਾਗ ਦੇ ਵਿੱਚ ਘਰ ਵੀ ਨਾ ਕਰਨ ਦਈਏ। ਬਿਲਕੁਲ। ਸੋ ਉਹ ਹੀ ਇਹਨਾਂ ਦੀ ਜਿਹੜੀ ਇਹ ਏਜੰਡੇ ਨੇ ਉਹਨਾਂ ਦੀ ਹਾਰ ਆ ਜੀ, ਕਿਉਂਕਿ ਜਦੋਂ ਅਸੀਂ ਇਹਨਾਂ ਦੀ ਘਟੀਆ ਬਕਵਾਸ ਜਿਹੜੀ ਆ ਵੀ ਉਹਨੂੰ ਆਪਣੇ ਮੂੰਹ ਰਾਹੀਂ ਕਹਿ ਦਿੰਨੇ ਆ, ਤੇ ਉਹ ਇਹਨਾਂ ਦਾ ਹੀ ਪਰਪਸ ਜਿਹੜਾ ਆ, ਇਹਨਾਂ ਦਾ ਹੀ ਟੀਚਾ ਨਿਸ਼ਾਨਾ ਜਿਹੜਾ ਆ ਵੀ ਉਹ ਹਾਸਲ ਕਰਨੇ ਦੇ ਵਿੱਚ ਅਸੀਂ ਆਪ ਆਪਣਾ ਜਿਹੜਾ ਰੋਲ ਆ ਉਹ ਇਹਨਾਂ ਦੇ ਹੱਕ 'ਚ ਨਿਭਾ ਜਾਂਦੇ ਆ। ਬਿਲਕੁਲ। ਸੋ ਇਸ ਕਰਕੇ ਸ਼ਬਦਾਵਲੀ ਭਾਈ ਬਹੁਤ ਹੀ ਇੰਪੋਰਟੈਂਟ ਆ, ਬਹੁਤ ਮਹੱਤਵ ਰੱਖਦੀ ਆ। ਸੋ ਉਹ ਚੀਜ਼ਾਂ ਜਿਹੜੀਆਂ ਆ ਵੀ ਬਿਲਕੁਲ ਅਸੀਂ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੰਦੇ, ਕਿਉਂਕਿ ਲੈਂਗੁਏਜ ਜਿਹੜੀ ਆ, ਸਾਡੀ ਭਾਸ਼ਾ ਜਿਹੜੀ ਆ ਉਹ ਵੀ ਬਹੁਤ ਬਦਲ ਦਿੱਤੀ ਗਈ ਆ ਜੀ। ਜਿਹੜੀ ਗੁਰਬਾਣੀ ਦੀ ਭਾਸ਼ਾ ਉਹਨੂੰ ਜਦੋਂ ਜਿਹੜੀ ਅੱਜ ਅਸੀਂ ਭਾਸ਼ਾ ਵਰਤਦੇ ਆ ਜੀ, ਜਿਹੜੀ ਅੱਜ ਵਾਲੀ ਭਾਸ਼ਾ ਆ ਇਹ ਬਿਨਾਂ ਜੜ੍ਹਾਂ ਵਾਲੀ ਭਾਸ਼ਾ ਆ, ਇੱਕ ਤਰ੍ਹਾਂ ਨਾਲ ਕਹਿ ਲਈਏ, ਇਹਦੀਆਂ ਰੂਟਸ ਨਹੀਂ ਹੈਗੀਆਂ।
ਜਿਹੜੀ ਗੁਰਬਾਣੀ ਵਾਲੀ ਭਾਸ਼ਾ ਆ ਉਹ ਸੱਭਿਆਚਾਰ ਤੇ ਹੋਰ ਹਰੇਕ ਤਰ੍ਹਾਂ ਦੀ ਜੜ ਦੇ ਵਿੱਚੋਂ ਉਪਜ ਕੇ ਤੇ ਫੇਰ ਸਾਡੇ ਤੱਕ ਪਹੁੰਚੀ ਆ। ਬਿਲਕੁਲ ਉੱਥੋਂ ਸਾਨੂੰ ਤੋੜ ਦਿੱਤਾ ਗਿਆ ਆ। ਇਸ ਕਰਕੇ ਸਾਨੂੰ ਇਹਨਾਂ ਚੀਜ਼ਾਂ ਦਾ ਧਿਆਨ ਨਹੀਂ ਰਹਿੰਦਾ ਭਈ ਜਦੋਂ ਅਸੀਂ ਕੋਈ ਵੀ ਸ਼ਬਦ ਵਰਤ ਰਹੇ ਆ ਉਹਦੀ ਸੈਂਸ ਜਿਹੜੀ ਆ ਵੀ ਉਹ ਕੀ ਬਣਦੀ ਆ ਜੀ। ਸੋ ਉਹ ਭਾਵੇਂ ਅਸੀਂ ਆਪਣੇ ਲਈ ਕਹਿ ਲਈਏ ਤੇ ਭਾਵੇਂ ਇਹਨਾਂ ਬੇਵਕੂਫਾਂ ਲਈ ਕਹਿ ਲਈਏ ਬਿਲਕੁਲ ਭਈ ਜਿਹੜੇ ਆ ਇਹੋ ਜਿਹੀ ਬਕਵਾਸ ਜਿਹੜੀ ਆ ਗੁਰੂ ਪਾਤਸ਼ਾਹ ਬਾਰੇ ਕਰ ਰਹੇ ਨੇ ਭਈ ਜਿਹਦੇ ਕਰਕੇ ਸਾਰੀ ਕੌਮ ਜਿਹੜੀ ਆ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਭਈ ਸਾਡੀ ਮਾਨਸਿਕਤਾ ਜਿਹੜੀ ਆ ਜਾਂ ਸਾਡੀ ਸਾਈਕੀ ਜਿਹੜੀ ਆ ਵੀ ਉਹਦੇ ਉੱਤੇ ਹਮਲਾਵਰ ਵਜੋਂ ਆਈ ਆ। ਬਿਲਕੁਲ। ਤੇ ਉਹ ਸਾਰਾ ਕੁਝ ਜਿਹੜਾ ਆ ਉਹ ਸਾਨੂੰ ਧਿਆਨ 'ਚ ਰੱਖਣੇ ਦੀ ਲੋੜ ਆ ਵੀ ਇਹਦੀ ਉਦਾਹਰਣ ਜਿਹੜੀ ਇੱਕ ਹੈਗੀ ਆ ਵੀ ਉਹ ਮੈਂ ਉਸ ਹਿਸਾਬ ਨਾਲ ਦੇ ਦਿੰਦਾ ਭਈ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਜਿਹੜਾ ਚੰਡੀਗੜ੍ਹ ਆ ਵੀ ਅੱਜ ਕੱਲ੍ਹ ਤੇ ਉਹਦੀ ਹਾਲਤ ਜਿਹੜਾ ਪਤਲੀ ਹੋਈ ਆ ਪਰ ਇੱਕ ਟਾਈਮ ਦੇ ਉੱਤੇ ਕੌਮੀ ਜਿਹੜਾ ਚਾਨਣ ਮਨਾਰਾ ਆ ਵੀ ਉਹਦੇ ਵਜੋਂ ਉਹਦੀ ਹੋਂਦ ਸੀ ਜੀ। ਤੇ 1998 ਦੀ ਗੱਲ ਆ ਭਈ ਜਦੋਂ 98 ਜਾਂ 99 ਦੀ ਭਈ ਜਦੋਂ ਉਹਦੇ ਅਸਿਸਟੈਂਟ ਐਡੀਟਰ ਵਜੋਂ ਉਹਦਾ ਰਸਾਲਾ ਜਿਹੜਾ ਨਿਕਲਦਾ ਸੀ ਚਮਾਈ ਜਿਹਨੂੰ ਕਹਿੰਦੇ ਐਬਸਟਰੈਕਟ ਆਫ ਸਿੱਖ ਸਟੱਡੀਜ਼ ਤੇ ਉਹਦੇ ਵਿੱਚ ਇੱਕ ਆਰਟੀਕਲ ਮੈਂ ਲਿਖਿਆ ਸੀਗਾ ਭਈ ਜਿਹਦੇ ਵਿੱਚ ਗੱਲ ਇਹ ਸੀਗੀ ਭਈ ਜਿਹੜੇ 9ਵੇਂ ਪਾਤਸ਼ਾਹ ਨੇ ਜਦੋਂ ਸ਼ਹੀਦੀ 9ਵੇਂ ਪਾਤਸ਼ਾਹ ਦੀ ਹੋਈ ਆ ਜੀ ਤੇ ਉਹਦੇ ਬਾਰੇ ਭਈ ਇਹ ਸੀਗੀ ਡਿਸਕਸ਼ਨ ਉਸ ਆਰਟੀਕਲ ਦੇ ਵਿੱਚ ਭਈ ਜਦੋਂ 10ਵੇਂ ਪਾਤਸ਼ਾਹ ਕਹਿੰਦੇ ਨੇ ਜਾਂ 9ਵੇਂ ਪਾਤਸ਼ਾਹ ਇਹ ਕਹਿੰਦੇ ਆ ਭਈ ਆਪਣਾ 10ਵੇਂ ਪਾਤਸ਼ਾਹ ਸਵਾਲ ਕਰਦੇ ਆ ਭਈ ਚਿੰਤਾ 'ਚ ਕਿਉਂ ਆ ਤੇ 9ਵੇਂ ਪਾਤਸ਼ਾਹ ਕਹਿੰਦੇ ਆ ਭਈ ਅਖੇ ਭਈ ਇਸ ਵੇਲੇ ਕਿਸੇ ਧਰਮੀ ਪੁਰਖ ਨੂੰ ਆਪਣੇ ਜਿਹੜਾ ਆ ਵੀ ਉਹ ਸੈਕਰੀਫਾਈਸ ਕਰਨੇ ਦੀ ਲੋੜ ਆ ਜੀ। ਤੇ 10ਵੇਂ ਪਾਤਸ਼ਾਹ ਕਹਿੰਦੇ ਨੇ ਵੀ ਤੁਹਾਡੇ ਤੋਂ ਵੱਡਾ ਧਰਮੀ ਪੁਰਖ ਇਸ ਵੇਲੇ ਕੌਣ ਆ। ਤੇ ਉਹਦੇ ਬਾਰੇ ਜਿਹੜੀ ਮੈਂ ਉਹ ਸਾਰੀ ਗੱਲਬਾਤ ਦੇ ਵਿੱਚ ਲੈਂਗੁਏਜ ਵਰਤੀ ਸੀ ਨਾ ਉਹਦੇ ਵਿੱਚ ਮੈਂ ਇੱਕ ਪੁਆਇੰਟ ਦੇ ਉੱਤੇ ਅੰਗਰੇਜ਼ੀ 'ਚ ਆਰਟੀਕਲ ਸੀਗਾ ਤੇ ਮੈਂ ਇਹ ਲਿਖ ਦਿੱਤਾ ਭਈ ਹੈਂਸ ਪ੍ਰੂਵਨ ਜੀ ਭਈ ਜਾਂ ਹੈਂਸ ਇਟ ਇਜ਼ ਪ੍ਰੂਵਡ। ਤੇ ਉਹਦੇ ਬਾਰੇ ਆਪਣੇ ਜਿਹੜੇ ਇਹ ਕੁਝ ਵੀਰ ਭੈਣ ਉੱਧਰੋਂ ਅਮਰੀਕਾ ਤੋਂ ਆਏ ਹੋਏ ਸੀਗੇ ਆਪਣੇ ਉੱਥੇ ਚੰਡੀਗੜ੍ਹ ਉਸ ਵੇਲੇ ਜੀ ਤੇ ਉਹਨਾਂ ਨੇ ਜਦੋਂ ਆਰਟੀਕਲ ਪੜ੍ਹਿਆ ਨਾ ਉਹ ਅਜੇ ਛਪਿਆ ਨਹੀਂ ਤੇ ਉਹ ਆਰਟੀਕਲ ਪੜ੍ਹ ਕੇ ਕਹਿੰਦੇ ਭਈ ਅਸੀਂ ਇਹ ਕਹਿ ਰਹੇ ਹਾਂ ਵੀ ਇਹ ਪ੍ਰੂਵ ਹੋ ਗਿਆ ਬਲਕਿ ਮੈਂ ਇਹ ਲਿਖਿਆ ਸੀ ਵੀ ਹੈਂਸ ਦਾ ਗੁਰੂ ਪ੍ਰੂਵਡ ਜੀ। ਉਹ ਕਹਿੰਦੇ ਭਈ ਇਹ ਭਈ ਤੁਸੀਂ ਇਹ ਕਹਿ ਰਹੇ ਆ ਭਈ ਇਹਦਾ ਮਤਲਬ ਵੀ ਗੁਰੂ ਨੂੰ ਇਹ ਕੁਛ ਸਾਬਤ ਕਰਨੇ ਦੀ ਲੋੜ ਸੀ। ਕਿਹਦੇ ਕੋਲੇ ਸਾਬਤ ਕਰਨਾ ਹੈ ਜੀ ਕਿਉਂਕਿ ਗੁਰੂ ਤੇ ਸਭ ਤੋਂ ਉੱਪਰ ਆ। ਬਿਲਕੁਲ। ਗੁਰੂ ਕਿਹਨੂੰ ਸਾਬਤ ਕਰਕੇ ਦਿਖਾ ਰਿਹਾ ਉਹ ਫੇਰ ਮੇਰੇ ਦਿਮਾਗ ਦੇ ਵਿੱਚ ਉਸ ਵੇਲੇ ਗੱਲ ਖੜਕੀ ਭਈ ਜਦੋਂ ਅਸੀਂ ਕੋਈ ਵੀ ਸ਼ਬਦ ਵਰਤਦੇ ਆ ਜਿਹੜਾ ਗੁਰੂ ਦਾ ਸਾਡੇ ਦਿਮਾਗਾਂ ਦੇ ਵਿੱਚ ਤੇ ਜਿਹੜੀ ਦੁਨੀਆ ਦੇ ਵਿੱਚ ਅਸੀਂ ਜੀ ਰਹੇ ਆ ਜਾਂ ਕਹ ਲਓ ਵੀ ਜਿਹੜਾ ਸਿੱਖ ਵਰਲਡ ਵਿਊ ਆ ਉਹਦੇ ਵਿੱਚ ਜਿਹੜਾ ਗੁਰੂ ਦਾ ਸਥਾਨ ਆ ਉਹਦੇ ਮੁਤਾਬਕ ਜੇ ਅਸੀਂ ਆਪਣੀ ਲੈਂਗੁਏਜ ਜਿਹੜੀ ਆ ਵੀ ਉਹਦਾ ਧਿਆਨ ਨਹੀਂ ਰੱਖਦੇ ਬਿਲਕੁਲ ਤੇ ਉਹਦਾ ਹੀ ਕਾਰਨ ਆ ਵੀ ਅੱਜ ਜਿਸ ਪੱਧਰ ਦੇ ਉੱਤੇ ਇਹ ਬੰਦੇ ਬਕਵਾਸ ਕਰ ਰਹੇ ਨੇ ਜੀ ਸਹੀ ਗੱਲ ਉਹ ਹੌਲੀ ਹੌਲੀ ਕਰਕੇ ਇਸ ਪੱਧਰ ਤੱਕ ਅਸੀਂ ਪਹੁੰਚੇ ਹੋਏ ਹਾਂ ਜੀ ਬਿਲਕੁਲ ਕਿਉਂਕਿ ਅਸੀਂ ਸ਼ਬਦਾਵਲੀ ਵੱਲ ਧਿਆਨ ਦੇਣਾ ਬਿਲਕੁਲ ਖਤਮ ਕਰ ਦਿੱਤਾ। ਜਿਹੜੇ ਹੋਰ ਕਈ ਪ੍ਰੋਗਰਾਮ ਹੁੰਦੇ ਆ ਰੇਡੀਓ ਵਾਲੇ ਭਈ ਹੋਰ ਚੈਨਲਾਂ ਦੇ ਉੱਤੇ ਵੀ ਉੱਥੇ ਵੀ ਇਹ ਵੀਰਾਂ ਭੈਣਾਂ ਨੂੰ ਬੇਨਤੀ ਆ ਭਈ ਜਦੋਂ ਅਸੀਂ ਕੋਈ ਵੀ ਗੱਲ ਗੁਰੂ ਪ੍ਰਤੀ ਕਰਦੇ ਆ ਬਿਲਕੁਲ ਸ਼ਬਦਾਵਲੀ ਸਾਡੀ ਜਿਹੜੀ ਆ ਉਹ ਬਹੁਤ ਹੀ ਧਿਆਨ ਮੰਗਦੀ ਆ ਭਈ ਤਾਂ ਕਿ ਭਈ ਜਦੋਂ ਅਸੀਂ ਕੋਈ ਸਟੇਟਮੈਂਟ ਨਕਾਰਨੀ ਵੀ ਆ ਉਹਦੇ ਬਾਰੇ ਵੀ ਅਸੀਂ ਆਪਣੇ ਮੂੰਹੋਂ ਇਹ ਗੱਲ ਨਾ ਕਹੀਏ ਭਈ ਜਿਹੜੀ ਗੁਰੂ ਦੀ ਸ਼ਾਨ ਦੀ ਤੋਹੀਨ ਕਰਦੀ ਹੋਵੇ ਬਿਲਕੁਲ। ਸੋ ਉਹ ਬਹੁਤ ਜ਼ਰੂਰੀ ਆ ਉਹ ਜਿਹੜੀਆਂ ਹੱਦਬੰਦੀਆਂ ਨੇ ਉਹ ਲਕੀਰਾਂ ਜਿਹੜੀਆਂ ਨੇ ਉਹ ਗੂੜੀਆਂ ਕਰਨੀਆਂ ਸਾਡੇ ਲਈ ਇਸ ਕਰਕੇ ਵੀ ਜ਼ਰੂਰੀ ਆ ਵੀ ਸਾਡੇ ਬੱਚੇ ਸਾਡੀਆਂ ਅਗਲੀਆਂ ਜਨਰੇਸ਼ਨਾਂ ਜਿਹੜੀਆਂ ਨੇ ਜੀ ਜੇ ਸਾਡੀ ਜਨਰੇਸ਼ਨ ਦੇ ਵਿੱਚ ਇਹ ਜਿਹੜਾ ਆ ਵੀ ਇਹ ਨੁਕਸਾਨ ਹੋ ਚੁੱਕਿਆ ਆ ਬਿਲਕੁਲ ਬਿਲਕੁਲ ਭਈ ਜੇ ਕਿਲੇ ਦੀ ਕੰਧ ਕੋਈ ਢੱਠ ਗਈ ਆ ਤੇ ਅਸੀਂ ਉਹਨੂੰ ਏਦਾਂ ਨਾ ਲੈ ਲਈਏ ਵੀ ਹੁਣ ਪਰਮਾਨੈਂਟ ਢੱਠ ਗਈ ਆ ਬਿਲਕੁਲ ਉਹ ਜਿਹੜੀ ਕੰਧ ਆ ਉਹਨੂੰ ਦੁਬਾਰਾ ਬਿਲਡ ਕਰੀਏ ਉਹ ਜਿਹੜੀ ਗੁਰੂ ਦੀ ਸ਼ਾਨ ਦੇ ਅਰਾਊਂਡ ਵੀ ਸ਼ਬਦਾਂ ਦਾ ਜਿਹੜਾ ਇੱਕ ਕਵਚ ਆ ਜੀ ਬਿਲਕੁਲ ਭਈ ਉਹਨੂੰ ਅਸੀਂ ਦੀਵਾਰ ਤੋਂ ਬਹਾਲ ਕਰੀਏ ਉਹ ਜਿਹੜੀ ਕਿਲਾ ਅਸੀਂ ਬੰਨਿਆ ਆ ਸਹੀ ਗੱਲ ਉਹਦੀ ਹੋਂਦ ਜਿਹੜੀ ਆ ਉਹ ਕਾਇਮ ਕਰੀਏ ਵੀ ਤਾਂ ਕਿ ਵੀ ਇਹੋ ਜਿਹੇ ਜਿਹੜੇ ਕੱਲ ਨੂੰ ਘੁਸਪੈਠ ਕਰਨ ਹਮਲਾਵਰ ਹੋ ਕੇ ਆਉਣੇ ਆ ਬਿਲਕੁਲ ਉਹਨਾਂ ਦੀਆਂ ਨਾਸਾਂ ਭੰਨੀਆਂ ਜਾ ਸਕਣ ਤੇ ਉਹਨਾਂ ਨੂੰ ਆਇਡੈਂਟੀਫਾਈ ਵੀ ਕੀਤਾ ਜਾ ਸਕੇ। ਨਹੀਂ ਸਹੀ ਗੱਲ ਹੈ ਭਾਜੀ ਸਹੀ ਗੱਲ ਹੈ ਨਹੀਂ ਬਿਲਕੁਲ ਭਾਜੀ ਇਹਦੇ ਵਿੱਚ ਕੋਈ ਸ਼ੱਕ ਨਹੀਂਗਾ ਕਿ ਜਿਹੜੀ ਸ਼ਬਦਾਵਲੀ ਹੈਗੀ ਹੈ ਉਹ ਤੁਹਾਡੀ ਬਹੁਤ ਮਤਲਬ ਇੰਪੋਰਟੈਂਸ ਰੱਖਦੀ ਹੈਗੀ ਹੈ ਆਪਣੀ ਗੱਲਬਾਤ ਦੇ ਵਿੱਚ ਖਾਸ ਕਰ ਜਦੋਂ ਤੁਸੀਂ ਗੁਰੂ ਸਾਹਿਬਾਨ ਬਾਰੇ ਗੱਲਬਾਤ ਕਰਨੀ ਹੈ ਉਹਨਾਂ ਦੇ
ਹੈ ਨਾ ਜੀ, ਉਹਨਾਂ ਦੇ ਕੀਤੇ ਕੰਮਾਂ ਬਾਰੇ ਗੱਲਬਾਤ ਕਰਨੀ ਹੈ ਜਾਂ ਗੁਰਬਾਣੀ ਬਾਰੇ ਗੱਲਬਾਤ ਕਰਨੀ ਹੈ, ਤਾਂ ਤੁਹਾਡੀ ਸ਼ਬਦਾਵਲੀ ਬਹੁਤ ਸਟੀਕ ਹੋਣੀ ਚਾਹੀਦੀ ਹੈਗੀ ਹੈ, ਤਾਂ ਕਿ ਤੁਹਾਡਾ ਜਿਹੜਾ ਮੈਸੇਜ ਹੈ ਉਹ ਕਨਫਿਊਜ਼ਡ ਮੈਸੇਜ ਨਾ ਜਾਵੇ, ਇੱਕਦਮ ਕਲੀਅਰ ਮੈਸੇਜ ਜਾਵੇ, ਤੇ ਗੁਰੂ ਸਾਹਿਬ ਦਾ ਸਤਿਕਾਰ ਵੀ ਉਹਦੇ ਵਿੱਚ ਕਾਇਮ ਰਹੇ, ਕੋਈ ਉਹਦੇ ਵਿੱਚ ਸ਼ੱਕ ਨਹੀਂਗਾ। ਤੇ ਬਟ ਇਹਨਾਂ ਦਾ ਤੁਸੀਂ ਭਾਜੀ ਪਿਛਲੇ 3-4 ਸਾਲ ਤੋਂ ਤੁਸੀਂ ਇਹਨਾਂ ਦਾ ਅਪਗ੍ਰੇਡਾਂ ਦਾ ਤੁਸੀਂ ਇੱਕ ਮਤਲਬ ਦੇਖਦੇ ਆ, ਮੋਟਾ ਓਪਰੀ ਜੀ ਵੀ ਨਜ਼ਰ ਮਾਰਦੇ ਆ, ਇਹਨਾਂ ਦਾ ਸ਼ੁਰੂ ਤੋਂ ਹੀ ਟੀਚਾ ਹੀ ਇਹ ਰਿਹਾ ਆ ਕਿ ਕਿਸੇ ਤਰ੍ਹਾਂ ਗੁਰੂ ਪਾਤਸ਼ਾਹ ਦਾ ਜਿਹੜਾ ਸਤਿਕਾਰ ਆ ਉਹ ਇੱਕ ਸਿੱਖ ਦੀ ਨਜ਼ਰ ਦੇ ਵਿੱਚ ਕਿੱਦਾਂ ਘਟਾਇਆ ਜਾਵੇ, ਕਿੱਦਾਂ, ਕਿਉਂਕਿ ਜਦੋਂ ਇਹਨਾਂ ਨੇ ਉਸ ਸਟੇਟਮੈਂਟ ਤੋਂ ਜਿੱਥੇ ਤੱਕ ਜੇ ਮੈਨੂੰ ਚੇਤਾ ਹੈ ਸ਼ੁਰੂਆਤ ਕੀਤੀ ਸੀ ਕਿ ਗੁਰੂ ਖਾਸ ਕੇ ਆਮ, ਉੱਥੋਂ ਸ਼ੁਰੂਆਤ ਕਰਦੇ ਹੁਣ ਇੱਥੇ ਤੱਕ ਆ ਗਏ ਹੈ ਕਿ ਇਹੋ ਜਿਹੇ ਸ਼ਬਦ ਜਿਹੜੇ ਆਪਣੇ ਆਪ 'ਚ ਹੀ ਨੈਗੇਟਿਵ ਸ਼ਬਦ ਆ, ਜਿਹੜੇ ਆਪਣੇ ਘਰ 'ਚ ਆਪਣੇ ਲਈ ਅਲਾਓ ਨਹੀਂ ਕਰੋਗੇ ਲਈ ਦੂਜੀ ਬਿਲਕੁਲ, ਮਤਲਬ ਉਹਦੇ ਵਿੱਚ ਜਿਹੜਾ ਹਰਨੇਕ ਆ ਇਹ ਇਹੋ ਜਿਹੇ ਸ਼ਬਦ ਇਸ ਤੋਂ ਪਹਿਲਾਂ ਪ੍ਰਚਾਰਕਾਂ ਨੂੰ ਨੀਵਾਂ ਦਿਖਾਉਣ ਲਈ ਬੋਲਦਾ ਵੀ ਰਿਹਾ ਆ। ਬਿਲਕੁਲ, ਜੇ ਉਹਦਾ ਇੱਕ ਸਾਡੇ ਕੋਲ ਐਗਜ਼ਾਮਪਲ ਵੀ ਹੈਗਾ ਸੀ, ਉਹ ਚਲੋ ਉੱਥੇ ਕਿਸੇ ਪ੍ਰਚਾਰਕ ਦਾ ਨਾਂ ਨਹੀਂ ਮੈਂਸ਼ਨ ਕਰਨਾ ਚਾਹੁੰਦੇ, ਉਹਨੂੰ ਵੀ ਇਹਨੇ ਕਿਹਾ ਕਿ ਆਪਣੀ ਔਕਾਤ ਦੇ ਵਿੱਚ ਰਹਿ। ਹੁਣ ਆਪਣੀ ਔਕਾਤ ਦੇ ਵਿੱਚ ਰਹਿਣਾ ਇੱਕ ਕਹਿ ਲਓ ਕਿ ਇੱਕ ਆਪਣੇ ਆਪ ਦੇ ਵਿੱਚ ਇੱਕ ਥ੍ਰੈਟ ਸਟੇਟਮੈਂਟ ਹੈਗੀ ਹੈ ਕਿ ਤੂੰ ਆਪਣੀ ਔਕਾਤ ਦੇ ਵਿੱਚ ਰਹਿ, ਤੇ ਇੱਕ ਨੈਗੇਟਿਵ ਸਟੇਟਮੈਂਟ ਹੈਗੀ ਹੈ। ਨਹੀਂ, ਇਹ ਦਿਖਾ ਦੇਵੇ, ਲਖਵੀਰ ਸਿੰਘ ਦਿਖਾ ਦੇਵੇ ਕਿਤੇ ਵੀ ਕੋਈ ਵੀ ਉਦਾਹਰਣ ਵੀ ਜਿੱਥੇ ਔਕਾਤ ਸ਼ਬਦ ਜਿਹੜਾ ਆ ਉਹ ਪੋਜ਼ਿਟਿਵ ਦੇ ਵਿੱਚ ਵਰਤਿਆ ਗਿਆ ਹੋਵੇ। ਬਿਲਕੁਲ ਬਾਕੀ ਛੱਡ ਲਖਵੀਰ ਸਿੰਘ ਵੀ ਤੂੰ ਆਪਣੇ ਆਪ ਨੂੰ ਪ੍ਰਚਾਰਕ ਕਹਿਣਾ ਆ, ਆਪਣੇ ਆਪ ਨਾਂ ਦੇ ਨਾਲ ਗਿਆਨੀ ਲਾਉਣਾ ਆ, ਬਈ ਤੂੰ ਆਹ ਦਿਖਾ ਦੇ ਵੀ ਕੋਈ ਉਦਾਹਰਣ ਔਕਾਤ ਸ਼ਬਦ ਦੀ ਵੀ ਜਿੱਥੇ ਪੋਜ਼ਿਟਿਵਲੀ ਵਰਤਿਆ ਜਾਂਦਾ। ਬਿਲਕੁਲ ਸਹੀ ਗੱਲ ਆ। ਨਹੀਂ, ਬਾਕੀ ਲਖਵੀਰ ਸਿੰਘ ਹੋਣਾ ਨੇ ਹਰਨੇਕ ਸਿੰਘ ਦੀ ਬੋਲਬਾਣੀ ਬਾਰੇ ਵੀ ਗੱਲਬਾਤ ਕੀਤੀ ਹੈ, ਕਹਿੰਦਾ ਕਿ ਉਹਨੇ ਤਾਂ ਕਹਿੰਦਾ ਜਿਹੜਾ ਸਿਰਫ ਜੋ ਵਿਗੜੇ ਸਮਾਜ ਨੇ ਦਿੱਤਾ ਨਾ ਉਹਨੂੰ ਉਹਦਾ 1% ਮੋੜਿਆ ਆ। ਹੁਣ ਉੱਥੇ ਬੜੀ ਗੱਲ ਕਲੀਅਰ ਹੈਗੀ ਆ, ਉੱਥੇ ਭਾਈ 2 ਪੁਆਇੰਟ ਬਣਦੇ ਆ ਮੋਟੇ। ਇੱਕ ਤਾਂ ਜਿਹੜੇ ਪ੍ਰਚਾਰਕ ਆ, ਮੈਂ ਨਾਂ ਵੀ ਲੈ ਲੈਣਾ ਆ, ਭਾਈ ਪੰਥਪ੍ਰੀਤ ਸਿੰਘ ਹੋ ਗਏ, ਸਰਬਜੀਤ ਸਿੰਘ ਧੁੰਦਾ ਹੋ ਗਏ, ਬੀਬੀਆਂ ਲੈ ਲਓ, ਗਗਨਦੀਪ ਕੌਰ, ਢਾਡੀ ਬੀਬੀ ਜਿਹੜੇ ਜਥਾ ਉਹਨਾਂ ਦਾ ਦਲੇਰ ਕੌਰ ਹੋ ਗਏ, ਹੈ ਨਾ ਜੀ, ਚਾਹੇ ਇਧਰੋਂ ਆਪਣੇ ਵੀਰ ਸਿੰਘ ਨਾਦ ਵਾਲੇ ਵੀਰ ਹੋ ਗਏ, ਠੀਕ ਹੈ, ਚਾਹੇ ਇਧਰੋਂ ਮਗਦੇ ਬੋਲ ਵਾਲੇ ਵੀਰ ਹੋ ਗਏ, ਇਹਨਾਂ ਬਾਰੇ ਜਿਹੜੀ ਸ਼ਬਦਾਵਲੀ ਇਹਨੇ ਵਰਤੀ ਹੈ, ਬਿਲਕੁਲ ਈਵਨ ਸਾਡੇ ਬਾਰੇ ਵੀ ਜਿਹੋ ਜਿਹੀ ਸ਼ਬਦਾਵਲੀ ਇਹ ਵਰਤਦਾ ਰਿਹਾ ਆ ਪਾਸਟ ਦੇ ਵਿੱਚ, ਹੁਣ ਵੀ ਵਰਤਦਾ ਆ। ਅਸੀਂ ਕਦੋਂ ਇਹਨੂੰ ਇਹੋ ਜਿਹੀ ਸ਼ਬਦਾਵਲੀ ਨਾਲ ਸੰਬੋਧਿਤ ਕੀਤਾ ਆ? ਲਖਵੀਰ ਸਿੰਘ ਜੀ ਦੱਸੋਗੇ ਸਾਨੂੰ? ਅਸਲ 'ਚ ਲਖਵੀਰ ਸਿੰਘ ਨੂੰ ਤੇ ਹੋਰ ਜਿਹੜੇ ਖੱਪ ਗ੍ਰੇਡ ਆ ਇਹਨਾਂ ਨੂੰ ਪ੍ਰੋਬਲਮ ਹੀ ਇਸ ਚੀਜ਼ ਤੋਂ ਬਣੀ ਆ ਜੀ, ਭਈ ਜੇ ਤੇ ਗਾਲੋ ਗਾਲੀ ਹੋਈ ਚੱਲਣ, ਉਧਰੋਂ ਟਕਸਾਲੀ ਗਾਲਾਂ ਕੱਢਣ, ਉਧਰੋਂ ਇਹ ਗਾਲਾਂ ਕੱਢਣ, ਫੇਰ ਟਕਸਾਲੀ ਕੱਢਣ, ਇਹ ਕੱਢਣ, ਉਹ ਇੱਕ ਦੂਜੇ ਦੀਆਂ ਜਸਟੀਫਿਕੇਸ਼ਨ। ਟਕਸਾਲੀ ਕਹਿਣ ਅਸੀਂ ਤਾਂ ਗਾਲਾਂ ਕੱਢਦੇ ਆ ਵੀ ਇਹ ਗਾਲਾਂ ਕੱਢਦੇ ਨੇ, ਇਹ ਕਹਿਣ ਵੀ ਅਸੀਂ ਤਾਂ ਗਾਲਾਂ ਕੱਢਦੇ ਆ ਵੀ ਟਕਸਾਲੀ ਗਾਲਾਂ ਕੱਢਦੇ। ਜਿਹੜੇ ਬਾਕੀ ਬੰਦੇ ਆ ਵੀ ਅਸੀਂ ਹੋ ਗਏ ਆਪਣਾ ਦੂਸਰੇ ਸਿੰਘ ਨਾਦ ਵਾਲੇ ਹੋ ਗਏ, ਮਗਦੇ ਬੋਲ ਵਾਲੇ ਹੋ ਗਏ, ਸਾਰੇ ਨਿਊਜ਼ ਵਾਲੇ, ਬਖਸ਼ੀਸ਼ ਸਿੰਘ ਖਾਲਸਾ ਨਿਊਜ਼ ਵਾਲੇ ਹੋ ਗਏ, ਇਹ ਸਾਰੇ ਜਿਹੜੇ ਵੀਰ ਭੈਣ ਨੇ ਭਈ ਇਹਨਾਂ ਬਾਰੇ ਦੱਸੋ ਭਾਈ, ਭਈ ਇਹ ਵੀ ਇਹਨਾਂ ਨੇ ਕਿਹੜੀ ਸ਼ਬਦਾਵਲੀ ਭਈ ਤੁਹਾਡੇ ਬਾਰੇ ਐਸੀ ਬੋਲੀ ਆ ਵੀ ਜਿਹਦੇ ਬਾਰੇ ਭਈ ਤੁਸੀਂ ਫਿਰ ਗਾਲਾਂ ਕੱਢਦੇ ਆ। ਬਿਲਕੁਲ ਭਈ ਉਹ ਕਿਹੜੀ ਇਹ ਵੀ ਪਰਸੈਂਟੇਜ ਮੋੜੀ ਜਾ ਰਹੀ ਆ। ਬਿਲਕੁਲ ਸਹੀ ਗੱਲ ਹੈ। ਨਾਲੇ ਇਹ ਕਿਹੜੀ ਪਰਸੈਂਟੇਜ ਹੁੰਦੀ ਆ ਭਾਈ ਵੀ ਇਹ ਵੀ ਦੱਸੀ ਲਖਵੀਰ ਸਿੰਘ, ਭਈ ਜਦੋਂ ਅਸੀਂ ਇਹ ਕਹਿੰਦੇ ਆ ਵੀ ਹਮਲਾਵਰ ਜਿਹੜੇ ਆ ਵੀ ਲੋਕਾਂ ਦੀਆਂ ਧੀਆਂ ਭੈਣਾਂ ਚੱਕ ਕੇ ਲਿਜਾਂਦੇ ਸੀ, ਸਹੀ ਗੱਲ ਹੈ, ਤੇ ਉਸ ਵੇਲੇ ਫੇਰ ਵੀ ਕੀ ਤੇਰੇ ਵਰਗਿਆਂ ਨੇ ਇਹ ਕਹਿਣਾ ਸੀਗਾ ਵੀ ਲਓ ਜੀ ਵੀ ਉਹ 100 ਕੁੜੀਆਂ ਚੱਕ ਕੇ ਲੈ ਕੇ ਗਏ ਸੀ ਵੀ ਅਸੀਂ ਤਾਂ 2 ਹੀ ਚੱਕ ਕੇ ਲਿਆਏ ਆ। ਬਿਲਕੁਲ ਹੈ, ਕੋਈ ਸ਼ਰਮ ਕਰੋ ਮਾੜੀ ਮੋਟੀ। ਭਈ ਜਿਹੜਾ ਤੁਸੀਂ ਤਰਕ ਲਾਉਣ ਦੇ ਆ ਆਪਣੇ ਆਪ ਨੂੰ ਤੁਸੀਂ ਕਹਿੰਦੇ ਆ ਵੀ ਤੁਸੀਂ ਸਾਰੀ ਜਿਹੜੀ ਆ ਵੀ ਜ਼ਿੰਦਗੀ ਉਹ ਤਰਕ ਦੇ ਉੱਤੇ ਜੀ ਰਹੇ ਆ, ਇਹ ਕਿਹੜੇ ਤਰਕ ਨੇ ਤੁਹਾਡੇ? ਬਿਲਕੁਲ ਜੀ ਬਿਲਕੁਲ। ਫੇਰ ਇਹ ਵੀ ਕਿਹਾ ਜਾ ਰਿਹਾ ਵੀ ਇਹ ਜੀ ਵੀ 6ਵੇਂ ਪਾਤਸ਼ਾਹ ਭਈ ਉਹਨਾਂ ਨੂੰ ਅਖੇ ਅਰੈਸਟ, ਉਹਨਾਂ ਨੇ ਆਪਣੇ ਆਪ ਨੂੰ ਅਰੈਸਟ ਹੋਣ ਦਿੱਤਾ, ਅਖੇ ਭਈ ਉਹਨਾਂ ਨੇ ਆਪਣੀ ਜਿਹੜੀ ਆ ਸਮਰੱਥਾ ਆ, ਭਈ ਮੈਂ ਸ਼ਬਦ ਉਹ ਨਹੀਂ ਵਰਤਣਾ ਲਖਵੀਰ ਸਿੰਘ ਜਿਹੜਾ ਤੂੰ ਵਰਤਿਆ ਆ, ਭਈ ਇਹ ਅਖੇ ਵੀ ਵਧਾਈ ਉਹ ਤੋਂ ਬਾਅਦ ਅਖੇ ਹਮਲੇ ਕੀਤੇ ਆ ਜੀ। ਹੁਣ ਇੱਥੋਂ ਤੇਰੀ ਨਲਾਇਕੀ ਦਾ ਪਤਾ ਲੱਗਦਾ ਭਈ ਜਿਹੜੇ ਤੁਸੀਂ ਨਾ ਵੀ ਅਖੇ ਮਖੌਟੇ ਪਾ ਕੇ ਬੈਠੇ ਹੋਏ ਆ ਵਿਦਵਾਨਾਂ ਦੇ ਜੀ, ਤੁਸੀਂ ਨਾ ਵਿਦਵਤਾ ਤੁਹਾਡੇ ਕੋਲ ਹੈਗੀ, ਨਾ ਤੁਸੀਂ ਜਿਹੜੇ ਵਿਸ਼ਿਆਂ ਬਾਰੇ ਬਕਵਾਸ ਕਰੀ ਜਾਂਦੇ ਆ, ਨਾ ਤੁਸੀਂ ਉਹ ਵਿਸ਼ੇ ਪੜ੍ਹੇ ਆ। ਬਿਲਕੁਲ। ਯਾਨੀ ਕਿ ਤੂੰ ਇਤਿਹਾਸ ਬਾਰੇ ਗੱਲ ਕਰ ਰਿਹਾ ਪਰ ਤੈਨੂੰ ਇਤਿਹਾਸ ਦਾ ਇੱਕ ਸਿੰਪਲ ਜਿਹਾ ਨੁਕਤਾ ਜਿਹੜਾ ਆ ਉਹ ਨਹੀਂ ਪਤਾ ਭਈ ਜਦੋਂ 5ਵੇਂ ਪਾਤਸ਼ਾਹ ਦੀ ਸ਼ਹੀਦੀ ਹੋਈ ਆ ਤੇ 6ਵੇਂ ਪਾਤਸ਼ਾਹ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਅਰੈਸਟ ਕਰਕੇ ਰੱਖਿਆ ਗਿਆ ਜੀ। ਉਸ ਵੇਲੇ ਭਰਾਵਾ ਬਾਦਸ਼ਾਹ ਜਹਾਂਗੀਰ ਸੀਗਾ ਔਰ ਉਹ ਨਵਾਂ ਬਾਦਸ਼ਾਹ ਬਣਿਆ ਸੀ। ਮੁਗਲ ਰਾਜ ਦੇ ਵਿੱਚ ਤੇ ਸਿੱਖ ਜਿਹੜੀ ਇਤਿਹਾਸ ਆ ਉਹਦੇ ਵਿੱਚ ਜਿੰਨੇ ਵੀ ਕ੍ਰਾਈਸਿਸ ਆਏ ਆ ਜੀ, ਉਹ ਸਾਰੇ ਦੇ ਸਾਰੇ ਬਹੁਤੇ ਜਿਹੜੇ ਆ ਕਹਿ ਲਓ ਭਈ ਮੈਜੋਰਟੀ ਜਿਹੜੀ ਆ, ਮੈਂ ਕਹੂੰਗਾ 90% ਜਿਹੜੇ ਆ
ਵੀ ਉਹ ਉਸ ਵੇਲੇ ਆਏ ਆ ਜਦੋਂ ਬਾਦਸ਼ਾਹ ਜਿਹੜਾ ਆ ਉਹ ਦਿੱਲੀ ਦੇ ਤਖਤ ਤੇ ਬਦਲਦਾ ਸੀ ਜੀ, ਨਵਾਂ ਬਾਦਸ਼ਾਹ ਆਉਂਦਾ ਸੀ। ਅੱਜ ਕੱਲ੍ਹ ਜਿੱਦਾਂ RSS ਵਾਲੇ ਹਿੰਦੂ ਐਕਸਟਰੀਮਿਸਟ ਨੇ, ਉਸ ਵੇਲੇ ਜਿਹੜੇ ਮੁਸਲਮਾਨਾਂ ਦੇ ਵਿੱਚ ਐਕਸਟਰੀਮਿਸਟ ਸੀਗੇ ਉਹਨਾਂ ਨੂੰ ਨਕਸ਼ਬੰਦੀ ਕਹਿੰਦੇ ਸੀ। ਔਰ ਜੇ ਕਿਸੇ ਨੂੰ ਫਰਦਰ ਰਿਸਰਚ ਕਰਨੀ ਹੋਵੇ ਗੂਗਲ ਕਰ ਲਿਓ ਨਕਸ਼ਬੰਦੀ, NAQASH ਜਾਂ NAQSH ਤੇ BANDI, ਨਕਸ਼ਬੰਦੀ। ਤੁਹਾਨੂੰ ਸਾਰੀ ਇਤਿਹਾਸ ਨਿਕਲ ਆਉਣਾ। ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਸੀਗੀ ਵੀ ਜਿਹੜਾ ਉਹਨਾਂ ਦਾ ਧਾਰਮਿਕ ਕੱਟੜਤਾ ਦਾ ਏਜੰਡਾ ਹੁੰਦਾ ਸੀਗਾ ਉਹ ਬਾਦਸ਼ਾਹ ਰਾਹੀਂ ਉਹਨੂੰ ਲਾਗੂ ਕਰਨੇ ਦੀ ਹਰ ਕੋਸ਼ਿਸ਼ ਜਿਹੜੀ ਆ ਉਹ ਕਰਦੇ ਜੀ, ਕਿਉਂਕਿ ਬਾਦਸ਼ਾਹ ਦੇ ਪੈਰ ਅਜੇ ਕੱਚੇ ਹੁੰਦੇ ਸੀਗੇ ਤੇ ਉਹਨੂੰ ਲੋੜ ਹੁੰਦੀ ਸੀਗੀ ਸਪੋਰਟ ਦੀ। ਉਸ ਵੇਲੇ ਉਹ ਆਪਣੇ ਜਿਹੜੇ ਏਜੰਡੇ ਆ ਉਹ ਪੁਸ਼ ਕਰਵਾ ਲੈਂਦੇ ਸੀ। ਕੁਝ ਸਾਲਾਂ ਦੇ ਵਿੱਚ ਬਾਦਸ਼ਾਹ ਦੇ ਪੈਰ ਜਦੋਂ ਜੰਮ ਜਾਂਦੇ ਸੀ ਉਸ ਵੇਲੇ ਫਿਰ ਉਹ ਜਿਹੜਾ ਇਹਨਾਂ ਦਾ ਨਕਸ਼ਬੰਦੀਆਂ ਦਾ ਅਸਰ ਸੀਗਾ ਉਹ ਖਤਮ ਕਰ ਦਿੰਦਾ ਸੀ ਵੀ ਠੀਕ ਆ ਵੀ ਮੇਰੀ ਮਰਜ਼ੀ ਆ, ਮੈਨੂੰ ਜੋ ਠੀਕ ਲੱਗੂਗਾ ਮੈਂ ਉਹ ਕਰੂੰਗਾ। ਹੁਣ ਜਦੋਂ ਬਾਦਸ਼ਾਹ ਦੇ ਜਹਾਂਗੀਰ ਦੇ ਪੈਰ ਜਿਹੜੇ ਆ ਉਹ ਜੰਮ ਗਏ, ਉਹਨੇ ਝੱਟ ਗੁਰੂ ਪਾਤਸ਼ਾਹ ਦੇ ਨਾਲ ਵੀ ਜਿਹੜਾ ਸਮਝੌਤਾ ਸੀਗਾ ਤੇ ਸੰਧੀ ਜਿਹੜੀ ਉਹ ਕਰ ਲਈ। ਉਹ ਤੋਂ ਬਾਅਦ ਬਾਦਸ਼ਾਹ ਤੇ ਬਾਦਸ਼ਾਹ ਦੀ ਬੇਗਮ ਅਕਸਰ ਹੀ ਦਰਬਾਰ ਸਾਹਿਬ ਆ ਕੇ ਗੁਰੂ ਪਾਤਸ਼ਾਹ ਨੂੰ ਸਤਿਕਾਰ ਭੇਟ ਕਰਦੇ ਰਹੇ ਆ ਜੀ। ਹੁਣ ਜਿਹੜੀ ਲੜਾਈਆਂ ਹੋਈਆਂ ਆ ਉਹ ਉਦੋਂ ਹੋਈਆਂ ਭਰਾਵਾ ਜਦੋਂ ਜਹਾਂਗੀਰ ਮਰ ਗਿਆ ਆ ਤੇ ਸ਼ਾਹਜਹਾਂ ਆਇਆ ਤਖਤ ਦੇ ਉੱਤੇ। ਜਿਹੜੀ ਸ਼ਹਾਦਤ ਆ ਤੇ ਜਿਹੜਾ ਬਾਦਸ਼ਾਹ ਨਵਾਂ ਬਣਿਆ ਉਹ ਗੱਲਾਂ ਹੈਗੀਆਂ 1606 ਤੇ 1610-11 ਦੀਆਂ ਜੀ। ਤੇ ਜਿਹੜੀਆਂ ਲੜਾਈਆਂ ਉਹ 1627 ਦੇ ਵਿੱਚ ਪਹਿਲੀ ਲੜਾਈ ਹੋਈ ਆ ਜਦੋਂ ਸ਼ਾਹਜਹਾਂ ਆ ਗਿਆ ਜੀ। ਸੋ ਇੰਨੇ ਕੁ ਨੁਕਤੇ ਜਿਹੜੇ ਆ ਵੀ ਕਮ ਸੇ ਕਮ ਭਈ ਕੋਈ ਮਾੜੀ ਮੋਟੀ ਸ਼ਰਮ ਕਰ ਲਓ। ਜਿਹਨਾਂ ਗੱਲਾਂ ਦਾ ਤੁਹਾਨੂੰ ਪਤਾ ਕੋਈ ਨਹੀਂ, ਉੱਥੇ ਤੁਸੀਂ ਆਪਣੇ ਹੱਕ ਦੇ ਵਿੱਚ ਭੁਗਤਾਉਣੇ ਲਈ ਤੁਸੀਂ ਹਰੇਕ ਇਤਿਹਾਸ ਦਾ ਜਿਹੜਾ ਪੱਖ ਆ ਵੀ ਉਹਨੂੰ ਤੋੜ ਮਰੋੜ ਕੇ ਜਿੱਦਾਂ ਮਰਜ਼ੀ ਅਖੇ ਬਲਕਿ ਮਨ ਘੜਤ ਤਰੀਕੇ ਦੇ ਨਾਲ ਪੇਸ਼ ਕਰੀ ਜਾਣਦੇ ਆ। ਸਾਨੂੰ ਇਉਂ ਲੱਗਦਾ ਹੱਦ ਹੋ ਗਈ ਵੀ ਤੁਹਾਡੇ ਵਾਲੀ। ਨਹੀਂ ਉਹਦੇ ਵਿੱਚ ਇਹ ਵੀ ਆਪਣੇ ਪੁੱਤ ਨੂੰ ਪੁੱਛ ਲਈ ਜੀ। ਨਹੀਂ ਉਹਦੇ ਵਿੱਚ ਭਾਜੀ ਇੱਕ ਗੱਲ ਇਹ ਵੀ ਹੈ ਨਾ ਕਿ ਇੱਥੇ ਬਾਰ-ਬਾਰ ਅਸੀਂ ਇਹ ਸਵਾਲ ਖੜਾ ਕਰਦੇ ਆ ਕਿ ਭਾਈ ਕਿਹੜੇ ਇਤਿਹਾਸ ਦੀਆਂ ਤੁਸੀਂ ਗੱਲਾਂ ਕਰਦੇ ਆ? ਤੁਸੀਂ ਤਾਂ ਇੱਕ ਲਾਲ ਲਕੀਰ ਮਾਰ ਚੁੱਕੇ ਆ ਇਤਿਹਾਸ ਦੇ। ਤੁਸੀਂ ਤਾਂ ਕਹਿੰਦੇ ਵੀ ਉਹ ਬੈਨ ਹੋਣਾ ਚਾਹੀਦਾ। ਹੁਣ ਤੁਸੀਂ ਉਹਦੇ ਵਿੱਚੋਂ ਕੱਢ ਕੇ ਹਵਾਲੇ ਦੇਣਦੇ ਆ ਵੀ ਭਾਈ ਵੀ ਇਹ ਮੈਂ ਨਹੀਂ ਕਹਿ ਰਿਹਾ, ਉਹਦੇ ਵਿੱਚੋਂ ਹਵਾਲਾ ਆ। ਇੱਥੋਂ ਨਹੀਂ ਬੇਈਮਾਨੀ ਪਤਾ ਲੱਗਦੀ ਇਹਨਾਂ ਦੀ। ਨਹੀਂ ਹੁਣ ਇਹਨਾਂ ਦਾ ਮਕਸਦ ਇਹ ਹੈ ਨਾ ਕਿ ਹਰਨੇਕ ਨੂੰ ਕਿਸੇ ਤਰੀਕੇ ਨਾਲ ਜਿੱਦਾਂ ਕਹਿੰਦੇ ਨਾ ਚੜ ਜਾ ਬੱਚਾ ਸੂਲੀ ਤੇ ਰੱਬ ਭਲੀ ਕਰੇਗਾ, ਉਹਨੂੰ ਹੁਣ ਜਿਹੜਾ ਬੱਚਾ ਕੁਛਿਆ ਉਹਨੂੰ ਸੂਲੀ ਤੇ ਚੜਾਉਣਾ। ਉਹ ਤੇ ਮੈਂ ਤੇ ਸੱਚ ਹਾਵੀ ਦੇਖਦਾ ਸੀ। ਚਲੋ ਗੱਲ ਭਾਵੇਂ ਹਾਸੇ ਵਾਲੀ ਆ ਜੀ। ਭਈ ਅਕਸਰ ਸੁਣਿਆ ਸੀਗਾ ਭਈ ਛੱਤਰ ਮਾਰ ਕੇ ਗੰਜਾ ਕਰ ਦਿੱਤਾ ਜੀ। ਭਈ ਹੁਣ ਕਹਿ ਲਓ ਭਈ ਐਨ ਸਬੂਤ ਵਜੋਂ ਵੇਖ ਲਿਆ ਜੀ। ਹੁਣ ਇਹ ਤੋਂ ਜ਼ਿਆਦਾ ਨਹੀਂ ਕੁਝ ਵੀ ਕਹਿਣਾ, ਬਾਕੀ ਜਿਹੜਾ ਆਪੇ ਸਮਝ ਲਿਓ ਭਾਈ। ਨਹੀਂ ਸਹੀ ਗੱਲ ਆ। ਨਹੀਂ ਬਾਕੀ ਸਹੀ ਗੱਲ ਆ। ਲਖਵੀਰ ਸਿੰਘ ਹੁਣਾਂ ਨੂੰ ਇਹੀ ਪੁੱਛਣਾ ਚਾਹੁੰਦੇ ਆ ਜਿਹੜੀ ਹਰਨੇਕ ਸਿੰਘ ਦੀ ਭਾਸ਼ਾ ਦੀ ਗੱਲ ਕਰਦੇ ਆ ਕਿ ਉਹਨੇ 1% ਹੀ ਮੋੜਿਆ। ਤੇ ਪਹਿਲਾ ਪੁਆਇੰਟ ਤਾਂ ਇਹੀ ਸੀਗਾ ਕਿ ਭਾਈ ਜਿਹੜੇ ਅਸੀਂ ਸਾਰੇ ਹੈਗੇ ਜਿੱਦਾਂ ਹੁਣ ਆਪਾਂ ਗੱਲ ਕਰਕੇ ਹਟੀਏ ਆ ਕਿ ਅਸੀਂ ਇਹਨੂੰ ਕਿਹੜਾ ਕਦੋਂ ਮਾੜਾ ਬੋਲਿਆ ਆ, ਚਾਹੇ ਪ੍ਰਚਾਰਕਾਂ ਦੀ ਗੱਲ ਆ ਚਾਹੇ ਬਾਕੀ ਵੀਰਾਂ ਭੈਣਾਂ ਦੀ ਗੱਲ ਹੈਗੀ ਆ। ਤੇ ਉਹਦੇ ਵਿੱਚ ਇਹਨੇ ਸਾਨੂੰ ਸਾਰਿਆਂ ਨੂੰ ਮੰਦਾ ਬੋਲਿਆ ਆ ਹੈਗਾ, ਠੀਕ ਹੈ ਜੀ। ਤੇ ਹੁਣ ਇੱਕ ਗੱਲ ਹੋਰ ਇਹਦੇ ਵਿੱਚ ਮੈਂ ਲਖਵੀਰ ਸਿੰਘ ਜੀ ਤੁਹਾਨੂੰ ਚੇਤੇ ਕਰਾਵਾਂ, ਜਦੋਂ ਜੰਮੂ ਜੀ ਹਰਦੇਵ ਸਿੰਘ ਜੰਮੂ ਹੋਣਾ ਨੇ ਤੁਹਾਨੂੰ ਸਵਾਲ ਕੀਤੇ ਸੀਗੇ ਇਹਨੂੰ ਹਰਨੇਕ ਸਿੰਘ ਹੋਣਾ ਨੂੰ ਤੇ ਤੁਹਾਨੂੰ ਲਖਵੀਰ ਸਿੰਘ ਇਹਨਾਂ ਨੂੰ ਵੀ ਸਵਾਲ ਕੀਤੇ ਸੀਗੇ, ਪੂਰੀ ਰੇਡੀਓ ਵਿਰਸਾ ਦੀ ਟੀਮ ਨੂੰ ਸਵਾਲ ਕੀਤੇ ਸੀਗੇ। ਉਦੋਂ ਜੰਮੂ ਜੀ ਨੇ ਤਾਂ ਮਤਲਬ ਉਹਦਾ ਵੈਸੇ ਹੀ ਇੰਨੇ ਸੌਫਟ ਹੈ, ਇੰਨੇ ਕੂਲ ਹੈ ਕਿ ਉਹਨਾਂ ਨੂੰ ਤਾਂ ਅਸੀਂ ਕਿਸੇ ਨੇ ਵੀ ਨਹੀਂ ਸੁਣਿਆ ਹੋਣਾ ਕਿ ਉਹਨਾਂ ਨੇ ਕੋਈ ਏਦਾਂ ਦਾ ਸਖਤ ਸ਼ਬਦ ਵੀ ਤੁਹਾਡੇ ਲਈ ਵਰਤਿਆ ਹੋਵੇ। ਉਦੋਂ ਗਾਲਾਂ ਕਾਹਦੀ ਕੱਢੀਆਂ? ਉਦੋਂ ਗਾਲਾਂ ਕਾਹਦੇ ਕੱਢਿਆ ਸੀ? ਉਹ ਕਿਹੜੀ ਪਰਸੈਂਟੇਜ ਸੀ ਜਿਹੜੀ ਮੋੜੀ ਗਈ ਸੀ? ਕਿਹੜੀ ਪਰਸੈਂਟੇਜ ਸੀ ਮੋੜੀ ਗਈ ਸੀਗੀ? ਉਹ ਨਹੀਂ ਉਦੋਂ ਇਹਨੇ ਲਖਬੀਰ ਸਿੰਘ ਨੇ ਉਹਦੇ ਨਾਲ ਹਰਨੇਕ ਸਿੰਘ ਨਾਲ ਰਲ ਕੇ ਮਜ਼ਾਕ ਬਣਾਇਆ ਜੰਮੂ ਵਾਲੇ ਦਾ ਕਿ ਪਤਾ ਨਹੀਂ ਉਹ ਲਾਲ ਤੇ ਨੀਲੀ ਜੁਰਾਬ ਪਾ ਕੇ ਆ ਗਿਆ ਏਦਾਂ ਕੋਈ ਸਕੂਲ ਹੈ, ਕਹਿੰਦਾ ਮੈਨੂੰ ਜੰਮੂ ਵਾਲੇ ਦਾ ਕੋਈ ਦੋਸਤ ਮਿਲ ਗਿਆ, ਏਦਾਂ ਪੂਰਾ ਇਹਨੇ ਚੁਟਕਲਾ ਬਣਾ ਕੇ ਨਾ ਲਖਬੀਰ ਸਿੰਘ ਨੇ ਪੂਰਾ ਜੰਮੂ ਹੋਣਾ ਦਾ ਹਰਦੇਵ ਸਿੰਘ ਜੰਮੂ ਹੋਣਾ ਦਾ ਮਜ਼ਾਕ ਬਣਾਇਆ ਸੀਗਾ। ਤੇ ਫਿਰ ਇਹਨੇ ਬਾਅਦ ਪੋਸਟ ਪਾ ਕੇ ਆਪਣੀ ਸੋਚ ਤੇ ਆਪਣੀ ਔਕਾਤ ਹੀ ਵਿਖਾਉਂਦੀਆਂ। ਬਿਲਕੁਲ ਨਹੀਂ ਤਦੀ ਆ ਭਾਜੀ ਇਹ ਐਗਜ਼ਾਮਪਲਾਂ ਦੇ ਰਿਹਾ ਨਾ ਕਿ ਇਹਨਾਂ ਦਾ ਜਿਹੜਾ ਗਿਰਗਿਟ ਵਾਂਗੇ ਰੰਗ ਬਦਲਦੀ ਹੈ, ਜਿਹੜਾ ਦੋਗਲਾ ਚਿਹਰਾ ਉਹ ਸੰਗਤ ਸਾਹਮਣੇ ਆਉਣਾ ਬਹੁਤ ਜ਼ਰੂਰੀ ਹੈ, ਸਰੋਤਿਆਂ ਸਾਹਮਣੇ ਆਉਣਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਇਹ ਹੁਣ ਨਾ ਬੜੇ ਏਦਾਂ ਮੀਸਣੇ ਜੇ ਬਣ ਕੇ ਸਿੰਪੈਥੀ ਇਕੱਠੇ ਕਰਦੇ ਫਿਰਦੇ ਸਾਰੇ ਪਾਸਿਓਂ ਕਿ ਬਈ ਧੱਕਾ ਹੋ ਗਿਆ ਬਹੁਤ ਤੁਹਾਡੇ ਨਾਲ ਏਦਾਂ ਹੋ ਗਿਆ। ਨਾਲੇ ਉਹ ਭਿੰਦੇ ਮਠੱਡੇ ਵੀ ਇਹ ਵੀ ਦੱਸੀ ਵੀ ਉਹ ਜਿਹੜਾ ਤੂੰ ਉਹ ਕਿਸੇ ਗੋਰੇ ਦਾ ਪਾਇਆ ਆ ਕਮੈਂਟ, ਆਹੋ ਉਹ ਲਿੰਕ ਵੀ ਪਾ ਦਿੰਦਾ ਹਾਂ ਕਿ ਵੀ ਉਹ ਕਿਹੜੀ ਖਬਰ ਦੇ ਵਿੱਚ ਜਾਂ ਕਿਹੜੀ ਪੋਸਟ ਦੇ ਥੱਲੇ ਉਹ ਕਮੈਂਟ ਪਿਆ ਆ, ਉਹਦਾ ਕੰਟੈਕਸਟ ਕੀ ਆ। ਬਿਲਕੁਲ ਭਈ ਆ ਜਿੰਨੇ ਅਜੇ ਤੱਕ ਹੋ ਚੁੱਕਿਆ ਜੋ ਕੁਝ ਵੀ, ਪਹਿਲੀ ਗੱਲ ਤੇ ਇਹ ਵੀ ਸਿੱਖਾਂ ਨੇ ਜਾਂ ਸਿੱਖੀ ਨੇ ਕਦੋਂ ਕਿਹਾ ਜੀ ਭਈ ਅਨਕੁਐਸਚਨੇਬਲ ਜਿਹੜੀ ਆ ਵੀ ਉਹ ਚਾਹੀਦੀ ਆ, ਦੂਸਰਾ ਹੀ ਰਿਸਪੈਕਟ ਹੈ, ਇਹ ਕਦੋਂ ਕਿਹਾ ਗਿਆ ਜੀ। ਪਰ ਇਹ ਆ ਵੀ ਇੱਕ ਲਿਮਿਟ ਆ
ਗੱਲ ਕਰਨੇ ਦੀ। ਜਦੋਂ ਪੁੱਤ ਨੇ ਪਿਓ ਦੇ ਨਾਲ ਕੋਈ ਵਿਸ਼ਾ ਡਿਸਕਸ ਕਰਨਾ ਹੁੰਦਾ, ਜਦੋਂ ਪਿਓ ਦੇ ਫੈਸਲੇ ਨੂੰ ਵੀ ਚੈਲੰਜ ਕਰਨਾ ਹੁੰਦਾ, ਬਿਲਕੁਲ ਉਹਦਾ ਇੱਕ ਸਤਿਕਾਰ ਹੁੰਦਾ, ਇੱਕ ਡੈਕੋਰਮ ਜਿਹਨੂੰ ਕਹਿੰਦੇ ਆ, ਉਹ ਹੁੰਦਾ। ਇਹ ਨਹੀਂ ਹੁੰਦਾ ਵੀ ਇਹ ਮਾਂ ਭੈਣ ਇੱਕ ਕਰਕੇ ਤੇ ਇਹ ਬਾਅਦ ਵਿੱਚ ਹੋ ਕੇ ਵੀ ਇਦਾਂ ਦੀਆਂ ਪਾਓ, ਲੈ ਹੱਦ ਹੋ ਗਈ ਭਈ ਇਹ ਮੈਂ ਤੇ ਵੀ ਸਿਰਫ ਇਹੀ ਸਵਾਲ ਹੀ ਕੀਤਾ ਸੀਗਾ ਜੀ ਭਈ ਜਦੋਂ ਤੁਸੀਂ ਗਾਲਾਂ ਕੱਢ ਕੇ ਕੋਈ ਸਵਾਲ ਕਰੋਗੇ ਤੇ ਗਾਂ 76 ਹੀ ਪੈਣੇ ਆ ਜੀ। ਫੇਰ ਤੁਸੀਂ ਇਹ ਨਹੀਂ ਕਹਿ ਸਕਦੇ ਹੁੰਦੇ ਭਈ ਜੀ ਇਹ ਦੇਖੋ ਜੀ ਵੀ ਇਹ ਵੀ ਅਨਕੁਐਸਚਨਿੰਗ ਰਿਸਪੈਕਟ ਜਿਹੜੀ ਆ ਵੀ ਉਹ ਡਿਮਾਂਡ ਕੀਤੀ ਜਾ ਰਹੀ ਆ। ਕੋਈ ਨਹੀਂ ਅਨਕੁਐਸਚਨਿੰਗ ਰਿਸਪੈਕਟ ਡਿਮਾਂਡ ਕਰ ਰਿਹਾ। ਸਿੱਖ ਜਿਹੜਾ ਆ ਉਹ ਜਦੋਂ ਗੁਰਬਾਣੀ ਪੜ੍ਹਨੀ ਸ਼ੁਰੂ ਕਰਦਾ ਆ ਉਦੋਂ ਹੀ ਦਿਮਾਗ ਦੇ ਵਿੱਚ ਸਵਾਲ ਜਿਹੜੇ ਆ ਉਹ ਕਰਨੇ ਦਾ ਜਿਹੜਾ ਦੂਸਰਾ ਹੈਗਾ ਆ ਹੁਨਰ ਜਾਂ ਗੁਰ ਜਿਹੜਾ ਆ ਉਹ ਗੁਰੂ ਸਾਨੂੰ ਦਿੰਦਾ। ਬਿਲਕੁਲ ਉਹਦੇ ਗੁਰੂ ਪਾਤਸ਼ਾਹ ਸਵਾਲ ਹੀ ਇੱਥੋਂ ਜਿਹੜੀ ਬਾਣੀ ਆ ਉਹਦੀ ਪਹਿਲੀ ਪੌੜੀ ਦੇ ਵਿੱਚ ਹੀ ਸਵਾਲ ਸ਼ੁਰੂ ਹੁੰਦਾ, ਕਿਵ ਸਚਿਆਰਾ ਹੋਈ ਹੈ ਕਿ ਕੂੜੇ ਤੁੱਠੇ ਪਾਲ, ਹੁਕਮ ਰਜਾਈ ਕਰਨ ਚੱਲਣਾ ਨਾਨਕ ਲਿਖਿਆ ਨਾਲ। ਜੇ ਤੁਸੀਂ ਸਵਾਲ ਨਹੀਂ ਸਮਝਦੇ ਤੁਹਾਨੂੰ ਜਵਾਬ ਵੀ ਨਹੀਂ ਸਮਝ ਆਉਣਾ। ਸੋ ਇਸ ਕਰਕੇ ਵੀ ਜਿਹੜੀਆਂ ਹਾਂ ਬੇਈਮਾਨੀਆਂ ਹੈ ਨਾ, ਪਤਾ ਨਹੀਂ ਵੀ ਕਿਹੜੇ ਨਸ਼ੇ ਦੇ ਲੋਰ ਦੇ ਵਿੱਚ ਇਹ ਬੇਈਮਾਨੀਆਂ ਆਉਂਦੀਆਂ। ਬਿਲਕੁਲ ਇਹ ਭਰਾਵਾ ਬਾਕੀ ਨਸ਼ੇੜੀ ਜਿਹੜੇ ਉਹੀ ਜਾਣਦੇ ਹੋਣੇ ਆ। ਸੋ ਇਹਨੂੰ ਬੰਦ ਕਰੋ, ਅਜੇ ਮੌਕਾ ਹੈਗਾ ਤੁਹਾਡੇ ਕੋਲੇ। ਨਹੀਂ ਸਹੀ ਗੱਲ ਹੈ ਜੀ। ਨਹੀਂ ਹੁਣ ਇਹ ਇਦਾਂ ਦੀਆਂ ਜਦੋਂ ਇਹ ਭਾਜੀ ਪੋਸਟਾਂ ਪਾਉਂਦੇ, ਇਦਾਂ ਦੀ ਸ਼ਬਦਾਵਲੀ ਵਾਲੀ ਪੋਸਟਾਂ ਪਾਉਂਦੇ ਆ, ਫਿਰ ਇਹ ਕਿਹੜੇ ਡਾਇਲੋਗ ਕਰਨ ਦੀ ਗੱਲ ਕਰਦੇ ਹੈਗੇ ਨਾ। ਤੇ ਦੂਜਾ ਮੈਂ ਉਹਦੇ ਵਿੱਚ ਵੀ ਉਸੇ ਗੱਲ ਨੂੰ ਅੱਗੇ ਤੋਰਾਂ। ਹੁਣ ਇੱਕ ਤਾਂ ਹੈਗਾ ਸੀਗਾ ਉਹ ਪੁਆਇੰਟ ਉਹ ਵਾਲਾ, ਤੇ ਦੂਜਾ ਪੁਆਇੰਟ ਇਹ ਸੀਗਾ ਭਾਜੀ ਹੁਣ ਇਹ ਕਲੇਮ ਕਰਦੇ ਆ ਕਿ ਅਸੀਂ ਟਕਸਾਲੀਆਂ ਨੇ ਸਾਨੂੰ ਗਾਲਾਂ ਕੱਢੀਆਂ ਜਾਂ ਸਾਨੂੰ ਸਾਡੇ ਪੋਸਟਰ ਐਡਿਟ ਕੀਤੇ ਜਾਂ ਸਾਡੀਆਂ ਫੋਟੋਆਂ ਐਡਿਟ ਕੀਤੀਆਂ, ਠੀਕ ਹੈ ਜੀ, ਤੇ ਜਾਂ ਸਾਡੀਆਂ ਕਲਿੱਪਾਂ ਐਡਿਟ ਕਰਕੇ ਬਣਾਈਆਂ। ਹੁਣ ਇਹਨਾਂ ਨੂੰ ਇਹ ਪੁੱਛਣ ਵਾਲਾ ਹੋਵੇ ਕਿ ਭਾਈ ਤੁਸੀਂ ਉਹ ਸਾਰੀਆਂ ਫੇਕ ਆਈਡੀਆਂ ਆ, ਅਣਪਛਾਤੇ ਚਿਹਰੇ ਹੈਗੇ ਆ ਜਿਨ੍ਹਾਂ ਦੇ ਪਿੱਛੇ ਜਿਨ੍ਹਾਂ ਤੋਂ ਕਮੈਂਟ ਹੋ ਰਹੇ ਆ। ਹੁਣ ਉਹਦੇ ਤੇ ਸ਼ੱਕ ਕਿਉਂ ਨਾ ਕੀਤਾ ਜਾਵੇ ਕਿ ਉਹ ਕੌਣ ਹੋ ਸਕਦਾ? ਹੋ ਸਕਦਾ ਤੁਸੀਂ ਆਪ ਨਾ ਹੋਵੋ, ਪਲਾਨ ਦਾ ਹਿੱਸਾ ਹੋਵੇ। ਮੈਂ ਤੁਹਾਨੂੰ ਇਹ ਵੀ ਦੱਸ ਦਿੰਨਾ ਆ ਭਈ ਜਦੋਂ ਅਸੀਂ ਉੱਥੇ ਸੀਗੇ ਰੇਡੀਓ ਦੇ ਵਿੱਚ, ਜੀ ਜੀ ਜੀ, ਜਦੋਂ ਇਹ ਕੰਮ ਸ਼ੁਰੂ ਹੋਏ ਆ ਜੀ, ਜਦੋਂ ਨੇਕੀ ਨੇ ਆ ਕੇ ਤੇ ਇਹ ਦਿਖਾਈ ਆ ਇੱਕ ਫੋਟੋ ਮੈਨੂੰ ਜੀ, ਮੈਨੂੰ ਗੁੱਸਾ ਇੰਨਾ ਕੁ ਆਇਆ ਸੀ, ਮੈਂ ਉਹਨੂੰ ਕਿਹਾ ਵੀ ਆਪਾਂ ਚੱਲੀਏ ਜਾ ਕੇ ਤੇ ਥਾਣੇ ਰਿਪੋਰਟ ਲਿਖਾਈਏ। ਬਿਲਕੁਲ ਚਾਹੀਦਾ ਵੀ ਇਹੀ ਸੀਗਾ। ਇਹ ਉਸ ਚੀਜ਼ ਤੋਂ ਹੀ ਦੌੜ ਗਿਆ ਸੀ। ਉਦੋਂ ਮੈਨੂੰ ਉਥੋਂ ਤੋਂ ਹੀ ਮੇਰਾ ਜਿਹੜਾ ਸ਼ੱਕ ਦਾ ਐਂਟੀਨਾ ਆ ਉਦੋਂ ਦਾ ਖੜਾ ਵੀ ਕਹਾਣੀ ਕੁਝ ਹੋਰ ਲੱਗਦੀ ਆ ਬਈ ਜੇ ਇੰਨੇ ਘਟੀਆ ਪੱਧਰ ਦੇ ਉੱਤੇ ਤੁਹਾਡੇ ਪਰਿਵਾਰ ਦੇ ਉੱਤੇ ਹਮਲੇ ਕੀਤੇ ਜਾ ਰਹੇ ਆ ਜੀ, ਤੇ ਤੁਸੀਂ ਪੁਲਿਸ ਦੇ ਵਿੱਚ ਸ਼ਿਕਾਇਤ ਕਰਨੋਂ ਵੀ ਦੌੜਦੇ ਆ, ਫਿਰ ਤੁਹਾਨੂੰ ਜਿਹੜਾ ਬੰਦਾ ਦੌੜ ਰਿਹਾ ਉਹ ਤੇ ਸ਼ੱਕ ਖੜਾ ਹੋਊਗਾ ਕਿ ਨਹੀਂ ਹੋਊਗਾ? ਬਿਲਕੁਲ ਹੋਊਗਾ। ਇਹੀ ਮੈਂ ਗੱਲ ਕਰਨਾ ਚਾਹੁੰਦਾ ਆ ਕਿ ਫਿਰ ਤੁਸੀਂ ਇਹ ਕਿਉਂ ਮਤਲਬ ਤੁਸੀਂ ਉਦੋਂ ਕੋਈ ਕੰਪਲੇਂਟ ਕਿਉਂ ਨਾ ਕੀਤੀ, ਪੁਲਿਸ ਕੋ ਕਿਉਂ ਨਾ ਗਏ ਕਿ ਭਾਈ ਆ ਦੇਖੋ ਉਹਨੂੰ ਰਿਕਾਰਡ ਤੇ ਕਿਉਂ ਨਾ ਲੈ ਕੇ ਆਏ? ਫਿਰ ਉਹਦਾ ਹਵਾਲਾ ਦੇ ਕੇ ਤੁਸੀਂ ਗਾਲਾਂ ਕੱਢ ਰਹੇ ਆ ਜਿਹਦਾ ਜਿਹੜੇ ਹਵਾਲੇ ਦੇ ਕੋਈ ਆਪਣੀ ਕੋਈ ਗਰਾਊਂਡ ਹੀ ਨਹੀਂ ਹੈਗੀ ਭਾਜੀ, ਆਪਣਾ ਕੋਈ ਬੇਸ ਹੀ ਨਹੀਂ ਹੈਗਾ। ਆਪਾਂ ਤਦੀ ਤੈਨੂੰ ਫਿਰ ਗਾਲਾਂ ਵਾਲਾ ਸ਼ਹੀਦ ਕਹਿੰਦੇ ਸੀ ਉਹਨਾਂ ਦਿਨਾਂ ਦੇ ਵਿੱਚ ਕਿ ਭਾਈ ਇਹ ਕਰਦਾ ਕੀ ਹੈਗਾ ਆ, ਇਹ ਪਹਿਲਾਂ ਕਿਸੇ ਨੂੰ ਉਕਸਾਉਂਦਾ ਆ, ਪ੍ਰਵੋਕ ਕਰਦਾ ਆ, ਐਡੀ ਮਾੜੀ ਸ਼ਬਦਾਵਲੀ ਵਰਤਦਾ ਆ, ਐਡੀ ਭੈੜੀ ਸ਼ਬਦਾਵਲੀ ਵਰਤਦਾ ਆ। ਜੇ ਸਾਹਮਣੇ ਕਿਸੇ ਨੇ ਰਿਐਕਟ ਕਰਤਾ ਆਪਣੀ ਵਾਲੀ ਛੁਪਾ ਲੈਣੀ ਹੈ, ਆਪਣੀ ਵਾਲੀ ਡਿਲੀਟ ਕਰ ਦੇਣੀ ਹੈ, ਦੂਜੀ ਸਾਰੀ ਦਿਖਾ ਕੇ ਨਾ ਫਿਰ ਸਿੰਪੈਥੀ ਇਕੱਠੇ ਕਰਦੇ ਫਿਰਨਾ। ਦੇਖੋ ਜੀ ਕੌਮੀ ਕਾਰਜ ਤੇ ਗਾਲਾਂ ਕੱਢੀਆਂ ਜਾ ਰਹੀਆਂ, ਕੌਮੀ ਕਾਰਜਾਂ ਕਰਕੇ ਮੇਰਾ ਪਰਿਵਾਰ ਮੈਨੂੰ ਮੇਰੇ ਬੱਚੇ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਲਖਵੀਰ ਸਿੰਘ ਇਹ ਵੀ ਦੱਸੀ ਮਾੜਾ ਜਿਹਾ ਵੀ ਜਦੋਂ ਤੂੰ ਕਹਿਣਾ ਵੀ ਜੋ ਉਹਦੀ ਝੋਲੀ ਪਾਇਆ ਗਿਆ ਜੀ ਭਈ ਉਹਦਾ ਉਹਨੇ 1% ਮੋੜਿਆ ਆ, ਉਹ ਇਹ ਵੀ ਦੱਸੀ ਵੀ ਜਿਹੜਾ ਉਹਦੀ ਝੋਲੀ ਪਾਇਆ ਗਿਆ ਉਹਦੀ ਜੋ ਉਹਨੇ ਦਿੱਤਾ ਸੀ ਉਹ ਕਿੰਨਾ ਸੀ ਉਹਦੇ ਵਿੱਚ ਜਿਹੜਾ ਉਹਨੂੰ ਮੋੜਿਆ ਗਿਆ ਸੀ। ਬਿਲਕੁਲ ਉਹ ਵੀ ਹਿਸਾਬ ਕਰ ਲੈ। ਹੁਣ ਤੂੰ ਪਰਸੈਂਟੇਜ ਕੱਢਣ ਦਾ ਮਾਰ ਆ ਵੀ ਕਮ ਸੇ ਕਮ ਮਾੜਾ ਜਿਹਾ ਬ੍ਰੇਕ ਡਾਊਨ ਦੇ ਦੇਂ ਵੀ ਜਿੱਦਾਂ ਇਲੈਕਸ਼ਨਾਂ 'ਚ ਹੁੰਦਾ ਨਾ ਵੀ ਫਲਾਨੀ ਕੌਂਸਟੀਚੁਐਂਸੀ ਦੇ ਵਿੱਚ ਇੱਥੋਂ ਇੰਨੀਆਂ ਵੋਟਾਂ ਪਈਆਂ, ਇੱਥੋਂ ਇੰਨੀਆਂ ਪਈਆਂ। ਹੁਣ ਉਹ ਵੀ ਦੱਸ ਦੇਂ ਸਾਰਾ ਜਿਹੜਾ ਬ੍ਰੇਕ ਡਾਊਨ ਆ ਭਈ ਕਿੰਨੀਆਂ ਗਾਲਾਂ ਜਿਹੜੀਆਂ ਆ ਉਹ ਨੇਕੀ ਨੇ ਜਦੋਂ ਉਹਨੂੰ ਪਈਆਂ ਉਹਦੇ ਜਵਾਬ 'ਚ ਕੱਢੀਆਂ, ਬਿਲਕੁਲ, ਤੇ ਕਿੰਨੀਆਂ ਗਾਲਾਂ ਜਿਹੜੀਆਂ ਆ ਨੇਕੀ ਨੇ ਕੱਢੀਆਂ ਕਿਸੇ ਨੂੰ ਉਹ ਫਿਰ ਉਧਰੋਂ ਜਵਾਬ ਦੇ ਵਿੱਚ ਇਹਨੂੰ ਨੇਕੀ ਨੂੰ ਗਾਲਾਂ ਪਈਆਂ, ਫਿਰ ਨੇਕੀ ਨੇ ਦੁਬਾਰਾ ਗਾਲਾਂ ਕੱਢੀਆਂ। ਸੋ ਉਹ ਸਾਰਾ ਹਿਸਾਬ ਦੇ ਭਰਾਵਾ। ਬਿਲਕੁਲ ਇਹ ਸਿਰਫ ਇੰਨਾ ਕਹਿਣ ਨਾਲ ਨਹੀਂ ਗੱਲ ਬਣ ਜਾਣੀ ਵੀ ਇਹ ਵੀ ਉਹਨੂੰ ਗਾਲਾਂ ਪਈਆਂ ਉਹਨੇ ਸਿਰਫ 1% ਹੀ ਮੋੜੀਆਂ ਬਈ ਸ਼ਾਬਾਸ਼ ਆ ਤੁਹਾਡੇ। ਨਹੀਂ ਜਿੱਦਾਂ ਹੁਣ ਉਹ ਕਹਿੰਦੇ ਆਪਣੇ ਬੱਚਿਆਂ ਦੀ ਰੈਫਰੈਂਸ ਉਹਨਾਂ ਨੇ ਆਪੇ ਹੀ ਦਿੱਤੀ ਆ ਕਿ ਉਹ ਕਹਿੰਦੇ ਜਦੋਂ ਗੱਲ ਆਉਂਦੀ ਕਿ ਵਰਬਲ ਅਬਿਊਜ਼ ਲੀਡਸ ਟੂ ਜਿਹੜਾ ਫਿਜ਼ੀਕਲ ਹੈਗਾ ਆ, ਤੇ ਉੱਥੇ ਆਪਣੇ ਬੱਚਿਆਂ ਨੂੰ ਤੁਸੀਂ ਇਹ ਵੀ ਪੁੱਛ ਲਿਓ ਕਿ ਵਰਬਲ ਅਬਿਊਜ਼ ਦੇ ਬਦਲੇ ਵਰਬਲ ਅਬਿਊਜ਼ ਠੀਕ ਹੈ ਜਾਂ ਉਹਦੇ ਲਈ ਕੋਈ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਸਾਨੂੰ? ਉਹ ਨਹੀਂ ਜਿਹੜੀ ਬੁਲਿੰਗ ਹੁੰਦੀ ਆ ਉਹ ਸਾਰੀ ਦੀ ਸਾਰੀ ਬਹੁਤੀ ਜਿਹੜੀ ਅੱਜ ਕੱਲ ਸਕੂਲਾਂ ਦੇ ਵਿੱਚ ਉਹ ਤੇ ਹੈ ਹੀ ਵਰਬਲ ਆ। ਫਿਰ ਨਿਆਣਿਆਂ ਨੂੰ ਬੁਲਿੰਗ ਬਾਰੇ ਕੀ ਦੱਸਿਆ ਜਾਂਦਾ ਭਰਾਵਾ? ਉਹ ਪੁੱਛੀ ਮਾੜਾ ਜਿਹਾ। ਸਹੀ ਗੱਲ ਹੈ ਜੀ। ਮਤਲਬ ਨਿਆਣਿਆਂ ਦਾ ਆਸਰਾ ਲੈ ਕੇ ਆਪਣੀ ਜਿਹੜੀ ਘਟੀਆ ਸੋਚ ਆ ਤੇ ਆਪਣੀਆਂ ਜਿਹੜੀਆਂ ਘਟੀਆ ਹਰਕਤਾਂ ਉਹਨਾਂ ਨੂੰ ਜਸਟੀਫਾਈ ਕੀਤਾ ਜਾ ਰਿਹਾ। ਬਿਲਕੁਲ ਤੇ ਸ਼ਰਮ ਆਉਣੀ ਚਾਹੀਦੀ ਇਹਨਾਂ ਬੰਦਿਆਂ ਨੂੰ। ਮੁੱਕ ਦੀ ਗੱਲ ਭਾਜੀ ਇੱਥੇ ਹੈ ਕਿ ਉਹ ਜੋ ਹਰਨੇਕ ਫੇਸਬੁੱਕ ਤੇ ਰੇਡੀਓ ਤੇ
ਜਾਂ ਹੋਰ ਸੋਸ਼ਲ ਮੀਡੀਆ ਵਰਤ ਕੇ ਜੋ ਬਕਵਾਸ ਕਰਦਾ ਆ ਉਹ ਉਹਦੇ ਅੰਦਰਲਾ ਜ਼ਹਿਰ ਆ ਜਿਹੜਾ ਉਹ ਜੱਗ ਜ਼ਾਹਰ ਹੋ ਰਿਹਾ ਹੈ, ਹੋਰ ਕੁਛ ਨਹੀਂਗਾ। ਜਿਹੜੀ ਉਹਦੀ ਬੋਲ ਬਾਣੀ ਹੈ ਉਹਦੀ ਪਰਵਰਿਸ਼ ਜਾਂ ਉਹਦੇ ਵਿੱਚ ਜੋ ਪਾਇਆ ਗਿਆ ਆ ਉਹ ਹੀ ਬਾਹਰ ਆ ਰਿਹਾ ਹੈਗਾ ਆ, ਇਸ ਤੋਂ ਇਲਾਵਾ ਕੁਛ ਨਹੀਂ ਹੈ। ਉਹਨੂੰ ਐਵੇਂ ਨਾ ਤੁਸੀਂ ਜਸਟੀਫਾਈ ਕਰੋ ਉਹੋ ਜਿਹੇ ਸ਼ਬਦ, ਨੈਗੇਟਿਵ ਸ਼ਬਦ ਦਾ ਤੁਸੀਂ ਕਦੇ ਮੈਨੂੰ ਤਾਂ ਹੈਰਾਨੀ ਹੈ ਕਿ ਜਿੱਦਾਂ ਇਹਨਾਂ ਨੂੰ ਗਿਆਨੀ ਲਖਬੀਰ ਸਿੰਘ ਕਿਹਾ ਜਾਂਦਾ ਹੈ, ਕਥਾਵਾਚਕ ਹੈਗੇ ਆ, ਤਾਂ ਇੱਕ ਇਹ ਇਹਨਾਂ ਨੂੰ ਇੰਨੀ ਵੀ ਸਮਝ ਨਹੀਂ ਕਿ ਜੇ ਤੁਸੀਂ ਨੈਗੇਟਿਵ ਸ਼ਬਦ ਨੂੰ ਇੱਦਾਂ ਐਸਟੈਬਲਿਸ਼ ਕਰਨ ਲੱਗੋਗੇ ਤੁਹਾਡਾ ਆਪਣਾ ਜਲੂਸ ਨਿਕਲਣਾ ਆ, ਕਿਸੇ ਦਾ ਕੁਝ ਨਹੀਂ ਘਟਣਾ। ਹੁਣ ਬੜੇ ਮਾਣ ਨਾਲ ਕਹਿ ਰਹੇ ਕਿ ਮੈਂ ਰੇਡੀਓ ਵਿਰਸੇ ਦੀ ਟੀਮ ਦਾ ਮੈਂਬਰ ਹਾਂ। ਇਹ ਸਾਰੇ ਬਹਿਰੂਪੀਏ ਨੇ, ਸਾਰੇ ਸਵਾਰਥੀ, ਸੈਲਫ ਸਰਵਿੰਗ ਨੇ। ਬਿਲਕੁਲ ਸਵਾਰਥੀ ਤਾਂ ਭਾਈ ਮੈਨੂੰ ਚੇਤੇ ਆ ਗਿਆ। ਹੁਣ ਜਦੋਂ ਅਸੀਂ ਉੱਥੇ ਗੁਰਦੁਆਰੇ ਦੇ ਵਿੱਚ ਸੀਗੇ, ਪ੍ਰਬੰਧਕ ਕਮੇਟੀ ਦੇ ਵਿੱਚ ਸੀਗੇ, ਉਦੋਂ ਦੀਆਂ ਗੱਲਾਂ ਇਹ ਸਵਾਰਥ ਦੀਆਂ, ਜਦੋਂ ਹੁਣ ਇਹ ਹਰਨੇਕ ਲਖਬੀਰ ਸਿੰਘ ਬਾਰੇ ਸਾਨੂੰ ਦੱਸਦਾ ਹੁੰਦਾ ਸੀਗਾ, ਹੁਣ ਉਹ ਗੱਲਾਂ ਇੱਥੇ ਅਸੀਂ ਦੱਸਣੀਆਂ ਨਹੀਂ ਚਾਹੁੰਦੇ ਹੈਗੇ ਜੋ ਦੱਸਦਾ ਹੁੰਦਾ ਸੀ ਸਾਨੂੰ ਇਹਦੇ ਬਾਰੇ। ਭਰਾਵਾ ਸੁਣ ਲਈ ਉਹਨਾਂ ਤੋਂ ਜਿਹਨਾਂ ਨਾਲ ਤੇਰੀ ਬੋਲ ਚਾਲ ਹੈ ਨਾ, ਭਈ ਉਹ ਭਈ ਇਹ ਹਰਨੇਕ ਸਿੰਘ ਕੀ ਕਹਿੰਦਾ ਹੁੰਦਾ ਸੀ ਵੀ ਉੱਥੇ ਜਦੋਂ ਬਰਫ਼ ਪੈਂਦੀ ਆ ਕੈਨੇਡਾ ਦੇ ਵਿੱਚ ਤੇ ਕੀ ਬਣਦਾ ਫਿਰ, ਤੇ ਕਿੱਦਾਂ ਅਗੇ ਵੀ ਕਿਉਂ ਦੌਰਾ ਇੱਥੇ ਕੀਤਾ ਜਾਂਦਾ ਹੈ। ਆਹੋ, ਕਹਿਣ ਦਾ ਭਾਵ ਹੈ ਕਿ ਉਦੋਂ ਬਖਸ਼ਿਆ ਇਹਨੇ ਕਿਸੇ ਨੂੰ ਵੀ ਨਹੀਂ ਹਰਨੇਕ ਨੇ, ਜਿੱਦਾਂ ਆਪਾਂ ਪਿਛਲੇ ਪ੍ਰੋਗਰਾਮਾਂ 'ਚ ਵੀ ਗੱਲ ਕੀਤੀ ਹੈ ਕਿ ਜਿਹੜਾ ਸਕਿਆਂ ਦਾ ਸਕਾ ਨਹੀਂਗਾ, ਜਿਹੜਾ ਖੂਨ ਦੇ ਰਿਸ਼ਤਿਆਂ ਦਾ ਸਕਾ ਨਹੀਂ ਜੀ, ਉਹਨਾਂ ਤੋਂ ਜੇ ਕੋਈ ਇਹ ਐਕਸਪੈਕਟ ਕਰਦਾ ਵੀ ਉਹ ਤੁਹਾਡਾ ਕਿਸੇ ਦਾ ਭਰਾ ਸਖਾ ਹੋ ਜਾਊਗਾ, ਬਿਲਕੁਲ ਤੁਹਾਡੇ ਤੋਂ ਵੱਡਾ ਮੂਰਖ ਕੋਈ ਨਹੀਂ ਹੋਣਾ। ਨਹੀਂ ਸਹੀ ਗੱਲ ਹੈ ਭਾਜੀ, ਸਹੀ ਗੱਲ ਹੈ। ਬਾਕੀ ਜਿਹੜੀਆਂ ਰਹਿ ਗਈਆਂ ਹੁਣ ਇਹਨਾਂ ਦਾ ਪੂਰੀ ਟੀਮ ਦੇ ਮੈਂਬਰਾਂ ਦਾ ਜ਼ੋਰ ਲੱਗਾ ਹੋਇਆ ਹੈ ਕਿ ਕਿਸੇ ਤਰੀਕੇ ਨਾਲ ਆਪਾਂ ਇਹ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਆਪਣੀ ਵੱਲੋਂ ਇਹ ਐਸਟੈਬਲਿਸ਼ ਕੀਤਾ ਜਾਵੇ ਕਿ ਜਿਹੜਾ ਹਰਨੇਕ ਦੇ ਨਾਲ ਹੋਇਆ ਬੜਾ ਧੱਕਾ ਹੋਇਆ ਆ। ਇਹ ਲੋਕ ਸਿੱਖ ਕਮਿਊਨਿਟੀ ਨੂੰ, ਕੌਮ ਨੂੰ ਕੁਝ ਦੇਣਾ ਚਾਹੁੰਦੇ ਸੀ, ਵਧੀਆ ਡਾਇਲੌਗ ਪ੍ਰੋਸੈਸ ਕਰਦੇ ਸੀਗੇ, ਵਧੀਆ ਉੱਥੇ ਬਹਿ ਕੇ ਪ੍ਰੋਗਰਾਮ ਕਰਦੇ ਸੀਗੇ, ਤੇ ਇਹ ਲੈਣਾ ਨਹੀਂ ਚਾਹੁੰਦੇ ਕਿਉਂਕਿ ਇਹ 100 ਸਾਲ ਪੁਰਾਣੇ ਆਪਣੀ ਜ਼ਿੰਦਗੀ ਜੀ ਰਹੇ ਹੈਗੇ ਆ, ਆਪਣੇ 100 ਸਾਲ ਪੁਰਾਣੇ ਇਤਿਹਾਸ ਉਹਦੇ ਵਿੱਚ ਰੀਤੀ ਰਿਵਾਜਾਂ ਵਿੱਚ ਜੀ ਰਹੇ ਹੈਗੇ। ਕਹਿਣ ਦਾ ਭਾਵ ਆ ਹੁਣ ਯਾਨੀ ਕਿ ਇਹਨਾਂ ਦਾ ਪੂਰਾ, ਹੁਣ ਜੇ ਆਪਾਂ ਇੱਥੇ ਕੱਢ ਕੇ ਦਿਖਾਣੀਆਂ ਚਾਹੀਏ ਇਹਦਾ ਜੇ ਸਕਰੀਨਸ਼ਾਟ, ਸੈਂਕੜੇ ਸਕਰੀਨਸ਼ਾਟ ਇਹਦੇ ਭਿੰਦੇ ਦੇ ਮਿਲ ਜਾਣੇ ਆ ਜਿੱਥੇ ਇਹਨੇ ਨੀਵੇਂ ਪੱਧਰ ਤੇ ਜਾ ਕੇ ਬਕਵਾਸ ਕੀਤੀ। ਨਹੀਂ ਇਹਨੂੰ ਭਿੰਦੇ ਨੂੰ ਵੀ ਪੁੱਛ ਲਈਏ ਵੀ ਤੂੰ ਕਹਿੰਦਾ ਵੀ ਵਿਚਾਰਕ ਮਤਭੇਦ ਆ, ਭਈ ਤੂੰ ਇੱਥੇ ਮਾੜੀ ਜੀ ਕਿਤੇ ਲਿਸਟ ਤੇ ਬਣਾ ਕੇ ਦੇ ਵੀ ਕਿਹੜੇ ਵਿਚਾਰਾਂ ਦੇ ਉੱਤੇ ਮਤਭੇਦ ਹੋਏ ਆ। ਬਿਲਕੁਲ ਹੈ ਵੀ ਤੁਹਾਡੇ ਕੀ ਵਿਚਾਰ ਆ ਤੇ ਇਧਰੋਂ ਬਾਕੀਆਂ ਦੇ ਕੀ ਵਿਚਾਰ ਆ। ਬਿਲਕੁਲ ਕਿਸੇ ਇੱਕ ਨੁਕਤੇ ਦੇ ਉੱਤੇ ਹੀ ਦੱਸ ਦੇ, ਬਾਕੀ ਦੀ ਗੱਲਾਂ ਲਿਸਟ ਦੀ ਬਾਅਦ ਦੀ ਗੱਲ ਆ। ਕੋਈ ਇੱਕ ਨੁਕਤਾ ਦੱਸੀ ਵੀ ਜਿਹਦੇ ਉੱਤੇ ਵੀ ਤੂੰ ਕਵੇਂ ਵੀ ਇਹ ਵਿਚਾਰਕ ਮਤਭੇਦ ਸੀਗੇ ਜੀ। ਬਿਲਕੁਲ ਫਿਰ ਅਸੀਂ ਕੱਢ ਕੇ ਦਿਖਾਈਏ ਵੀ ਇਹ ਵੀ ਆਹ ਦੇਖੋ ਇਸ ਨੁਕਤੇ ਉੱਤੇ ਕੀ ਬਕਵਾਸ ਹੋਈ ਆ, ਕੀ ਬਕਵਾਸ ਹੋਈ ਹੈ। ਕੋਈ ਸ਼ਰਮ ਕਰੋ, ਕੋਈ ਹਯਾ ਕਰੋ ਜੀ। ਬਿਲਕੁਲ ਭਈ ਅਜੇ ਵੀ ਜੋ ਕੁਝ ਹੋ ਗਿਆ ਉਹਦੀ ਜ਼ਿੰਮੇਵਾਰੀ ਤੁਹਾਡੀ ਬਣਦੀ ਆ, ਤੁਸੀਂ ਸਿਚੁਏਸ਼ਨ ਨੂੰ ਇਸ ਹੱਦ ਤੱਕ ਲੈ ਕੇ ਗਏ ਆ, ਔਰ ਪਤਾ ਨਹੀਂਗਾ ਵੀ ਇਹ ਵੀ ਉਹ ਕਿਹਨੇ ਕੀਤਾ ਆ। ਸਹੀ ਗੱਲ, ਕਿਉਂਕਿ ਮੈਂ ਤੇ ਇਹ ਸੋਚਦਾ ਆ ਭਈ ਜਿੰਨੇ ਬੰਦਿਆਂ ਦੇ ਖਿਲਾਫ ਉਹ ਬੰਦਾ ਅਜੇ ਤੱਕ ਹਰਕਤਾਂ ਕਰਦਾ ਰਿਹਾ ਪਿਛਲੇ 20 ਸਾਲਾਂ ਦੇ ਵਿੱਚ ਜੀ। ਬਿਲਕੁਲ ਭਈ ਉਹ ਪਤਾ ਨਹੀਂ ਵੀ ਕਿਹੜੇ ਬੰਦੇ ਆ ਵੀ ਜਿਹੜੇ ਮੌਕਾ ਤਾੜਨ ਦਾ ਇਹ ਮੌਕਾ ਤਾੜਨ। ਸਹੀ ਗੱਲ। ਸੋ ਇਹ ਤੇ ਜਿਹੜਾ ਸਰਕਾਰੀ ਪ੍ਰੋਪੇਗੈਂਡਾ ਆ ਇਧਰੋਂ ਇੰਡੀਅਨ ਏਜੰਸੀਆਂ ਦਾ, ਜਿਹਦੇ ਵਿੱਚ ਜਿਹੜੇ ਆ ਉਹ ਗਰੁੱਪ ਪੂਰੇ ਦਾ ਪੂਰਾ ਜਿਹੜਾ ਇੰਡੀਅਨਸ ਇਨ ਨਿਊਜ਼ੀਲੈਂਡ ਵਾਲਾ ਜੀ, ਉਹਦੇ ਵਿੱਚੋਂ ਤਰੁਣ ਮੈਦਾਨ ਆ ਤੇ ਹੋਰ ਜਿਹੜੇ ਬੰਦੇ ਆ ਵੀ ਜਿਹੜੇ ਇਹ ਵੀ ਆਪਣੀਆਂ ਜਾਲੀ ਆਈਡੀਆਂ ਬਣਾ ਕੇ ਤੇ ਹੁਣ ਪੂਰਾ ਹੱਕ 'ਚ ਭੁਗਤਣ ਦਏ ਆ ਨੇਕੀ ਦੇ। ਬਿਲਕੁਲ ਉਹ ਭਾਈ ਉਹ ਸਾਰੀਆਂ ਲੜੀਆਂ ਜਿਹੜੀਆਂ ਉਹ ਆਈਟੀ ਸੈੱਲ ਵਾਲੀਆਂ ਉਹ ਐਨ ਪੂਰੀਆਂ ਜੁੜਨ ਦਈਆਂ, ਜਿਹੜੇ ਉਹ ਕੈਟ ਆ ਕੇ ਤੇ ਕਮੈਂਟ ਕਰਨ ਦਏ ਆ। ਸਹੀ ਗੱਲ ਹੈ। ਉਹ ਸੁਖਦਿਆਲ ਵਰਗੇ ਤੇ ਹੋਰ ਸੁਖਦਿਆਲ ਵਰਗੇ। ਬਿਲਕੁਲ ਜੀ। ਭਾਈ ਉੱਥੋਂ ਭਾਈ ਤੁਹਾਡੀਆਂ ਕੜੀਆਂ ਸਾਰੀਆਂ ਜਿਹੜੀਆਂ ਉਹ ਜੁੜੀਆਂ ਪਈਆਂ। ਬਿਲਕੁਲ ਉੱਥੋਂ ਪਤਾ ਲੱਗਣ ਦਿਆ ਵੀ ਇਹ ਵੀ ਤੁਸੀਂ ਕਿਹੜੀ ਖੇਡ ਦੇ ਹਿੱਸਾ ਬਣ ਗਏ ਆ ਤੇ ਤੁਹਾਡੀ ਔਕਾਤ ਜਿਹੜੀ ਹੈ ਇਸ ਵੇਲੇ ਉਹ ਪਿਆਦਿਆਂ ਤੋਂ ਜ਼ਿਆਦਾ ਨਹੀਂ ਗਈ। ਤੇ ਉੱਥੋਂ ਇਹ ਵੀ ਸੋਚ ਲਓ ਹੁਣ ਵੀ ਜਦੋਂ ਮੈਂ ਇਹ ਸ਼ਬਦ ਵਰਤਿਆ ਨਾ ਔਕਾਤ, ਤੇ ਫਿਰ ਤੁਹਾਨੂੰ ਗੁੱਸਾ ਨਹੀਂ ਆਉਣਾ ਚਾਹੀਦਾ ਕਿਉਂਕਿ ਤੁਹਾਡੇ ਲਈ ਤਾਂ ਪੋਜ਼ਿਟਿਵ ਹੈ ਇਹ ਸ਼ਬਦ। ਬਿਲਕੁਲ। ਸੋ ਇਸ ਕਰਕੇ ਵੀ ਭਾਈ ਵੀ ਇਹ ਥੋੜਾ ਜਿਹਾ ਜਿਹੜਾ ਹੈ ਨਾ ਵੀ ਇਹ ਕੱਲੀ ਚੀਜ਼ ਜਿਹੜੀ ਆ ਵੀ ਇਹਨੂੰ ਵਿਚਾਰੋ, ਮੌਕਾ ਆ ਤੁਹਾਡੇ ਕੋਲੇ ਜਿਹੜਾ ਤੁਸੀਂ ਮੋਹਰੇ ਬਣ ਗਏ ਆ ਨਾ, ਕਿਸੇ ਦੇ ਪਿਆਦੇ ਬਣ ਗਏ ਆ ਭਈ ਜਿਹਨੂੰ ਅਗਲਾ ਜਦੋਂ ਮਰਜ਼ੀ ਝਟਕਾ ਕੇ ਤੇ ਗੇਮ ਜਿੱਤਣੇ ਦੀ ਗੱਲ ਕਰੇ, ਕਿਉਂਕਿ ਉਸ ਚੀਜ਼ ਤੋਂ ਬਾਹਰ ਆਓ। ਬਿਲਕੁਲ ਸਹੀ ਗੱਲ ਹੈ। ਕਿਉਂਕਿ ਭਾਜੀ ਜਿਹੜੀ ਜਦੋਂ ਏਜੰਸੀਆਂ ਦੀ ਗੱਲ ਕਰਦੇ, ਸਰਕਾਰਾਂ ਦੀ ਗੱਲ ਕਰਦੇ ਆ, ਉਹਨਾਂ ਨੂੰ ਪਿਆਦਿਆਂ ਨਾਲ ਕੋਈ ਲੈਣ ਦੇਣ ਨਹੀਂ ਹੈ। ਬਿਲਕੁਲ। ਉਹਨਾਂ ਨੂੰ ਜਦੋਂ ਦੇਖਿਆ ਨਾ ਉਹਨਾਂ ਦੇ ਟੀਚੇ ਵੱਲ ਜਾਂਦੇ ਨੂੰ ਕਿਸੇ ਪਿਆਦੇ ਦੀ ਬਲੀ ਵੀ ਦੇਣੀ ਪਵੇ ਤੇ ਉਹਨਾਂ ਨੇ 1 ਮਿੰਟ ਨਹੀਂ ਲਾਣਾ, 1 ਸਕਿੰਟ ਨਹੀਂ ਲਾਣਾ। ਉਹ ਉਹਨਾਂ ਦਾ ਬਾਦਸ਼ਾਹ ਜਿਹੜਾ ਆ ਮੋਦੀ ਜੀ, ਤੇ ਗੇਮ ਦੇ ਵਿੱਚ ਉਹਨੂੰ ਬਚਾਉਣ ਲਈ ਇਹੋ ਜਿਹੇ ਜਿਹੜੇ ਪਿਆਦੇ ਤੁਰੇ ਫਿਰਦੇ ਆ, ਉਹਨਾਂ ਦੀ ਜਿਹੜੀ ਬਲੀ ਆ ਉਹ ਦੇਣ ਲੱਗਿਆ ਉਹਨਾਂ ਨੂੰ ਮਿੰਟ ਵੀ ਨਹੀਂ ਸੋਚਣਾ ਪੈਣਾ। ਸਹੀ ਗੱਲ ਆ। ਨਹੀਂ ਬਿਲਕੁਲ ਸਹੀ ਗੱਲ ਹੈ। ਨਹੀਂ ਉਹ ਸਾਰਾ ਕੁਝ ਹੁਣ ਜਿਹੜੇ ਪ੍ਰੋਪੋਗੈਂਡੇ ਹੁਣ ਖੜੇ ਕਰ ਰਹੇ ਆ ਕਿ ਜੀ ਅਸੀਂ ਤਾਂ ਵਿਚਾਰ ਕਰਦੇ ਆ, ਅਸੀਂ ਤਾਂ ਬਹੁਤ ਸਿਆਣੇ ਆ ਜੀ, ਸਾਡੇ ਤਾਂ ਵਿਚਾਰਕ ਮਤਭੇਦ ਆ। ਭਾਈ ਇਹ
ਝੂਠ ਇਦਾਂ ਤੁਹਾਡੇ ਬੋਲੇ ਨਾਲ ਨਹੀਂ ਕਿਸੇ ਨੇ ਸਵੀਕਾਰ ਕਰ ਲੈਣਾ, ਕਿਉਂਕਿ ਉਹ ਜਿੱਥੇ ਜਿਹੜੀ ਅਖਬਾਰ ਜਿਹਨੇ ਸਟੇਟਮੈਂਟ ਦਿੱਤੀ ਹੈ ਨਾ, ਉਹਨੇ ਵੀ ਇਹੀ ਲਿਖਿਆ ਕਿ ਕੰਟਰੋਵਰਸ਼ੀਅਲ ਹੋਸਟ ਆ ਇਹ, ਤੇ ਉਹਨੇ ਇਹਦਾ ਜਿਹੜੇ ਪੁਰਾਣੀਆਂ 2 ਰੈਫਰੈਂਸ ਵੀ ਦੇ ਦਿੱਤੀਆਂ। ਇੱਕ ਤਾਂ ਜਿਹੜੀ 17 ਚ ਤੁਸੀਂ ਕੰਪਲੇਂਟ ਕੀਤੀ ਸੀ ਉਹਦੀ ਇਹਨੇ ਮਾਫੀ ਮੰਗੀ, ਉਸ ਤੋਂ ਬਾਅਦ ਜਿਹੜੀ 500 ਹੁਣ 500 ਵਾਲੀ ਵੀ ਆ ਗਈ। ਧਿਆਨ ਹੋਣਾ ਜੀ 500 ਗੁੰਡਾ ਬ੍ਰਿਗੇਡ ਜਦੋਂ ਗੱਲ ਕਰਦਾ ਆ, ਉਹ ਕਿਹੜੇ ਵਿਚਾਰਕ ਮਤਭੇਦ ਦੀ ਗੱਲ ਕਰਦਾ, ਉੱਤੇ ਵੀ ਮਾਫੀ ਮੰਗੀ ਇਹਨੇ, ਮਤਲਬ ਉੱਤੇ ਵੀ ਸਟੇਟਮੈਂਟ ਦਿੱਤੀ ਹੈ ਇਹਨੇ BSA ਵੱਲੋਂ। ਉਹ ਬਹੁਤ ਵਧੀਆ ਗੱਲ ਤੁਸੀਂ ਆ ਕੀਤੀ ਵੀ, ਕਿਉਂਕਿ ਆ ਜਿਹੜਾ ਨਾ ਕਾਰਾ ਹੋਇਆ ਆ ਉੱਥੇ ਅਮਰੀਕਾ ਦੇ ਵਿੱਚ ਜੀ, ਭਈ ਜਿਹੜੇ ਵੀ ਉੱਥੇ ਜਾ ਕੇ ਤੇ ਜਿਹੜੀ ਉੱਥੇ ਦੀ ਕਾਂਗਰਸ ਆ ਵੀ ਉਹਦੇ ਅੰਦਰ ਵੀ ਤੋੜ ਭੰਨ ਕਰਿਆ ਆ ਜੀ, ਉਹਦੇ ਵਿੱਚ ਇਸ ਵੇਲੇ ਡਿਬੇਟ ਦੇ ਵਿੱਚ ਜਿਹੜਾ ਮੇਨ ਨੁਕਤਾ ਰੱਖਿਆ ਜਾ ਰਿਹਾ ਨਾ, ਜਿਹੜਾ ਭਿੰਦੇ ਤੇਰੀ ਲੈਂਗੁਏਜ ਹੁੰਦਾ ਵਿਚਾਰਕ ਮਤਭੇਦ ਜਿਹੜੇ ਆ, ਉਹਦੇ ਵਿੱਚ ਉਹ ਇਹ ਕਹਿ ਰਹੇ ਆ ਭਈ ਵਾਇਲੈਂਸ ਜਿਹੜੀ ਆ ਉਹ ਫਰੀडम ਆਫ ਐਕਸਪ੍ਰੈਸ਼ਨ ਜਾਂ ਫਰੀडम ਆਫ ਸਪੀਚ ਦੇ ਵਿੱਚ ਨਹੀਂ ਆਉਂਦੀ। ਬਿਲਕੁਲ। ਤੇ ਆ ਜਿਹੜਾ ਤੁਹਾਡਾ ਆ ਉੱਥੇ ਨੇਕੀ ਨੂੰ ਜਿਹੜਾ ਕੁੱਟ ਕਟਾਪਾ ਹੋਇਆ ਤੇ ਹੋਰ ਸਭ ਕੁਝ, ਜਿਹਨੂੰ ਤੁਸੀਂ ਉਹਦੀ ਲੈਂਗੁਏਜ ਹੋਰ ਸਾਰਾ ਕੁਝ ਜਸਟੀਫਾਈ ਕਰਦੇ ਫਿਰਦੇ ਆ, ਉਹ ਲੈਂਗੁਏਜ ਦੇ ਵਿੱਚ ਸਵਾਏ ਵਾਇਲੈਂਸ ਤੋਂ ਹੋਰ ਹੁੰਦਾ ਕੀ ਆ? ਬਿਲਕੁਲ। ਕਿਹੜੇ ਵਿਚਾਰਕ ਮਤਭੇਦ ਹੁੰਦੇ ਆ, ਜਾਂ ਕਿਹੜਾ ਐਸਾ ਵਿਚਾਰਕ ਮਤਭੇਦ ਆ ਵੀ ਜਿਹਨੂੰ ਸਿਰਫ ਲਿੰਗੁਇਸਟਿਕ ਵਾਇਲੈਂਸ ਦੇ ਰਾਹੀਂ ਹੀ ਜਿਹੜਾ ਆ ਵੀ ਉਹ ਐਕਸਪ੍ਰੈਸ ਕੀਤਾ ਜਾ ਸਕਦਾ? ਕੋਈ ਸ਼ਰਮ ਕਰੋ ਮਾੜੀ ਮੋਟੀ। ਸਹੀ ਗੱਲ ਨਹੀਂ। ਉਹਦੇ ਵਿੱਚ ਮੈਨੂੰ ਲੱਗਦਾ ਆ ਜੇ ਮੈਂ ਗਲਤੀ ਨਹੀਂ ਕਰ ਰਿਹਾ ਤਾਂ ਫੇਸਬੁੱਕ ਵਾਲਿਆਂ ਨੇ ਟਰੰਪ ਦਾ ਅਕਾਊਂਟ ਵੀ ਡਿਲੀਟ ਕਰਤਾ, ਪਰਮਾਨੈਂਟ ਬੰਦ ਕਰ ਦਿੱਤਾ। ਟਵਿੱਟਰ ਵਾਲਿਆਂ ਨੇ ਵੀ ਪਹਿਲਾਂ ਆ ਕੇ 12 ਘੰਟੇ ਲਈ ਕੀਤਾ ਸੀ, ਅੱਛਾ ਜੀ, ਹੁਣ ਖਬਰ ਆ ਗਈ ਪੱਕਾ ਬੰਦ ਕਰ ਦਿੱਤਾ, ਕਿਉਂਕਿ ਉਹਦੇ ਜਿਹੜੀਆਂ ਸਟੇਟਮੈਂਟ ਆ, ਉਹਦੇ ਜਿਹੜੇ ਬਿਆਨ ਆ ਰਹੇ ਆ, ਉਹ ਫਿਜ਼ੀਕਲ ਵਾਇਲੈਂਸ ਨੂੰ ਲੀਡ ਕਰਨਗੇ, ਤਾਂ ਉਹਨਾਂ ਨੇ ਡਿਲੀਟ ਕਰ ਦਿੱਤਾ। ਹੁਣ ਤੁਸੀਂ ਇੱਥੇ ਬਹਿ ਕੇ ਪੰਜਾਬੀ 'ਚ ਬਕਵਾਸ ਕਰਦੇ ਆ, ਅਸੀਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ, ਜਿਹੜੀ ਬਕਵਾਸ ਤੁਸੀਂ ਪੰਜਾਬੀ 'ਚ ਕਰਦੇ ਇੱਕ ਵਾਰ ਇੰਗਲਿਸ਼ ਕਰਕੇ ਦੇਖੋ ਜਰਾ। ਹੁਣ ਤੁਹਾਨੂੰ ਅੰਗਰੇਜ਼ੀ ਚੇਤੇ ਆ ਰਹੀ ਹੈ, ਹੁਣ ਪੋਸਟ ਅੰਗਰੇਜ਼ੀ 'ਚ ਪਾ ਕੇ ਇਦਾਂ ਲੱਗੇ ਆ ਖਲਾਰਾ ਪਾਣ ਨਾ ਆਪਣੀ ਵੱਲੋਂ, ਜਿੱਦਾਂ ਇਹਨਾਂ ਨੇ ਕਿਤੇ ਬਹੁਤ। ਨਹੀਂ, ਉਹ ਵੀ ਹੁਣ ਗੱਲ ਉਹੀ ਹੈ ਨਾ ਵੀ ਅੰਗਰੇਜ਼ੀ ਦੇ ਵਿੱਚ ਕੀਤਾ ਕੀ ਜਾ ਰਿਹਾ, ਸਿੱਖਾਂ ਦੀ ਇਮੇਜ, ਸਿੱਖ ਕੌਮ ਦੀ ਇਮੇਜ ਜਿਹੜੀ ਆ ਉਹ ਖਰਾਬ ਕਰਨੇ ਲਈ ਅੰਗਰੇਜ਼ੀ ਵਰਤੀ ਜਾ ਰਹੀ ਵੀ, ਤਾਂ ਕਿ ਜਿਹੜੇ ਗੈਰ ਸਿੱਖ ਆ, ਜਿਨ੍ਹਾਂ ਨੂੰ ਕੁਝ ਨਹੀਂ ਪਤਾ ਵੀ ਮੁੱਦਾ ਹੈ ਕੀ ਆ, ਕੀ ਹੋਈ ਗਿਆ ਅਜੇ ਤੱਕ, ਵੀ ਉਹਨਾਂ ਨੂੰ ਗੁੰਮਰਾਹ ਕੀਤਾ ਜਾ ਸਕੇ। ਇੱਥੇ ਵੀ ਬੇਈਮਾਨੀ ਹੈ ਨਾ, ਪੂਰੀ ਬੇਈਮਾਨੀ ਹੈ। ਬਿਲਕੁਲ ਸਹੀ ਗੱਲ ਹੈ ਭਾਜੀ। ਇਹਦੇ ਨਾਲ ਜੁੜਦੀ ਗੱਲ ਮੈਂ ਇਹ ਵੀ ਕਹਿਦਾ ਕਿ ਤੁਸੀਂ ਉਹਨਾਂ ਨੂੰ ਬੇਵਕੂਫ ਨਾ ਸਮਝੋ, ਅਗਲਿਆਂ ਨੇ ਪੂਰੀ ਦੁਨੀਆ ਗਾਈ ਹੈ। ਬਿਲਕੁਲ ਐਵੇਂ ਤੁਸੀਂ ਸੋਚੋਗੇ ਅਸੀਂ ਇਦਾਂ ਮੈਨੂਪੂਲੇਟ ਕਰਕੇ ਇੱਥੇ ਭਾਸ਼ਾ ਉੱਪਰ ਥੱਲੇ ਕਰਕੇ ਇੰਗਲਿਸ਼ 'ਚ ਲਿਖ ਕੇ ਪੋਸਟਾਂ ਬਣਾ ਕੇ, ਉਹ ਪੁਲਿਸ ਵਾਲਿਆਂ ਦੀ ਹੈਗੀ ਆ, ਕਿਸੇ ਦੀ ਗੱਲ ਹੋਈ ਆ ਪੁਲਿਸ ਵਾਲਿਆਂ ਦੇ ਨਾਲ, ਉਹ ਕਹਿੰਦੇ ਵੀ ਸਾਡੇ ਕੋਲੇ ਪੂਰੀ ਫਾਈਲ ਬਣੀ ਪਈ ਆ। ਹਾਂਜੀ। ਤੇ ਹਾਂ ਜਿਹੜਾ ਹੁਣ ਫੋਨ ਆ ਗਿਆ ਨਾ ਹੱਥ ਜੀ, ਉਹਦੇ ਵਿੱਚੋਂ ਬਹੁਤ ਕੁਝ ਨਿਕਲਣਾ ਹੈ। ਬਿਲਕੁਲ। ਸੋ ਜਿਹੜੀਆਂ ਤੁਸੀਂ ਆ ਸਟੇਟਮੈਂਟਾਂ ਦਿੰਨੇ ਫਿਰਦੇ ਆ ਨਾ ਵੀ ਇਹ ਨਿਊਜ਼ੀਲੈਂਡ ਦੀ ਜਿਹੜੀ ਕ੍ਰਿਮੀਨਲ ਇਨਵੈਸਟੀਗੇਸ਼ਨ ਬ੍ਰਾਂਚ ਆ, ਉਹ ਵੀ ਉਹਨਾਂ ਕੋਲੇ ਪਈ ਆ ਸਾਰੀ। ਸਹੀ ਗੱਲ। ਵੀ ਕਿਹੜੀ ਕ੍ਰਿਮੀਨਲ ਇਨਵੈਸਟੀਗੇਸ਼ਨ ਬ੍ਰਾਂਚ ਜਿਹੜੀ ਇਹ ਇਨਵੈਸਟੀਗੇਟ ਕਰਦੀ ਪਈ ਆ, ਤੇ ਉਹ ਜਿਹੜੀਆਂ ਇਦਾਂ ਦੀ ਤੁਸੀਂ ਦੇਈ ਜਾਂਦੇ ਨਾ ਸਟੇਟਮੈਂਟਾਂ, ਔਰ ਜਿਹੜਾ ਤੁਹਾਡਾ ਡਰ ਆ ਜਿਹਦੇ ਵਿੱਚ ਵੀ ਤੁਸੀਂ ਇਹ ਰੇਡੀਓ ਤੇ ਪ੍ਰੋਗਰਾਮ ਕਰਨੋਂ ਵੀ ਇਹ ਘਰੇ ਬੈਠੇ ਆ, ਉਹ ਵੀ ਉਹਨਾਂ ਨੂੰ ਪਤਾ ਆ ਵੀ ਭਾਈ ਵੀ ਇਹ ਵੀ ਬਹਾਨਾ ਲਾ ਕੇ ਵੀ ਕਿੱਦਾਂ ਤੁਸੀਂ ਇਹ ਉੱਥੇ ਬਹਿ ਕੇ ਤੇ ਇਸ ਚੀਜ਼ ਨੂੰ ਪ੍ਰੀਵੈਂਟ ਕਰ ਰਹੇ ਆ ਵੀ ਜਿਹੜੇ ਤੁਹਾਡੇ ਮਗਰ ਲੱਗ ਕੇ ਤੇ ਜੋ ਉਹਨਾਂ ਨੇ ਉੱਥੇ ਰੇਡੀਓ ਤੇ ਆ ਕੇ ਬਕਵਾਸ ਕਰਨੀ ਸੀ, ਤੇ ਤੁਸੀਂ ਉਹ ਤੋਂ ਡਰਦੇ ਇਹ ਵੀ ਘਰੇ ਬੈਠੇ ਹੋਏ ਆ। ਕਿਉਂਕਿ ਜਿੱਦਣ ਤੁਸੀਂ ਬੈਠੇ ਰੇਡੀਓ ਦੇ ਉੱਤੇ ਆ ਕੇ ਜਿਹੜੀਆਂ ਦੁਬਾਰਾ ਬੜਕਾਂ ਵੱਜਣੀਆਂ ਉਹ ਸਾਰੀਆਂ ਦੀਆਂ ਸਾਰੀਆਂ ਤੁਹਾਡੇ ਅਗੇਂਸਟ ਜਾਣੀਆਂ। ਸੋ ਇਸ ਕਰਕੇ ਵੀ ਜਿਹੜੇ ਕਹਿੰਦੇ ਨਾ ਵੀ ਟਾਈਗਰ ਜਿੰਦਾ ਹੈ, ਉਹ ਜਦੋਂ ਟਾਈਗਰ ਵਾਪਸ ਆਇਆ ਨਾ ਉਦੋਂ ਦੇਖਿਓ ਵੀ ਇਹ ਵੀ ਉਹ ਬਿੱਲੀ ਜਿੰਨਾ ਹੋਣਾ, ਕਿਉਂਕਿ ਉਹਨੂੰ ਵੀ ਪਤਾ ਹੋਣਾ ਆ ਭਈ ਜਦੋਂ ਹੁਣ ਜਿਹੜੀ ਵਾਇਲੈਂਸ, ਵਰਬਲ ਵਾਇਲੈਂਸ ਪਹਿਲਾਂ ਹੋਈ ਆ, ਜੇ ਹੁਣ ਵੀ ਉਹੀ ਹੋਈ ਤੇ ਸਿਰ ਦੇ ਉੱਤੇ ਪੁਲਿਸ ਦਾ ਡੰਡਾ ਹੁਣ ਲਮਕਦਾ ਪਿਆ। ਹੁਣ ਉਹ ਪਹਿਲੇ ਵਾਲੀ ਹਾਲਤ ਨਹੀਂ ਰਹੀ। ਨਾ ਉਹ ਤਾਂ ਡਰੇ ਤਾਂ ਵਿਚਾਰੇ ਇੰਨੇ ਪਿਆ, ਸੁਣਨ ਚ ਤੇ ਵੀ ਆ ਰਿਹਾ ਕਿ ਉਹ ਉੱਥੇ ਬਲਜਿੰਦਰ ਕਹਿੰਦੇ ਸਟੇਜ ਤੇ ਚੜਿਆ, ਪਤਾ ਨਹੀਂ ਇੱਕ ਅੱਧੇ ਮਿੰਟ ਲਈ 3 ਬੰਦੇ ਮਗਰ ਖੜੇ ਕਰਕੇ, ਯਾਨੀ ਆਪਣੇ ਗੁਰਦੁਆਰੇ ਦੇ ਅੰਦਰ, ਆਪਣੇ ਗੁਰਦੁਆਰੇ ਦੀ ਸਟੇਜ ਦੇ ਉੱਤੇ ਖੜੇ ਹੋਣ ਲਈ ਵੀ 3 ਗਾਰਡ ਮਗਰ ਖੜੇ ਕਰਨੇ ਪੈਂਦੇ ਤੁਹਾਨੂੰ ਜੀ। ਬਿਲਕੁਲ। ਬੜਕਾ ਮਾਰਦੇ ਤੁਸੀਂ ਏਦਾਂ ਫਿਰਦੇ ਆ ਵੀ ਜਿੱਦਾਂ ਬੜੇ ਮਹਾਰਥੀ ਹੁੰਨੇ ਆ। ਬਿਲਕੁਲ। ਨਹੀਂ ਇਹਨੂੰ ਜਦੋਂ ਭਿੰਦੇ ਦੱਸੀ ਜਰਾ, ਜਦੋਂ ਇਹ ਹਰਨੇਕ ਬੋਲਦਾ ਹੁੰਦਾ ਸੀਗਾ, ਮੈਂ ਬੱਖੀ ਉਹਦੇ ਦੂੰ, ਮੈਂ ਲੱਤਾਂ ਨੇ ਭਾਰ ਨਹੀਂ ਚੱਲਣਾ, ਤੇ ਮੈਂ ਦੌੜਾ ਕੇ ਮਾਰੂ, ਪਤਾ ਨਹੀਂ ਹੁਣ ਕਿਹੋ ਜਿਹੀਆਂ ਥ੍ਰੈਟ ਕਰਦਾ ਹੁੰਦਾ ਸੀਗਾ। ਕੰਕਰੀਟ ਦੇ ਮੇਰੇ ਹੱਥ ਆ ਉਹ ਹੈਗਾ ਸਭ ਕੁਝ ਅਜੇ ਵੀ ਕਿ ਉਹ ਬਦਲ ਗਿਆ ਭਾਈ। ਬਿਲਕੁਲ। ਤੇ ਆ ਰੀਸੈਂਟਲੀ ਜਿਹੜੀ 500 ਬੰਦੇ ਦੀ ਧਮਕੀ ਦਿੱਤੀ, ਕਹਿੰਦਾ ਪਤਾ ਨਹੀਂ, ਕਹਿੰਦਾ ਮੈਂ ਬੇਨਤੀ ਕਰ ਰਿਹਾ ਲੇਕਿਨ ਮੰਨੋ ਧਮਕੀ ਕਰ ਰਿਹਾ, ਪਤਾ ਨਹੀਂ ਮੰਨੋ ਬੇਨਤੀ, ਇਦਾਂ ਕੁਝ ਬੋਲਿਆ ਆ। ਕਈ ਕੁਝ ਕਹਿ ਗਿਆ, ਯਾਨੀ ਕਿ 500 ਬੰਦਿਆਂ ਦੀ ਗੁੰਡਾ ਬ੍ਰਿਗੇਡ ਇਦਾਂ ਦਗੜ। ਇਹ ਭਿੰਦੇ ਦੱਸੀ ਜਰਾ ਇਹ ਕੀ ਸੀਗਾ? ਇਹ ਵਰਬਲ ਵਾਇਲੈਂਸ ਸੀਗੀ ਕਿ ਕੀ ਸੀਗਾ? ਇਹ ਕਿਹੜੇ ਕਾਨੂੰਨ ਦੇ ਅੰਦਰ ਆਂਦਾ ਸੀਗਾ? ਹੁਣ ਤੁਹਾਨੂੰ ਸਾਰੇ ਕਾਨੂੰਨ ਚੇਤੇ ਆ ਰਹੇ ਆ। ਇਹਦੀ ਅੰਗਰੇਜ਼ੀ ਭਰਾਵਾ ਉੱਥੇ ਹੋ ਕੇ ਤੇ ਪਈ ਆ ਨਿਊਜ਼ੀਲੈਂਡ ਹੈਰਲਡ ਦੇ ਵਿੱਚ। ਆਹੋ।
ਔਰ ਉਹਨਾਂ ਨੇ ਕਿਹਾ ਆ ਵੀ ਇਹ ਸਾਰਾ ਕੁਝ ਜਿਹੜਾ ਆ ਵੀ ਇਹ ਵਰਬਲ ਵਾਇਲੈਂਸ ਜਿਹੜੀ ਆ ਵੀ ਉਹ ਪ੍ਰਮੋਟ ਕੀਤੀ ਜਾ ਰਹੀ ਆ ਉਹ ਇੱਥੇ ਜੋ ਤੁਸੀਂ ਪੰਜਾਬ 'ਚ ਕਰਨਾ ਚਾਹੁੰਦੇ ਸੀ ਉਹ ਇੱਥੇ ਨਿਊਜ਼ੀਲੈਂਡ ਬਾਰੇ ਕਹਿ ਕੇ ਦੇਖੋ ਜਰਾ। ਬਿਲਕੁਲ, ਫਿਰ ਤੁਹਾਨੂੰ ਪਤਾ ਲੱਗੂਗਾ ਵੀ ਕਿੰਨਾ ਕੁ ਫਰੀਡਮ ਆਫ ਸਪੀਚ ਤੁਹਾਡੇ ਕੋਲੇ ਹੈਗੀ ਆ। ਨਾ ਭਿੰਦਰ ਨੇ ਇੱਕ ਹੋਰ ਭਾਜੀ ਇੱਕ ਪੋਸਟ ਪਾਈ ਹੈ, ਕਿਉਂਕਿ ਟਿਕਦੇ ਤਾਂ ਹੈ ਨਹੀਂਗੇ, ਪੋਸਟ ਪਾਈ ਹੈ ਕਿ ਜੇਕਰ ਧਰਮ ਹੁਣ ਮਤਲਬ ਪੋਸਟਾਂ ਦੇਖਿਓ ਇਹਨਾਂ ਦੀਆਂ ਕਿ ਜੇਕਰ ਧਰਮ ਦੀ 2 ਸ਼ਬਦਾਂ ਵਿੱਚ ਪਰਿਭਾਸ਼ਾ ਘੜਨੀ ਹੋਵੇ ਤਾਂ ਸੋਹਣਾ ਸਮਾਜ ਬਣਾਉਣਾ ਹੈ। ਅੱਛਾ, ਠੀਕ ਹੈ ਜੀ, ਇਹ ਸੋਹਣਾ ਸਮਾਜ ਬਣਾ ਰਹੇ ਹੁਣ। ਹਾਂਜੀ, ਬਿਲਕੁਲ ਉਹੀ ਗੱਲ ਹੈ। ਹੁਣ ਤੁਸੀਂ ਆਪਣੇ ਕਰਮ ਦੇਖ ਲਓ, ਆਪਣੇ ਕੰਮ ਦੇਖ ਲਓ, ਜੋ ਤੁਸੀਂ ਉੱਥੇ ਬਹਿ ਕੇ ਪ੍ਰੋਗਰਾਮਾਂ 'ਚ ਬੋਲਦੇ ਆ ਉਹ ਦੇਖ ਲਵੋ, ਉਹ ਸੁਣ ਲਓ, ਦੁਬਾਰਾ ਵਿਚਾਰ ਲਓ ਤੇ ਤੁਸੀਂ ਆਪਣੇ ਆਪ ਨੂੰ ਸਵਾਲ ਕਰ ਲਓ ਕਿ ਤੁਸੀਂ ਸੋਹਣਾ ਸਮਾਜ ਬਣਾ ਰਹੇ ਹੋ ਕਿ ਉੱਥੇ ਬਹਿ ਕੇ ਕੀ। ਇਹ ਆਪ ਕਹਿੰਦੇ ਹੁੰਦੇ ਨਾ ਭਾਜੀ, ਇਹ ਹਰਨੇਕ ਕਹਿੰਦਾ ਹੁੰਦਾ ਸੀਗਾ ਮਤਲਬ ਬਾਕੀਆਂ ਨੂੰ ਬਲੇਮ ਕਰਕੇ ਕਿ ਨਿਊਜ਼ੀਲੈਂਡ ਵਰਗੇ ਮੁਲਕ ਨੂੰ ਨਰਕ ਨਾ ਬਣਾਓ। ਨਰਕ ਤਾਂ ਭਰਾਵਾ ਤੁਸੀਂ ਬਣਾਇਆ ਹੈ ਇਸ ਮੁਲਕ ਨੂੰ। ਬਿਲਕੁਲ ਜਿਹੜੀ ਉੱਥੇ ਬਹਿ ਕੇ ਤੁਹਾਡੇ ਜਿੱਦਾਂ ਕਹਿੰਦੇ ਨਾ ਬਾਂਦਰ ਹੱਥ ਬੰਦੂਕ ਆ ਗਈ, ਉਹ ਤੁਹਾਡੇ ਹੱਥ ਲੱਗ ਗਿਆ ਰੇਡੀਓ ਤੇ ਉੱਥੇ ਬਹਿ ਕੇ ਜੋ ਤੁਹਾਡਾ ਦਿਲ ਕਰਦਾ ਆ ਤੁਸੀਂ ਉੱਥੇ ਬਹਿ ਕੇ ਪੁੱਠਾ ਸਿੱਧਾ ਬੋਲਦੇ ਆ, ਬਕਵਾਸ ਕਰਦੇ ਆ। ਨੀਵੇਂ ਪੱਧਰ ਤੇ ਜਾ ਕੇ ਤੁਸੀਂ ਲੋਕਾਂ ਨੂੰ ਟਾਰਗੇਟ ਕਰਦੇ ਆ, ਬੀਬੀਆਂ ਨੂੰ ਟਾਰਗੇਟ ਕਰਦੇ ਆ, ਬੱਚਿਆਂ ਨੂੰ ਟਾਰਗੇਟ ਕਰਦੇ ਹੈਗੇ ਆ। ਤੇ ਉਹ ਸਾਰਾ ਕੁਝ ਵੀ ਆਪਣੇ ਧਿਆਨ 'ਚ ਰੱਖੋ, ਨਾਲੇ ਇਹ ਭੁਲੇਖੇ 'ਚ ਨਾ ਰਹੋ ਕਿ ਤੁਸੀਂ ਇਦਾਂ ਕਹਿ ਦੇਣਾ ਤੇ ਲੋਕਾਂ ਨੇ ਮੰਨ ਲੈਣਾ ਹੈ। ਬਿਲਕੁਲ, ਦੁਬਾਰਾ ਫੇਰ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਬੇਨਤੀ ਆ ਤੁਹਾਨੂੰ, ਵੀ ਮੌਕਾ ਆ ਤੁਹਾਡੇ ਕੋਲੇ ਜੀ, ਵੀ ਤੁਹਾਨੂੰ ਅਗਲਿਆਂ ਨੇ ਪਿਆਦੇ ਬਣਾ ਕੇ ਆਪਣੀ ਖੇਡ ਦਾ ਹਿੱਸਾ ਬਣਾ ਲਿਆ। ਬਿਲਕੁਲ, ਔਰ ਜਿੱਦਾਂ ਉਹ ਉਹਨਾਂ ਨੂੰ ਲੋੜ ਪੈਣੀ ਆ ਉਦਾਂ ਹੀ ਉਹਨਾਂ ਨੇ ਤੁਹਾਡੇ ਛਿੱਤਰ ਵੀ ਪਵਾ ਦੇਣੇ ਆ, ਉਦਾਂ ਹੀ ਹੋਰ ਪਤਾ ਨਹੀਂ ਕਿਸ ਹੱਦ ਤੱਕ ਅਗਲਿਆਂ ਨੇ ਤੁਹਾਨੂੰ ਵਰਤਣਾ ਹੈ। ਬਿਲਕੁਲ। ਸੋ ਆਪਣੀ ਜਿਹੜੀ ਇੰਡੀਪੈਂਡੈਂਸ ਆ, ਆਪਣੀ ਜਿਹੜੀ ਖੁਦ ਮੁਖਤਿਆਰੀ ਆ, ਉਹਨੂੰ ਕਾਇਮ ਕਰੋ। ਬਿਲਕੁਲ, ਨਹੀਂ ਤਾਂ ਇਸ ਵੇਲੇ ਤੁਸੀਂ ਕਿਸੇ ਹੋਰ ਦੀ ਖੇਡ ਦੇ ਵਿੱਚ ਬੜੇ ਛੋਟੇ ਪੱਧਰ ਦੇ ਪਿਆਦੇ ਤੋਂ ਇਲਾਵਾ ਹੋਰ ਕੱਖ ਨਹੀਂ ਹੈਗੇ। ਜਿੰਨਾ ਮਰਜ਼ੀ ਤੁਸੀਂ ਕਰੀ ਚੱਲੋ, ਜੋ ਮਰਜ਼ੀ ਬੜਕਾ ਮਾਰ ਲਓ, ਜੋ ਮਰਜ਼ੀ ਕਰ ਲਓ, ਵੀ ਇਹ ਵੀ ਤੁਹਾਡਾ ਆ ਕੇ 3 ਲੱਖ ਹੋ ਗਿਆ ਸਬਸਕ੍ਰਾਈਬਰ ਤੇ 4 ਲੱਖ ਹੋ ਗਿਆ। ਹੁਣ ਇੰਨੀ ਕੀ ਗੱਲ ਦੇਖ ਲਿਓ ਭਈ ਇਹ ਵੀ ਜਿਹੜਾ ਜੇ ਤੁਸੀਂ ਵਾਕਈ ਮਤਲਬ ਵੀ ਇਸ ਚੀਜ਼ ਦੇ ਉੱਤੇ ਮਾਣ ਕਰਦੇ ਆ ਜੀ, ਹਰਨੇਕ ਸਿੰਘ ਦੀ ਜਿਹੜੀ YouTube ਦੀ ID ਸੀ ਓਰੀਜਨਲ, ਜਦੋਂ ਆਪਾਂ ਤੁਹਾਨੂੰ ਚੇਤੇ ਆ ਵੀ ਢੱਡਰੀਆਂ ਵਾਲੇ ਦਾ ਤੇ ਬੱਬੂ ਮਾਨ ਦਾ ਪੰਗਾ ਪਿਆ ਸੀ, ਬਿਲਕੁਲ ਉਸ ਵੇਲੇ ਆਪਾਂ ਡਿਸਕਸ਼ਨ ਦੀਆਂ 2-3 ਜਿਹੜੀਆਂ ਵੀਡੀਓ ਉਹ ਕੱਢੀਆਂ ਜੀ। ਉਹ ਵੀਡੀਓ ਜਿਸ ID ਤੋਂ ਹਰਨੇਕ ਸਿੰਘ ਨੇ YouTube ਦੇ ਉੱਤੇ ਸ਼ੇਅਰ ਕੀਤੀਆਂ ਸੀ, ਉਹ ID ਨਹੀਂ ਗੀ ਜਿਹਦੀਆਂ ਦੂਸਰੇ ਸਬਸਕ੍ਰਾਈਬਰ ਵਧੇ ਆ। ਉਹ ID ਜਿਹੜੀ ਆ ਤਕਰੀਬਨ ਕਹਿ ਲਓ ਵੀ ਸਾਲ ਕੁ ਪਹਿਲਾਂ ਤੱਕ, 7-8 ਮਹੀਨੇ ਪਹਿਲਾਂ ਤੱਕ ਉਹ ID ਚੱਲਦੀ ਸੀ, ਉਹਦਾ ਉਦੋਂ ਤੱਕ ਵੀ 750 ਸਬਸਕ੍ਰਾਈਬਰ ਸੀ। ਠੀਕ ਹੈ ਜੀ। ਜਿਹੜਾ ਨਵੀਂ ID ਬਣਾਈ ਗਈ 2017 ਦੀ ਜੂਨ ਜੁਲਾਈ ਦੇ ਵਿੱਚ, ਇੱਕ ਦਿਨ ਦੇ ਵਿੱਚ 2-2000 3-3000 ਸਬਸਕ੍ਰਾਈਬਰ ਵਧਿਆ। ਬਿਲਕੁਲ ਇਦਾਂ ਹੀ ਹੋ ਰਿਹਾ ਸੀਗਾ। ਸੋ ਉਹ ਪੱਕੀ ਗੱਲ ਆ ਵੀ ਉਸ ID ਦਾ ਕੰਟਰੋਲ ਇਹਨਾਂ ਦੇ ਕੋਲੇ ਹੈ ਵੀ ਨਹੀਂ ਹੈਗਾ। ਉਹ IT ਸੈੱਲ ਜਿਹਨੇ ਐਸਟੈਬਲਿਸ਼ ਕੀਤੀ ਆ, ਉਹ ਸਾਰੇ ਦਾ ਸਾਰਾ ਕੰਟਰੋਲ ਉਹਨਾਂ ਕੋਲੇ ਆ। ਬਿਲਕੁਲ। ਸੋ ਤੁਸੀਂ ਜਿੰਨੀਆਂ ਮਰਜ਼ੀ ਫੂਕਾ ਛੱਗੀ ਚੱਲੋ ਭਾਈ। ਬਿਲਕੁਲ ਭਾਈ। ਨਹੀਂ ਹੁਣ ਦੱਸ ਦੋ ਕੌਣ ਪਾ ਰਿਹਾ ਆ? ਉਹ ਹਰਨੇਕ ਸਿੰਘ ਤਾਂ ਹਸਪੀਟਲ ਬੈਠਾ ਆ, ਹਸਪੀਟਲ ਪਿਆ ਹੋਇਆ ਆ। ਹੁਣ ਰਾਤ ਨੂੰ 11 ਵਜੇ ਕਦੀ 11 ਵਜੇ ਕਦੇ 1 ਵਜੇ ਦਾ ਵੀਡੀਓ ਪਈ ਜਾਂਦੀ ਆ, ਉਹ ਕੌਣ ਪਾ ਰਿਹਾ? ਬਿਲਕੁਲ, ਨਾਲੇ ਗੱਲ ਸਿੱਧੀ ਜਿਹੀ ਆ ਵੀ ਇਹ IT ਸੈੱਲ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਪਈ ਕੰਮ ਕਰਨੇ ਦਾ ਤਰੀਕਾ ਆ। ਬਿਲਕੁਲ। ਉਹ ਜਿਹੜੀਆਂ ਵੀ ਆਈਡੀਆਂ ਬਣਾਉਂਦੇ ਆ ਉਹਨਾਂ ਦਾ ਕੰਟਰੋਲ ਉਹਨਾਂ ਦੇ ਕੋਲੇ ਹੁੰਦਾ ਹੈ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਆ ਭਾਈ ਵੀ ਜਦੋਂ ਇਹ ਘੋੜਾ ਬਿਦਕ ਗਿਆ, ਬਿਲਕੁਲ ਭਈ ਜੇ ਕੱਲ ਨੂੰ ਵੀ ਬਦਲ ਕੇ ਉਹੀ ਜਿਹੜੀ ਆਈਡੀ ਦੇ ਅਸੀਂ 4-5 ਲੱਖ ਮਿਲੀਅਨ ਸਬਸਕ੍ਰਾਈਬਰ ਬਣਾਏ ਆ, ਜਦੋਂ ਉਹੀ ਸਾਡੇ ਖਿਲਾਫ ਭੁਗਤਣ ਲੱਗ ਪਿਆ, ਅਸੀਂ ਕੀ ਕਰਾਂਗੇ? ਤਾਂ ਉਹ ਕਦੀ ਵੀ ਕੰਟਰੋਲ ਜਿਹੜਾ ਆ ਉਹ ਕਿਸੇ ਦੇ ਹੱਥ ਦਿੰਦੇ ਨਹੀਂ ਦਿੰਦੇ। ਨਹੀਂ ਇਦਾਂ ਹੀ ਹੈ, ਸਹੀ ਗੱਲ ਹੈ ਭਾਜੀ। ਹੁਣ ਇਹਨਾਂ ਨੂੰ ਇਹ ਵੀ ਹੋ ਗਿਆ ਨਾ, ਹੁਣ ਤਦੀ ਲਖਵੀਰ ਸਿੰਘ ਨੇ ਆਪਣੀ ਇੱਕ ਵੱਖਰੀ ਆਈਡੀ ਬਣਾ ਲਈ। ਹੁਣ ਉਹਦਾ ਵੀ ਪਤਾ ਨਹੀਂ ਕੰਟਰੋਲ ਲਖਵੀਰ ਸਿੰਘ ਕੋਲ ਹੈ, ਨਵੇਂ IT ਸੈੱਲ ਦੇ ਕੋਲੇ ਨਵੇਂ IT ਸੈੱਲ ਦੇ ਕੋਲ ਆ। ਮੈਨੂੰ ਤਾਂ ਇਹ ਗੱਲ ਠੜਕਦੀ ਸੀਗੀ ਕਿ ਹੁਣ ਲਖਵੀਰ ਸਿੰਘ ਨੂੰ ਇਹ ਹੋ ਗਿਆ ਹੋਣਾ ਭਾਈ ਹਰਨੇਕ ਸਿੰਘ ਦੇ YouTube ਤੇ ਅਸੀਂ ਵੀਡੀਓ ਪਾਈ ਜਾਂਦੇ ਆ, ਮਿਹਨਤ ਸਾਰੀ ਮੇਰੀ, ਪੈਸੇ ਉਹ ਕਮਾਈ ਜਾਂਦਾ ਆ। ਇਦਾਂ ਹੀ ਘੱਗਾ ਜੀ ਨੂੰ ਹੋ ਗਿਆ, ਇਦਾਂ ਹੀ ਘੱਗਾ ਜੀ ਨੂੰ ਭਾਈ। ਉਹ ਘੱਗਾ ਜੀ ਵੀ ਸਟੇਟਮੈਂਟਾਂ ਦਿੰਦੇ ਫਿਰਦੇ ਆ ਵੀ ਉਹ ਬੁੱਢੇ ਬਾਰੇ ਵੈਸੇ ਵੀ ਹੁਣ ਚਲੋ ਕਹਿਣ ਨੂੰ ਜੀ ਨਹੀਂ ਕਰਦਾ ਸਖਤ ਸ਼ਬਦ, ਪਰ ਮਾੜੀ ਮੋਟੀ ਸ਼ਰਮ ਕਰ ਲੈਣ ਇਹ ਭਈ ਆਪਣਾ ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ ਹੋਣਾ ਨੂੰ ਕਹਿੰਦੇ ਆ ਜੀ ਭਈ ਅਖੇ ਹਮਲਾਵਰਾਂ ਦੀ ਸਪੋਰਟ ਨਾ ਕਰੋ। ਬਿਲਕੁਲ ਭਈ ਜਿਹੜੇ ਸਰੀਰਕ ਤੌਰ ਤੇ ਹਮਲਾਵਰ ਇੱਕ ਵਾਰੀ ਹੋ ਕੇ ਆਏ ਜੀ, ਉਹਨਾਂ ਦੀ ਸਪੋਰਟ ਤੁਹਾਨੂੰ ਚੁੱਭ ਰਹੀ ਆ। ਜਿਹੜਾ ਨਿਤ ਦਿਹਾੜੀ ਬਹਿ ਕੇ ਵਰਬਲ ਵਾਇਲੈਂਸ ਜਿਹੜੀ ਆ ਭਈ ਹਿੰਸਾ ਕਰਨ ਦਿਆ ਸੀਗਾ, ਸ਼ਬਦੀ ਹਿੰਸਾ ਜਿਹੜੀ ਆ ਵੀ ਉਹ ਨਿਤ ਕਰਨ ਦਿਆ, ਬਿਲਕੁਲ ਉਹਦੀ ਸਪੋਰਟ ਦੇ ਵਿੱਚ ਤੁਸੀਂ ਕਿੰਨੇ ਚਿਰ ਤੋਂ ਖੜੇ ਆ? ਨਵਦੀਪ ਕੌਰ ਕਿੰਨੀ ਚਿਰ ਤੋਂ ਖੜੀ ਆ? ਬਿਲਕੁਲ ਜੀ, ਬਿਲਕੁਲ। ਉਹਦੇ ਬਾਰੇ ਵੀ ਮਾੜੇ ਮੋਟੇ ਬਿਆਨ ਦਿਓ। ਨਹੀਂ ਮਤਲਬ
ਹੈਰਾਨੀ ਤਾਂ ਨਹੀਂ ਹੈਗੀ, ਖੈਰ ਮਤਲਬ ਕਿੱਦਾਂ ਇਹ ਬੰਦੇ ਕਿੰਨੇ ਬੇਸ਼ਰਮ ਹੈ ਨਾ ਭਾਜੀ। ਹੁਣ ਇਦਾਂ ਜਿੱਦਾਂ ਨਿਕਲ ਕੇ ਬਾਹਰ ਆ ਰਹੇ ਹੈ, ਜਿੱਦਾਂ ਕਿ ਬਹੁਤ ਕਿਤੇ ਇਦਾਂ ਜੱਗੋ ਤੇਰਵੀਂ ਹੋਈ ਹੈ, ਤੇ ਹੁਣ ਅਸੀਂ ਫਟਾਫਟ ਆਪਣੇ ਬਿਆਨ ਦੇ ਦਈਏ। ਇੰਨੇ ਸਾਲ ਤੋਂ ਲਗਭਗ 4-5 ਸਾਲ ਤੋਂ ਉੱਥੇ ਬਹਿ ਕੇ ਉਹ ਇੰਨੇ ਨੀਵੇਂ ਪੱਧਰ ਦੀਆਂ ਟਿੱਪਣੀਆਂ ਕਰਦਾ ਆ ਬੀਬੀਆਂ ਬਾਰੇ, ਬੱਚਿਆਂ ਬਾਰੇ, ਪਰਿਵਾਰਾਂ ਬਾਰੇ, ਫਿਰ ਉਸ ਤੋਂ ਬਾਅਦ ਗੁਰੂ ਸਾਹਿਬਾਨ ਬਾਰੇ, ਹੈ ਨਾ, ਗੁਰੂ ਗ੍ਰੰਥ ਸਾਹਿਬ ਬਾਰੇ, ਇਤਿਹਾਸ ਬਾਰੇ, ਸਿੱਖ ਇਤਿਹਾਸ ਬਾਰੇ, ਸਿੱਖ ਸ਼ਖਸੀਅਤਾਂ ਬਾਰੇ ਜਿਹੜੀਆਂ ਹੈਗੀਆਂ, ਬਾਬਾ ਦੀਪ ਸਿੰਘ ਹੋ ਗਏ। ਹੁਣ ਜਦੋਂ ਮਾਤਾ ਸਾਹਿਬ ਕੌਰ ਜੀ ਬਾਰੇ ਇਹਨੇ ਨੀਵੇਂ ਮਤਲਬ ਇੰਨੇ ਘਟੀਆ ਪੱਧਰ 'ਤੇ ਜਾ ਕੇ ਟਿੱਪਣੀਆਂ ਕੀਤੀਆਂ ਆ, ਉਹ ਇਹਨਾਂ ਨੂੰ ਦਿਖੀਆਂ ਹੀ ਨਹੀਂ, ਦਿਖੀਆਂ ਹੀ ਨਹੀਂ ਅਜੇ ਤੱਕ। ਕਮਾਲ ਹੀ ਹੈ ਨਾ। ਨਾਲੇ ਕੱਗਾ ਜੀ ਮਾੜਾ ਜਿਹਾ ਇੰਨਾ ਹੀ ਜਵਾਬ ਦੇ ਦਿਓ ਭਈ ਜਦੋਂ ਤੁਹਾਡੇ ਉੱਤੇ ਹਮਲਾਵਰ ਹੋ ਕੇ ਆਏ ਆ, ਤੁਹਾਡੀ ਅਸੀਂ ਸਾਰਿਆਂ ਨੇ ਸਪੋਰਟ ਕੀਤੀ ਆ। ਬਿਲਕੁਲ। ਕਿਉਂ ਕੀਤੀ ਭਲਾ? ਤੁਸੀਂ ਵੀ ਤਾਂ ਸਵਾਲ ਹੀ ਕਰਦੇ ਸੀ ਨਾ ਭਈ ਸਵਾਲ ਕਰਨੇ ਦਾ ਹੱਕ ਅਸੀਂ ਤੇ ਸਾਰਿਆਂ ਦਾ ਮੰਨਦੇ ਆ ਵੀ ਹੈਗਾ, ਪਰ ਸੱਭਿਅਕ ਭਾਸ਼ਾ ਦੇ ਵਿੱਚ। ਬਿਲਕੁਲ। ਅਜੇ ਤੁਹਾਡੀ ਭਾਸ਼ਾ ਤੇ ਤੁਹਾਡੀ ਸ਼ਬਦਾਵਲੀ ਦੇ ਉੱਤੇ ਵੀ ਬਹੁਤ ਜਣਿਆਂ ਨੂੰ ਕਿੰਤੂ ਆ, ਵਿੱਚ ਮੈਨੂੰ ਵੀ ਹੈਗਾ ਕਈ ਥਾਵਾਂ ਦੇ ਉੱਤੇ, ਪਰ ਫਿਰ ਵੀ ਅਸੀਂ ਤੁਹਾਡਾ ਸਵਾਲ ਕਰਨੇ ਦਾ ਹੱਕ ਜਿਹੜਾ ਆ ਉਹਦੇ ਵਿੱਚ ਜੇ ਕੋਈ ਗੁੰਡਾਗਰਦੀ ਕਰਕੇ ਤੁਹਾਨੂੰ ਚੁੱਪ ਕਰਾਉਣਾ ਚਾਹੁੰਦਾ ਤੇ ਅਸੀਂ ਉਹਦੇ ਖਿਲਾਫ ਖੜੇ ਹੋਏ ਆ। ਬਿਲਕੁਲ। ਹੁਣ ਤੁਸੀਂ ਕਮ ਸੇ ਕਮ ਇੰਨਾ ਕੁ ਸੋਚ ਲਓ ਵੀ ਜੇ ਇਸ ਬੰਦੇ ਦੇ ਖਿਲਾਫ ਅਸੀਂ ਖੜੇ ਆ, ਜੇ ਇਸ ਬੰਦੇ ਨੂੰ ਅਸੀਂ ਮਾੜਾ ਕਹਿ ਰਹੇ ਆ ਤੇ ਕਾਰਨ ਕੀ ਆ ਉਹਦਾ? ਤੁਸੀਂ ਕਦੀ ਸੁਣਿਆ ਨਹੀਂ ਇਹ, ਤੇ ਅਸੀਂ ਮੰਨ ਨਹੀਂ ਸਕਦੇ ਵੀ ਤੁਹਾਨੂੰ ਪਤਾ ਨਹੀਂਗਾ ਵੀ ਉਹ ਕੀ ਬੋਲ ਰਿਹਾ, ਕੀ ਬੋਲਦਾ ਆ। ਸੋ ਫੇਰ ਸਾਰਾ ਕੁਝ ਉਹਦਾ ਬਕਵਾਸ ਉਹਦੀ ਜਿਹੜੀ ਆ ਵੀ ਉਹ ਜਾਣਦਿਆਂ ਹੋਇਆ ਤੁਸੀਂ ਜਦੋਂ ਇਹੋ ਜਿਹੇ ਬਿਆਨ ਦਿੰਦੇ ਆ, ਜਦੋਂ ਨਵਦੀਪ ਕੌਰ ਏਡੇ ਏਡੇ ਲੇਖ ਲਿਖਦੀ ਆ ਉਹਦੇ ਹੱਕ ਦੇ ਵਿੱਚ, ਜਦੋਂ ਉਹ ਔਰਤਾਂ ਬਾਰੇ ਏਡੇ ਘਟੀਆ ਪੱਧਰ ਤੇ ਜਾ ਕੇ ਬਕਵਾਸ ਕਰਦਾ ਆ, ਅਸੀਂ ਕੀ ਸਮਝੀਏ ਫਿਰ ਇਹ ਕੀ ਹੋ ਰਿਹਾ? ਤੁਹਾਨੂੰ ਅਸੀਂ ਸਿੱਖ ਕਿੱਦਾਂ ਫਿਰ ਤਸਲੀਮ ਕਰ ਲਈਏ ਵੀ ਜਦੋਂ ਗੁਰੂ ਪਾਤਸ਼ਾਹ ਬਾਰੇ ਜਿਹੜਾ ਇੰਨੀ ਘਟੀਆ ਸ਼ਬਦਾਵਲੀ ਵਰਤ ਰਿਹਾ ਹੋਵੇ ਤੇ ਤੁਸੀਂ ਉਹਦੀ ਸਪੋਰਟ ਦੇ ਵਿੱਚ ਖੜੇ ਹੋਵੋ, ਉਹਨੂੰ ਤੇ ਉਹਦਾ ਤੇ ਕਲੀਅਰ ਹੋ ਗਿਆ ਵੀ ਉਹ ਤਾਂ ਸਿੱਖ ਹੈ ਨਹੀਂ, ਉਹ ਤੇ ਆਪਣੇ ਮੂੰਹੋਂ ਕਹਿ ਦਿੱਤਾ, ਡਿਕਲੇਅਰ ਕੀਤਾ ਹੋਇਆ ਆਪਣੇ। ਤੁਹਾਨੂੰ ਕੀ ਸਮਝੀਏ ਅਸੀਂ? ਨਹੀਂ, ਉਹ ਜਦੋਂ ਪੂਰੀ ਕੌਮ ਨੂੰ ਕਹਿੰਦਾ ਆ ਕਿ ਬੇਗੈਰਤਾਂ ਦੀਆਂ ਬੇਸ਼ਰਮਾਂ ਦੀ ਕੌਮ ਆ, ਤੇ ਤੁਸੀਂ ਜੀ ਕਿਹੜੀ ਕੌਮ ਦਾ ਹਿੱਸਾ ਆ, ਤੁਸੀਂ ਆਪ ਕਲੀਅਰ ਕਰ ਦਿਓ। ਬੇਨਤੀ ਆ ਤੁਹਾਨੂੰ। ਗਿਆਨੀ ਲਖਵੀਰ ਸਿੰਘ ਨੇ ਤਾਂ ਕਹਿ ਦਿੱਤਾ ਵੀ ਮੈਂ ਵਿਰਸਾ ਦੀ ਟੀਮ ਦਾ ਹਿੱਸਾ ਆ, ਤੁਸੀਂ ਵੀ ਕਹਿ ਲਓ, ਤੁਸੀਂ ਵੀ ਕਹਿ ਲਓ, ਕਮ ਸੇ ਕਮ ਗੱਲ ਕਲੀਅਰ ਤੇ ਹੋਵੇ ਵੀ ਤੁਸੀਂ ਸਿੱਖ ਹੈ ਵੀ ਕਿ ਨਹੀਂ। ਬਿਲਕੁਲ। ਨਾ ਬਾਕੀ ਤਾਂ ਗੱਲ ਭਾਜੀ ਮੁੜ ਕੇ ਉੱਥੇ ਹੀ ਆਉਂਦੀ ਹੈ ਨਾ ਕਿ ਹੁਣ ਸਾਰਿਆਂ ਨੂੰ ਜਦੋਂ ਇਹ ਵਰਬਲ ਅਬਿਊਜ਼ ਕਰਦਾ ਸੀ, ਵਰਬਲ ਅਟੈਕ ਕਰਦਾ ਸੀਗਾ, ਉਦੋਂ ਸਾਰਿਆਂ ਨੇ ਮੂੰਹ 'ਚ ਘੁੰਗਣੀਆਂ ਪਾ ਕੇ ਰੱਖੀਆਂ ਨੇ। ਹੁਣ ਇੱਕਦਮ ਇਦਾਂ ਜਿੱਦਾਂ ਛੜੱਪੇ ਜੋ ਡੱਡੂ ਨਹੀਂ ਬਾਹਰ ਨਿਕਲਦੇ ਹੈਗੇ, ਉੱਦਾਂ ਸਾਰੇ ਹੁਣ ਨਿਕਲ ਕੇ ਆ ਕੇ ਸਟੇਟਮੈਂਟਾਂ ਦੇ ਕੇ ਲੱਗੇ ਸਿੰਪੈਥੀ ਇਕੱਠੀ ਕਰਨ। ਉਹ ਕਿਤੇ ਨਾ ਭਾਜੀ ਜਿੱਦਾਂ ਇੱਦਾਂ ਦੀਆਂ ਸਟੇਟਮੈਂਟਾਂ ਦੇ ਕੇ ਇੱਦਾਂ ਦੀਆਂ ਫਿਰ ਉੱਥੇ ਪੋਸਟਰ ਇਦਾਂ ਦਾ ਬਣਾ ਕੇ ਬਾਅਦ ਇਹਨਾਂ ਦਾ ਮੈਨੂੰ ਲੱਗਦਾ ਮਕਸਦ ਉਹੀ ਹੈ, ਆਪਣੇ YouTube ਦੇ ਸਬਸਕ੍ਰਾਈਬਰ ਵਧਾਓ ਤੇ ਉੱਥੋਂ ਇਨਕਮ ਕਰੋ। ਨਹੀਂ ਪਰ ਆ ਭਾਈ ਜੋ ਵੀ ਤੁਹਾਡੀਆਂ ਖੇਡਾਂ ਹੈਗੀਆਂ ਜੀ, ਜਿਹੜੇ ਵੀ ਤੁਸੀਂ ਲਾਹੇ ਲੈਣੇ ਚਾਹੁੰਦੇ ਆ, ਕੌਮ ਜਿਹੜੀ ਆ ਜੇ ਤੁਸੀਂ ਉਹਨੂੰ ਵੇਚ ਕੇ ਲਾਹਾ ਲੈਣ ਦੇ ਆ ਤੇ ਆਹ ਹੀ ਕੁਝ ਤੁਹਾਨੂੰ ਮਿਲਣਾ ਵਿੱਚੋਂ। ਬਿਲਕੁਲ। ਕੌਮ ਮੂਰਖ ਨਹੀਂ ਗੀ, ਸਹੀ ਗੱਲ ਹੈ, ਕੌਮ ਨੂੰ ਸਭ ਕੁਝ ਦਿਖਦਾ ਪਿਆ। ਸੋ ਤੁਸੀਂ ਆਪਣੇ ਆਪ ਨੂੰ ਜਿੰਨੇ ਮਰਜ਼ੀ ਸਾਰੇ ਸਿਆਣੇ ਸਮਝ ਲਓ ਵੀ ਬਸ ਮੈਂ ਤੇ ਆਪਣਾ ਉੱਲੂ ਸਿੱਧਾ ਕਰਕੇ ਗਾਂਹ ਜਾਣਾ ਹੈ। ਬਿਲਕੁਲ। ਆਹ ਹੀ ਹਸ਼ਰ ਹੋਣੇ ਆ। ਬਾਕੀ ਗੱਲ ਸਿੱਧੀ ਜਿਹੀ ਆ ਵੀ ਅਸੀਂ ਨਾ ਕਦੀ ਪਹਿਲਾਂ ਕਾਨੂੰਨ ਦੀ ਉਲੰਘਣਾ ਕਰਕੇ ਕਿਸੇ ਨੂੰ ਧੱਕੇ ਨਾਲ ਚੁੱਪ ਕਰਾਉਣ ਦੇ ਹੱਕ 'ਚ ਸੀਗੇ, ਨਾ ਅੱਜ ਆ। ਪਰ ਇੰਨੀ ਗੱਲ ਪੱਕੀ ਆ, ਔਨ ਦਾ ਰਿਕਾਰਡ ਕਹਿ ਰਹੇ ਆ ਭਈ ਜੇ ਬੰਦੇ ਪਛਾਣੇ ਗਏ ਉਹ ਭਈ ਕੌਣ ਸੀਗੇ ਜਿਨ੍ਹਾਂ ਨੇ ਹਰਨੇਕ ਤੇ ਹਮਲਾ ਕੀਤਾ ਤੇ ਉਹਨਾਂ ਦਾ ਜਿਹੜਾ ਕਾਰਨ ਆ ਵੀ ਉਹ ਨਿੱਜੀ ਨਾ ਹੋਇਆ, ਤੇ ਅਸੀਂ ਐਨ ਪੂਰੀ ਫੁੱਲ ਸਪੋਰਟ ਕਰਾਂਗੇ ਉਹਨਾਂ ਦੀ ਜਿੱਥੇ ਤੱਕ ਬਣਦੀ ਆ। ਕਿਉਂਕਿ ਜੋ ਕੁਝ ਤੁਸੀਂ ਕੀਤਾ, ਜਿਹੜੇ ਬੀਜੇ ਆ ਉਹਨਾਂ ਦੀ ਫਸਲ ਤੁਸੀਂ ਆਪ ਤਿਆਰ ਕੀਤੀ ਆ, ਤੁਸੀਂ ਜ਼ਿੰਮੇਵਾਰ ਆ ਉਸ ਚੀਜ਼ ਦੇ। ਬਾਕੀ ਉਹਨਾਂ ਨੂੰ ਜੋ ਸਜ਼ਾ ਹੋਣੀ ਆ ਉਹ ਕਾਨੂੰਨ ਦੇ ਮੁਤਾਬਕ ਹੋਵੇ, ਸਾਰਾ ਕੁਝ ਹੋਵੇ, ਬਿਲਕੁਲ ਸਾਨੂੰ ਉਹ 'ਚ ਕੋਈ ਮਸਲਾ ਨਹੀਂਗਾ। ਜੀ। ਨਾ ਉਹਦਾ ਭਾਜੀ ਪਤਾ ਹੀ ਆ ਸਾਰਿਆਂ ਨੂੰ ਕਿ ਕਿੱਦਾਂ ਜੋ ਵੀ ਵਰਤਾਰਾ ਵਰਤਿਆ ਆ, ਉਹਦੇ ਪਿੱਛੇ ਇਹਦੇ ਕਾਰਨ ਕੀ ਸੀਗੇ, ਕੀ ਕਿਉਂਕਿ ਜਿਹੜੇ ਬੀਜ ਇਹਨਾਂ ਨੇ ਬੀਜੇ ਆ ਉਹੀ ਇਹਨਾਂ ਨੂੰ ਵੱਢਣੇ ਪੈਣੇ ਸੀਗੇ, ਤੇ ਉਹਦੇ ਕੌਨਸੀਕੁਐਂਸ ਵੀ ਜਿਹੜੇ ਇਹਨਾਂ ਨੂੰ ਹੀ ਭੁਗਤਣੇ ਪੈਣੇ ਹੈਗੇ ਆ ਨਾ। ਤੇ ਹੁਣ ਇੱਕ ਸਮਾਜ, ਬਿਲਕੁਲ, ਜਿਹੜੇ ਸਮਾਜ 'ਚ ਆ ਕੁਝ ਹੋਇਆ ਆ, ਬਿਲਕੁਲ ਇਹਨਾਂ ਦਾ ਸਿਰਜਿਆ ਹੋਇਆ। ਬਿਲਕੁਲ।
ਨਹੀਂ ਸਹੀ ਗੱਲ ਹੈ ਭਾਜੀ, ਜਿਹੜੀ ਬਕਵਾਸ ਕਰਕੇ ਜਿਹੜੀ ਇਹੋ ਜਿਹੀ ਬੋਲੀ ਇਹਨਾਂ ਨੇ ਉੱਥੇ ਬੋਲ ਕੇ ਜਿਹੜਾ ਪਿਛਲੇ 4-5 ਸਾਲ ਤੋਂ ਸਮਾਜ ਸਿਰਜਿਆ ਆ, ਉਹਦਾ ਆਹ ਨਤੀਜਾ ਹੈਗਾ। ਤੇ ਇਹ ਤੋਂ ਇਹ ਵੀ ਗੱਲ ਕਲੀਅਰ ਹੋ ਜਾਂਦੀ ਹੈ ਕਿ ਜਿਹੜੀਆਂ ਬਾਕੀਆਂ ਜਿਹੜੇ ਇਹਦੇ ਪਿੱਛੇ ਲੱਗੇ ਆ, ਹਰਨੇਕ ਸਿੰਘ ਦੇ ਪਿੱਛੇ ਲੱਗੇ, ਹਜੇ ਵੀ ਅੰਨੇਵਾਹ ਲੱਗੇ ਆ, ਕਈਆਂ ਨੂੰ ਤਾਂ ਸ਼ਾਇਦ ਅਕਲ ਆ ਵੀ ਗਈ ਹੈ, ਆਪਣੀ ਫੇਸਬੁੱਕ ਕਿਉਂ ਵੀ ਬੰਦ ਕਰ ਗਏ ਜਾਂ ਇੱਧਰ ਉੱਧਰ ਹੋ ਗਏ ਆ, ਚੰਗੀ ਗੱਲ ਹੈ ਨਾ। ਤੇ ਜਿਹੜੇ ਵੀ ਇਹਦੇ ਮਗਰ ਲੱਗੇ ਆ ਉਹ ਆਪ ਸੋਚ ਲੈਣ ਕਿ ਜਿਹੋ ਜਿਹੀ ਭਾਸ਼ਾ ਦੇ ਇਹ ਬੀਜ ਰਹੇ ਨੇ, ਉਹਦੀ ਫਸਲ ਆਹੀ ਹੈ, ਇਹੀ ਤੁਹਾਨੂੰ ਵੱਢਣੀ ਪੈਣੀ ਹੈ। ਕਿਸੇ ਭੁਲੇਖੇ 'ਚ ਨਾ ਰਹੇ ਹੋ ਕਿ ਭਾਈ ਇਹ ਚੰਗੇ ਸਮਾਜ ਵਾਸਤੇ ਬੀਜ ਬੀਜੇ ਜਾ ਰਹੇ। ਨਹੀਂ ਭਾਈ, ਇਹੋ ਜੋ ਅੱਜ ਹੋਇਆ ਹਰਨੇਕ ਸਿੰਘ ਦੇ ਨਾਲ, ਇਹੀ ਜੇ ਤੁਸੀਂ ਨਹੀਂ ਟਿਕਦੇ ਹੈਗੇ ਜਾਂ ਨਹੀਂ ਆਪਣੇ ਆਪ ਤੇ ਕੰਟਰੋਲ ਰੱਖਦੇ, ਆਪਣੀ ਭਾਸ਼ਾ ਤੇ ਕੰਟਰੋਲ ਰੱਖਦੇ, ਤੇ ਉਹ ਜਿਹੜੇ ਕੌਨਸੀਕੁਐਂਸ ਆ ਤੁਹਾਨੂੰ ਆਪੇ ਹੀ ਭੁਗਤਣੇ ਪੈਣੇ ਹੈਗੇ ਆ। ਤੇ ਦੂਜੀ ਗੱਲ ਇਹ ਹੈ ਨਾ ਭਾਜੀ, ਹੁਣ ਪਤਾ ਲੱਗਾ ਕਿ ਆਪਣਾ ਢੱਡਰੀਆਂ ਵਾਲੇ ਨੇ ਨਾ ਕੋਈ ਬਿਆਨ ਦਿੱਤਾ ਆ, ਤੇ ਉਧਰੋਂ 21 ਲੱਖ ਵੀ ਦੇ ਆਇਆ ਉੱਧਰ ਜਾ ਕੇ। ਤੇ ਹੁਣ ਮੈਨੂੰ ਲੱਗਦਾ ਉਹ ਸ਼ਾਇਦ ਕੋਰਟ ਦਾ ਇੰਨਾ ਧੱਕਾ ਨਾ ਲੱਗੇ, ਇਸ ਚੀਜ਼ ਦਾ ਜ਼ਿਆਦਾ ਧੱਕਾ ਲੱਗਣਾ, ਕਿਉਂਕਿ ਜਿੰਨੀ ਚਾਪਲੂਸੀ ਪਿਛਲੇ 4-5 ਸਾਲ ਤੋਂ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਹਰਨੇਕ ਸਿੰਘ ਨੇ ਕੀਤੀ ਹੈ, ਮੈਨੂੰ ਨਹੀਂ ਲੱਗਦਾ ਉਹਦੇ ਵਿੱਚ ਘੱਟੋ ਘੱਟ ਇੱਕ ਫੋਨ ਕਾਲ ਤਾਂ ਬਣਦੀ ਸੀ, ਇੱਕ ਪਬਲਿਕ ਸਟੇਟਮੈਂਟ ਤਾਂ ਬਣਦੀ ਸੀਗੀ। ਮੈਂ ਉਹ ਤੇ ਹੱਸਦਾ ਸੀ ਵੀ ਉਹ ਰਾਣੇ ਪਰਮਜੋਤ ਸਿੰਘ ਨੇ ਵੀ ਬੜਾ ਵਧੀਆ ਹੈ ਕਿ ਇੱਕ ਪੋਸਟਰ ਜਿਹਾ ਬਣਾ ਕੇ ਕੀਤਾ ਸੀ, ਉਹ ਤੇ ਬਹੁਤ ਹਾਸਾ ਆਇਆ। ਹਾਂਜੀ ਵੀ ਉਹ ਮੁੰਡਾ ਵਧੀਆ ਕੰਮ ਕਰਦਾ। ਤੇ ਦੂਜਾ ਆਪਣਾ ਸੱਧੇਵਾਲੀ ਉਹਨਾਂ ਨੇ ਵੀ ਬਹੁਤ ਵਧੀਆ ਲਿਖਿਆ ਸੀ, ਮਿਰਜ਼ਾ ਵੱਢਿਆ ਪਿਆ ਤੇ ਸਹਿਬਾ ਭਰਾਵਾਂ ਨਾਲ ਜਾ ਕੇ ਭਰਾਵਾਂ ਨਾਲ ਰਲ ਗਈ। ਤੇ ਕਹਿਣ ਦਾ ਭਾਵ ਹੈ ਕਿ ਨਹੀਂ ਭਾਈ, ਇੰਨੇ ਮਤਲਬ ਉਹ ਜਿੰਨੀ ਕੁ ਚਾਪਲੂਸੀ ਕੀਤੀ ਉਹਨੇ, ਜਿੰਨੇ ਪੱਧਰ ਤੇ ਜਾ ਕੇ ਕੀਤੀ, ਉਹਦਾ ਤਾਂ ਇੱਕ ਮੈਡਲ ਬਣਦਾ ਸੀਗਾ ਦੇਣਾ, ਕਿਉਂਕਿ ਇੰਨੀ ਕੋਈ ਮਤਲਬ ਆਮ ਬੰਦਾ ਨਹੀਂ ਕਰ ਸਕਦਾ ਸੀ, ਦੱਸਾਂ ਤਾਂ ਜਿੱਡੇ ਪੱਧਰ ਤੇ ਜਾ ਕੇ ਇਸ ਬੰਦੇ ਨੇ ਰਣਜੀਤ ਸਿੰਘ ਢੱਡਰੀਆਂ ਦੀ ਚਾਪਲੂਸੀ ਕੀਤੀ, ਤੇ ਵਿਚਾਰੇ ਦੇ ਮੂੰਹ ਤੋਂ ਇੱਕ ਵਾਰ ਵੀ ਇਦਾਂ ਸਹਾਨੁਭੂਤੀ ਨਹੀਂ ਆਈ, ਜਾਂ ਇੱਕ ਵਾਰ ਵੀ ਇਦਾਂ ਇੱਕ ਅੱਖਰ ਵੀ ਨਹੀਂ ਇਹਦੇ ਬਾਰੇ ਨਿਕਲਿਆ ਹੀ ਨਹੀਂ ਅੱਖਰ। ਗੋਲਮੋਲ ਗੱਲਾਂ ਕਰ ਗਿਆ, ਉਦਾਂ ਗੋਲਮੋਲ ਕਰ ਗਿਆ, ਲੇਕਿਨ ਉਹਦਾ ਕਈ ਬਹੁਤੇ ਜਿਹੜੀ ਅਪਗ੍ਰੇਡ ਨਵੇਂ ਬਣੇ ਆ, ਜਿਹੜੇ ਇਹਦੇ ਹੈਗੇ ਰੇਡੀਓ ਵਿਰਸਾ ਸੁਣਦੇ ਆ, ਉਹਨਾਂ ਨੇ ਬਹੁਤੇ ਨੇ ਇਤਰਾਜ਼ ਵੀ ਕੀਤਾ ਹੈ ਕਿ ਰਣਜੀਤ ਸਿੰਘ ਨੇ ਭਾਈ ਇੱਕ ਵੀ ਸਟੇਟਮੈਂਟ ਨਹੀਂ ਦਿੱਤੀ ਹਰਨੇਕ ਸਿੰਘ ਦੇ ਬਾਬਤ। ਕਰੋ ਭਾਈ ਕਰੋ, ਤੁਸੀਂ ਸਵਾਲ ਕਰਦੇ ਆ, ਆਹ ਦੇਖੋ ਹੁਣ ਮੌਕਾ ਤੁਹਾਨੂੰ ਸਵਾਲ ਕਰਨੇ ਦਾ। ਉਹ ਦੂਜਾ ਮੈਨੂੰ ਹਾਸਾ ਉਹ ਵੀ ਆਉਂਦਾ ਹੈਗਾ, ਕੋਈ ਸਕਰੀਨਸ਼ਾਟ ਆਇਆ ਵੀ ਜਿਹਦੇ ਵਿੱਚ ਵੀ ਉਹ ਬਕਵਾਸ ਦੇ ਥੱਲੇ ਲਿਖਿਆ ਹੋਇਆ ਸੀਗਾ ਪ੍ਰੋਫੈਸਰ ਮਹਿੰਦਰ ਸਿੰਘ ਸੋਹੀ। ਅੱਛਾ, ਮੈਂ ਹੈਰਾਨ ਰਹਿ ਗਿਆ, ਮੈਂ ਕਿਹਾ ਵੀ ਅੱਗੇ ਤੇ ਸਿਰਫ ਮਹਿੰਦਰ ਸਿੰਘ ਸੋਹੀ ਹੁੰਦਾ ਸੀਗਾ, ਹੁਣ ਪ੍ਰੋਫੈਸਰ ਵੀ ਬਣ ਗਿਆ ਇਹ ਵੀ। ਕੋਈ ਗਿਆਨੀ ਬਣੀ ਜਾਂਦਾ, ਕੋਈ ਪ੍ਰੋਫੈਸਰ ਬਣੀ ਜਾਂਦਾ, ਹੋਰ ਪਤਾ ਨਹੀਂ ਇਹ ਕੀ ਬਣੀ ਜਾਂਦੇ। ਮੈਂ ਕਿਹਾ ਵੀ ਵਧੀਆ ਭਾਈ, ਵੀ ਤੁਸੀਂ ਬਜਾਏ ਵੀ ਹੁਣ ਤੁਸੀਂ ਆਪਣਾ ਤਾਂ ਧਰਮ ਤੇ ਸ਼ੁਰੂ ਕਰ ਲਿਆ ਜੀ, ਵੀ ਹੁਣ ਤੁਸੀਂ ਅਪਗ੍ਰੇਡ ਹੀ ਲਿਖਿਆ ਕਰੋ ਹਾਂ ਆਪਣੇ ਆਪ ਨੂੰ। ਉਹ ਲਿਖਣ ਤੋਂ ਕਿਉਂ ਸੰਗ ਆਉਂਦੀ ਹੈ? ਬਿਲਕੁਲ ਬੇਈਮਾਨ ਇਕੱਠੇ ਹੋਏ ਆ ਬੰਦੇ, ਸਾਰੇ ਬੇਈਮਾਨ ਇਕੱਠੇ ਹੋਏ ਆ, ਕੋਈ ਸ਼ੱਕ ਨਹੀਂ ਉਹਦੇ ਵਿੱਚ। ਨਹੀਂ ਉਹੀ ਚੱਕਰ ਹੈ ਨਾ ਭਾਜੀ। ਹੁਣ ਗੱਲ ਕੀ ਹੈ, ਨਾ ਦੇ ਮੂਹਰੇ ਪ੍ਰੋਫੈਸਰ ਗਿਆਨੀ ਲਿਖਣ ਦਾ ਮਕਸਦ ਇਹ ਹੈ ਕਿ ਲੋਕਾਂ ਨੂੰ ਭੰਬਲ ਗੁੱਸੇ 'ਚ ਪਾਇਆ ਜਾਵੇ। ਬਹੁਤ ਸਿਆਣੇ ਆ, ਗੱਲ ਕਰ ਰਹੇ ਆ, ਬਹੁਤ ਸਿਆਣੇ ਆ, ਵੀ ਇਹ ਠੀਕ ਗੱਲ ਕਰ ਰਹੇ ਹੋਣੇ ਆ। ਨਹੀਂ ਤਾਂ ਉਹਦਾ ਜਿਹੜਾ ਇਹਨਾਂ ਨੇ ਗਿਆਨੀ ਲਖਵੀਰ ਸਿੰਘ ਹੋਣਾ ਨੇ, ਗਿਆਨੀ ਤਾਂ ਚਲੋ ਕਹਿਣ ਦਾ ਚਿੱਤ ਵੀ ਨਹੀਂ ਕਰਦਾ, ਲਖਵੀਰ ਸਿੰਘ ਹੋਣਾ ਨੇ ਜਿਹੜੀ ਦੂਜੀ ਵੀਡੀਓ ਕੱਢੀ ਹੈ, ਜਮਾਂ ਹੀ ਮਤਲਬ ਨੀਵੇਂ ਪੱਧਰ ਦੀ ਜਾ ਕੇ ਘੜੀ ਘੋਲੀ ਹੈ। ਇੰਨੀਆਂ ਜਿਹੜੀਆਂ ਚੀਜ਼ਾਂ ਨੂੰ ਜਸਟੀਫਾਈ ਨਹੀਂ ਕੀਤਾ ਜਾ ਰਿਹਾ, ਵੀ ਤੁਸੀਂ ਉਹ ਚੀਜ਼ਾਂ ਨੂੰ ਜਸਟੀਫਾਈ ਕਰਨ ਦਾ ਆ, ਕੋਈ ਸ਼ਰਮ ਕਰੋ। ਬਿਲਕੁਲ। ਹੁਣ ਕੱਲ ਨੂੰ ਭਾਜੀ ਕੋਈ ਗੰਦ ਦਾ ਟੋਕਰਾ ਲਿਆ ਕੇ ਵਿੱਚ ਮੰਡੀ ਦੇ, ਇਦਾਂ ਗੰਦ ਦਾ ਟੋਕਰਾ ਲਿਆ ਕੇ ਉਹਨੂੰ ਇਦਾਂ ਫਲ ਫਰੂਟ ਰੱਖ ਕੇ ਇਦਾਂ ਵੇਚ ਕੇ ਕਿ ਜੀ ਤਾਜ਼ੇ ਫਲ ਫਰੂਟ ਆ ਜਾਂ ਤਾਜ਼ੇ ਫੁੱਲ ਬੂਟੇ ਆ, ਉਸ ਤੋਂ ਵੱਡਾ ਬੇਵਕੂਫ ਕੋਈ ਹੋਊਗਾ? ਇਹ ਕੰਮ ਗਿਆਨੀ ਲਖਵੀਰ ਸਿੰਘ ਹੋਣਾ ਨੇ ਕੀਤਾ, ਗੰਦ ਦਾ ਟੋਕਰਾ ਲਿਆ ਕੇ ਉਹਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਭਾਈ ਚੰਗੇ ਫਲ ਫਰੂਟ ਨੇ ਜਾਂ ਚੰਗੇ ਫੁੱਲ ਬੂਟੇ। ਜਿਹੜੀ ਮਤਲਬ ਵੀ ਇੱਕ ਸਿੰਪਲ ਜਿਹਾ ਨੁਕਤਾ ਆ ਭਈ, ਜਦੋਂ ਪਰਿਵਾਰ ਦੇ ਵਿੱਚ ਕੋਈ ਛੋਟਾ ਜੀ ਕਿਸੇ ਵੱਡੇ ਜੀ ਨੂੰ, ਜਾਂ ਬੱਚਾ ਆਪਣੇ ਪਿਓ ਨੂੰ, ਆਪਣੇ ਦਾਦੇ ਨੂੰ ਇਹ ਕਵੇ ਭਈ ਤੈਨੂੰ ਅਕਲ ਘੱਟ ਆ, ਜਾਂ ਕਵੇ ਵੀ ਆਪਣੇ ਆਪ ਨੂੰ ਕਹਿ ਲਵੇ ਵੀ ਮੈਂ ਤੇਰੇ ਤੋਂ ਸਿਆਣਾ ਆ, ਕਿੱਦਾਂ ਲੱਗੂਗਾ ਭਾਈ? ਸਹੀ ਗੱਲ ਹੈ। ਕਿਉਂਕਿ ਜਿਹੜਾ ਇਹ ਕਹਿਣਾ ਨਾ ਭਈ ਤੁਸੀਂ ਬਹੁਤ ਸਿਆਣੇ ਆ, ਉਹਦੇ ਵਿੱਚ ਵੀ ਜੱਜਮੈਂਟ ਹੁੰਦੀ ਆ। ਬਿਲਕੁਲ। ਪਰ ਉਹ ਜੱਜਮੈਂਟ ਹੈਗੀ ਆ ਵੀ ਇਹ ਕਰਨਾ ਭਈ ਮੈਨੂੰ ਅਕਲ ਹੈ ਨਹੀਂ ਜਿੰਨੀ ਵੀ ਤੁਹਾਨੂੰ ਆ। ਬਿਲਕੁਲ। ਪਰ ਇਹ ਕਹਿਣਾ ਭਈ ਤੁਹਾਨੂੰ ਅਕਲ ਹੈ ਨਹੀਂ, ਉੱਥੇ ਫਿਰ ਤੁਸੀਂ ਇਹ ਵੇਖਦੇ ਆ ਵੀ ਜਿਹੜਾ ਇਹ ਕਹਿ ਰਿਹਾ ਆ ਉਹਦਾ ਆਪਣਾ ਦਰਜਾ ਕੀ ਆ। ਜਦੋਂ ਟੀਚਰ ਕਹਿੰਦਾ ਹੈ ਨਾ ਵੀ ਕਾਕਾ ਤੈਨੂੰ ਅਕਲ ਹੈ ਨਹੀਂ, ਉਦੋਂ ਤੁਸੀਂ ਧਿਆਨ ਦਿੰਦੇ ਆ। ਬਿਲਕੁਲ। ਜਦੋਂ ਤੁਹਾਡੇ ਨਾਲ ਦਾ ਕੋਈ ਸਟੂਡੈਂਟ ਕਹਿ ਦੇਵੇ ਨਾ ਵੀ ਤੈਨੂੰ ਅਕਲ ਹੈ ਨਹੀਂ, ਤੁਸੀਂ ਲੜਨ ਨੂੰ ਪੈਂਦੇ ਆ। ਸਹੀ ਗੱਲ ਹੈ। ਜੇ ਕੋਈ ਤੁਹਾਡੀ ਜਮਾਤ ਤੋਂ ਵੀ ਛੋਟੀ ਜਮਾਤ ਦਾ
ਭਾਈ 8ਵੀਂ ਜਮਾਤ 'ਚ ਤੁਸੀਂ ਆ 7ਵੀਂ ਜਮਾਤ ਦਾ ਕੋਈ ਆ ਕੇ ਕਹਿ ਦੇਵੇ ਭਾਈ ਤੈਨੂੰ ਅਕਲ ਹੈ ਨਹੀਂ, ਫੇਰ ਦੇਖਿਓ ਤੁਹਾਡਾ ਰਿਐਕਸ਼ਨ ਕੀ ਹੁੰਦਾ। ਨਹੀਂ ਉਹ ਤਾਂ ਸਹੀ ਗੱਲ ਹੈ ਸਾਡੀ, ਇਹ ਤਾਂ ਅਸੀਂ ਰਿਐਕਸ਼ਨ ਇਹਦਾ ਹਰਨੇਕ ਦਾ ਦੇਖਦੇ ਹੀ ਰਹੇ ਹਾਂ। ਜਦੋਂ ਇਹਨੂੰ ਆ ਕੇ ਕੋਈ ਸਵਾਲ ਵੀ ਕਰ ਲੈਂਦਾ ਸੀ ਇਹਦਾ ਰਿਐਕਸ਼ਨ ਦੇਖਦੇ ਹੀ ਹੁੰਦੇ ਸੀਗੇ। ਹੁਣ ਗੱਲ ਕੀ ਹੈ ਕਿ ਗੁਰੂ ਸਾਹਿਬਾਨ ਪ੍ਰਤੀ ਜਿੱਦਾਂ ਦੀ ਮਰਜ਼ੀ ਸ਼ਬਦਾਵਲੀ ਵਰਤ ਦੋ, ਰਣਜੀਤ ਸਿੰਘ ਤੇ ਇਹਨਾਂ ਦੇ ਭਾਜੀ ਹਰਨੇਕ ਸਿੰਘ ਪ੍ਰਤੀ ਕੋਈ ਮੱਦੀ ਸ਼ਬਦ ਮਤਲਬ ਤੁਸੀਂ ਕੋਈ ਏਦਾਂ ਦੇ ਨੈਗੇਟਿਵ ਵਰਡਸ ਨਹੀਂ ਵਰਤਣੇ, ਕੋਈ ਭੈੜੀ ਸ਼ਬਦਾਵਲੀ ਨਹੀਂ ਵਰਤਣੀ, ਬਹੁਤ ਪਿਆਰ ਤੇ ਸਤਿਕਾਰ ਨਾਲ ਸਵਾਲ ਕਰਨਾ ਹੈ। ਜੇ ਸਤਿਕਾਰ ਨਾਲ ਵੀ ਸਵਾਲ ਕਰੋ ਉਹ ਤੋਂ ਵੀ ਮੂਹਰੋਂ ਗਾਲਾਂ ਖਾਣ ਨੂੰ ਪੈਂਦੀ। ਨਾਲੇ ਮੈਨੂੰ ਉਹ ਵੀ ਧਿਆਨ ਆਉਂਦਾ ਸੀਗਾ ਭਈ ਆ ਭਿੰਦਾ ਕਹਿੰਦਾ ਵਿਚਾਰਕ ਮਤਭੇਦ ਆ, ਭਈ ਤੇਰੇ ਨਾਲ ਬੈਠਾ ਬਲਜਿੰਦਰ, ਭਈ ਇਹਨੂੰ ਪੁੱਛੀ ਭਈ ਜਿਹੜੇ ਦੂਸਰੇ ਇਹਦੇ ਸੌਦੇ ਸਾਧ ਵਾਲੇ ਆ ਜੀ, ਇਹਨਾਂ ਦੇ ਨਾਲ ਤੁਹਾਡੇ ਵਿਚਾਰਕ ਮਤਭੇਦ ਆ ਕਿ ਕੋਈ ਮਤਭੇਦ ਹੈ ਨਹੀਂਗੇ? ਬਿਲਕੁਲ। ਸਿੱਖਾਂ ਦੇ ਨਾਲ ਤੇ ਤੁਹਾਡੇ ਵਿਚਾਰਕ ਮਤਭੇਦ ਆ। ਹਾਂਜੀ। ਜਿਹੜੇ ਨਿਰੰਕਾਰੀ ਆ ਉਹਨਾਂ ਦੇ ਨਾਲ ਕਿੱਦਾਂ ਬਈ ਕਿ ਤੁਹਾਡੇ ਕੋਲ ਮਤਭੇਦ ਹੈਗੇ ਵਿਚਾਰਕ ਕਿ ਸਭ ਠੀਕ ਠਾਕ ਆ? ਬਿਲਕੁਲ। ਸੋ ਇਹ ਜਿਹੜੀਆਂ ਸਾਰੀਆਂ ਤੁਸੀਂ ਸਟੇਟਮੈਂਟਾਂ ਦੇਈ ਜਾਂਦੇ ਆ, ਕੱਲ ਨੂੰ ਇਹਨਾਂ ਨੇ ਵੀ ਤੁਹਾਡੇ ਸੂਲ ਵਾਂਗ ਆ ਕੇ ਚੁੱਪਣਾ। ਸਹੀ ਗੱਲ ਹੈ, ਕਿਉਂਕਿ ਜਸਟੀਫਾਈ ਨਹੀਂ ਕੀਤੀਆਂ ਜਾ ਸਕਦੀਆਂ। ਇਹ ਤੇ ਤਰਕ ਨਹੀਂ ਲੱਗਣਾ ਕੋਈ ਵੀ, ਇਹ ਤੋਂ ਇਹੀ ਪਤਾ ਲੱਗਣਾ ਵੀ ਤੁਸੀਂ ਬੇਈਮਾਨ ਆ। ਸੋ ਕੋਈ ਮਾੜੀ ਮੋਟੀ ਸ਼ਰਮ ਕਰ ਲਓ, ਮੌਕਾ ਆ ਤੁਹਾਡੇ ਕੋਲੇ। ਜਦੋਂ ਤੁਸੀਂ ਇਹਨਾਂ ਨੂੰ ਨਿਰੰਕਾਰੀਆਂ ਦੇ ਬਰਾਬਰ ਰੱਖ ਕੇ ਕਰੋਗੇ ਗੱਲ, ਸੋਚੋਗੇ, ਉਸ ਵੇਲੇ ਤੁਹਾਨੂੰ ਪਤਾ ਲੱਗ ਜਾਣਾ ਵੀ ਜਿਹੜੇ ਨਿਰੰਕਾਰੀ ਆ ਜਦੋਂ ਉਹ ਬਕਵਾਸ ਕਰਦੇ ਆ ਅਸੀਂ ਕਿੰਨਾ ਕੁ ਧਿਆਨ ਦੇਈਦਾ ਉਹਨਾਂ ਦੇ। ਜਿਹੜੇ ਆ ਸੌਦੇ ਸਾਧ ਵਾਲੇ ਆ ਵੀ ਇੱਕ ਵਾਰੀ ਪ੍ਰੋਟੈਸਟ ਕਰ ਦਿੱਤਾ ਬਸ ਗੱਲ ਕਲੀਅਰ ਹੋ ਗਈ ਵੀ ਇਹ ਬੰਦੇ ਜਿਹੜੇ ਆ ਸੌਦੇ ਸਾਧ ਦੇ ਮਗਰ ਲੱਗੇ ਹੋਏ ਇਹ ਸਿੱਖ ਨਹੀਂ ਗਏ, ਗੱਲ ਖਤਮ ਹੋ ਗਈ। ਹੁਣ ਉਦਾਂ ਹੀ ਵੀ ਇਸ ਵੇਲੇ ਪੁਆਇੰਟ ਇਹ ਆ ਚੁੱਕਿਆ ਆ ਵੀ ਜਿੱਥੇ ਵੀ ਇਹਨਾਂ ਦਾ ਹੁਣ ਕਲੀਅਰ ਆ ਇਹ ਬੰਦੇ ਸਿੱਖ ਨਹੀਂ ਗਏ। ਸੋ ਇਸ ਕਰਕੇ ਵਿਚਾਰਕ ਮਤਭੇਦ ਜਿਹੜੇ ਆ ਭਈ ਉਹ ਕੌਮ ਦੇ ਅੰਦਰ ਹੋਣ ਤੇ ਬਹਿ ਕੇ ਗੱਲ ਕੀਤੀ ਜਾ ਸਕਦੀ ਹੈ। ਵਿਚਾਰਕ ਮਤਭੇਦ ਤੇ ਸਾਡੇ ਮੁਸਲਮਾਨਾਂ ਨਾਲ ਵੀ ਆ, ਇਹੋ ਜਿਹੇ ਜਿਹੜੇ ਆ ਵਿਚਾਰਾਂ ਦੇ ਉੱਤੇ ਜਾਂ ਕਹ ਲਓ ਵੀ ਵਿਊ ਪੁਆਇੰਟ ਜਿਹੜੇ ਡਿਫਰੈਂਟ ਆ ਉਹ ਤੇ ਮੁਸਲਮਾਨਾਂ ਨਾਲ ਵੀ ਆ, ਈਸਾਈਆਂ ਨਾਲ ਵੀ ਆ, ਹਿੰਦੂਆਂ ਨਾਲ ਵੀ ਆ, ਬੋਧੀਆਂ ਨਾਲ ਵੀ ਆ। ਸੋ ਉਹ ਜਦੋਂ ਵਿਚਾਰਾਂ ਹੋਣੀਆਂ ਆ ਉਹ ਇਦਾਂ ਹੋਣੀਆਂ ਭਈ ਤੁਹਾਡਾ ਮੰਨਣਾ ਇਹ ਆ ਸਾਡਾ ਮੰਨਣਾ ਇਹ ਆ। ਸੋ ਇਸ ਕਰਕੇ ਵੀ ਉਹ ਟੋਟਲੀ ਡਿਫਰੈਂਟ ਤਰੀਕੇ ਦੀ ਵਿਚਾਰ ਆ। ਜਦੋਂ ਸਿੱਖਾਂ ਦੇ ਆਪਸ ਦੇ ਅੰਦਰ ਵਿੱਚ ਕੋਈ ਵਿਚਾਰ ਡਿਫਰੈਂਟ ਹੋਵੇ ਉਹਦੇ ਵਿੱਚ ਇਹ ਨਹੀਂ ਕਿਹਾ ਜਾ ਸਕਦਾ ਭਈ ਆਪਸੀ ਵਿਚਾਰ ਡਿਫਰੈਂਟ ਹੋਣ ਕਰਕੇ ਭਈ ਮੈਂ ਗੁਰੂ ਦਾ ਸਤਿਕਾਰ ਜ਼ਿਆਦਾ ਕਰਦਾ ਆ ਤੇ ਤੂੰ ਗੁਰੂ ਦਾ ਤੂੰ ਗਾਲਾਂ ਕੱਢਣ ਦਾ ਵੀ ਹੱਕਦਾਰ ਹੋ ਗਿਆ। ਸਹੀ ਗੱਲ। ਉਹ ਤੇਰਾ ਰਾਈਟ ਹੋ ਗਿਆ ਤੇ ਮੇਰਾ ਹੈ ਨਹੀਂਗਾ ਕਿਉਂਕਿ ਮੈਂ ਗੁਰੂ ਦਾ ਸਤਿਕਾਰ ਕਰ ਰਿਹਾ। ਉਹ ਵਿਚਾਰਕ ਮਤਭੇਦ ਨਹੀਂਗੇ। ਉਹ ਚੀਜ਼ਾਂ ਦੇ ਬਿਲਕੁਲ ਹੀ ਮਤਲਬ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਕੌਮ ਦੇ ਨਾਲ ਦੁਸ਼ਮਣੀ ਤੇ ਕੌਮ ਦੀਆਂ ਜੜ੍ਹਾਂ ਵੱਢਣੇ ਦੇ ਕੰਮ ਨੇ। ਬਿਲਕੁਲ ਸਹੀ ਗੱਲ ਹੈ ਭਾਜੀ। ਫਿਰ ਇੱਕ ਗੱਲ ਇਹ ਚੋਂ ਇਹ ਵੀ ਸਮਝ ਵਿੱਚ ਆਉਂਦੀ ਹੈ ਕਿ ਜੇ ਮੰਨ ਲਓ ਇਹ ਸਿੱਖ ਨਹੀਂ ਹੈਗਾ, ਆਪਾਂ ਮਤਲਬ ਮੰਨ ਹੀ ਲਿਆ ਕਿ ਸਿੱਖ ਨਹੀਂ ਹੈਗੇ, ਫਿਰ ਇਹ ਜਦੋਂ ਸਾਡੇ ਨਾਲ ਸਾਡੇ ਜਿਹੜੇ ਰੀਤੀ ਰਿਵਾਜ ਨੇ ਜਾਂ ਜੋ ਜਿੱਦਾਂ ਅਸੀਂ ਸਿੱਖ ਸੋਚਦੇ ਆ ਉੱਤੇ ਇਹਨੇ ਨੀਵੇਂ ਪੱਧਰ ਤੇ ਜਾ ਕੇ ਹਮਲਾ ਕਰਦੇ ਨੇ, ਇਹ ਬਾਕੀਆਂ ਤੇ ਕਿਉਂ ਨਹੀਂ ਕਰਦੇ? ਫਿਰ ਕ੍ਰਿਸਚੀਅਨਸ ਤੇ ਕਿਉਂ ਨਹੀਂ ਕਰਦੇ? ਮੁਸਲਮਾਨਾਂ ਤੇ ਕਿਉਂ ਨਹੀਂ ਕਰਦੇ? ਇੱਥੇ ਮੌਰੀਆਂ ਤੇ ਕਿਉਂ ਨਹੀਂ ਕਰਦੇ ਹੈਗੇ? ਬਾਕੀ ਜਿਹੜੇ ਯਹੂਦੀ ਆ ਉਹਨਾਂ ਤੇ ਕਿਉਂ ਨਹੀਂ ਕਰਦੇ ਹੈਗੇ? ਹਿੰਦੂਆਂ ਤੇ ਕਿਉਂ ਨਹੀਂ ਕਰਦੇ ਹੈਗੇ? ਸਾਡੇ ਮਤਲਬ ਸਿੱਖਾਂ ਦੇ ਪੇਸ਼ ਕਿਉਂ ਪਏ ਆ? ਕਿਉਂਕਿ ਇਹਨਾਂ ਨੂੰ ਪੈਸੇ ਉਸ ਚੀਜ਼ ਦੇ ਮਿਲ ਰਹੇ ਆ। ਬਿਲਕੁਲ। ਜਿਹਨੇ ਵੀ ਇਹਨਾਂ ਨੂੰ ਖੜੇ ਕੀਤਾ ਆ ਉਹ ਇਸੇ ਕਰਕੇ ਹੀ ਖੜਾ ਕੀਤਾ ਗਿਆ ਹੈ। ਸਹੀ ਗੱਲ। ਨਹੀਂ ਇਹ ਆਪ ਦੱਸਦੇ, ਭਿੰਦਾ ਆਪ ਦੱਸਦੇ, ਜਿਹੋ ਜੀ ਭਾਸ਼ਾ ਤੂੰ ਸਿੱਖਾਂ ਪ੍ਰਤੀ ਬੋਲਦਾ ਆ ਆਪਣਾ ਈਸਾਈਆਂ ਪ੍ਰਤੀ ਬੋਲ ਦੇਗਾ, ਮੁਸਲਮਾਨਾਂ ਪ੍ਰਤੀ ਬੋਲ ਦੇਗਾ ਉੱਥੇ ਰੇਡੀਓ ਤੇ ਬਹਿ ਕੇ, ਹਿੰਦੂਆਂ ਬਾਰੇ ਬੋਲਦੇ ਉੱਥੇ ਬਹਿ ਕੇ, ਜਿਹੋ ਜੀ ਭਾਸ਼ਾ ਤੂੰ ਸਿੱਖਾਂ ਬਾਰੇ ਉੱਥੇ ਬਹਿ ਕੇ ਬੋਲਦਾ ਹੈ, ਜਿਹੜੀ ਜਿਹੋ ਜੀ ਤੁਸੀਂ ਸਾਰੇ ਦੇ ਸਾਰੇ ਰਲ ਕੇ ਨੀਵੇਂ ਪੱਧਰ ਦੀ ਬਕਵਾਸ ਕਰਦੇ ਉੱਥੇ ਬਹਿ ਕੇ। ਨਾਲੇ ਭਿੰਦੇ ਦਾ ਤਾਂ ਭਾਜੀ ਪਤਾ ਨਹੀਂ, ਇਹ ਐਵੇਂ ਜਿੱਦਾਂ ਨਾ ਪੂਛ ਨੂੰ ਅੱਗ ਲਵਾਈ ਫਿਰਦਾ। ਤੂੰ ਜਾ ਭਰਾਵਾ ਫਰਾਈਡੇ ਸੈਚਰਡੇ ਬਹਿ ਕੇ ਪੈਗ ਪੁਗ ਲਾਇਆ ਕਰ ਉੱਥੇ ਲਵ ਪੰਜਾਬ ਦੇ ਵਿੱਚ ਬਹਿ ਕੇ 36 ਮਤਲਬ ਸੈਂਕੜੇ ਬੰਦੇ ਨੇ ਤੈਨੂੰ ਦੇਖਿਆ ਹੈ ਉੱਥੇ ਬਹਿ ਕੇ ਤੇਰੇ। ਉਹ ਪੈਗ ਤੇ ਬਹੁਤ ਦੂਰ ਦੀ ਗੱਲ, ਮੈਂ ਛੋਟੀ ਜੀ ਗੱਲ ਆ, ਛੋਟੀ ਜੀ ਗੱਲ ਦੱਸ ਰਿਹਾ। ਵੱਡੇ ਵੱਡੇ ਮਹਾਰਥੀ ਨੇ ਇਹ। ਆਹੋ ਵੱਡੇ ਵੱਡੇ ਮਹਾਰਥੀ ਨੇ। ਕਹਿਣ ਦਾ ਭਾਵ ਹੈ ਕਿ ਐਵੇਂ ਕਿ ਬਿਨਾਂ ਗੱਲ ਤੋਂ ਪੂਛ ਨੂੰ ਅੱਗ ਲਵਾਈ ਫਿਰਦਾ ਆ ਜੀ, ਡਾਇਲੌਗ ਨਹੀਂ ਕਰਦੇ, ਸਿੱਖ 100 ਸਾਲ ਪੁਰਾਣੀ ਜ਼ਿੰਦਗੀ ਜੀ ਰਿਹਾ, ਹੱਦ ਹੋ ਗਈ ਤੁਹਾਡੀ। ਮਤਲਬ ਭਈ ਇਹਨਾਂ ਲਈ ਨਿਊਜ਼ੀਲੈਂਡ ਦੇ ਸਮਾਜ ਦਾ ਹਿੱਸਾ ਬਣਨੇ ਦਾ ਜਾਂ ਅੱਜ ਦਾ ਸਮਾਜ ਜਿਹੜਾ ਵੀ ਉਹਦਾ ਹਿੱਸਾ ਬਣਨੇ ਦਾ ਮਤਲਬ ਇਹ ਆ ਭਈ ਐਨ ਰੱਜ ਕੇ ਪੀਓ ਵੀਕਐਂਡ ਤੇ ਹਰ ਕਿਸਮ ਦਾ ਜਿਹੜਾ ਨਸ਼ਾ ਆ ਵੀ ਉਹ ਖਾਓ ਪੀਓ ਤੇ ਦਾੜੀ ਸ਼ੇਵ ਕਰ ਲਓ, ਸਿੱਖ ਗਾਂਜੇ ਆਪਣਾ ਦੂਸਰਾ ਸਿਰ ਜਿਹੜਾ ਵੀ ਉਹ ਗੰਜਾ ਕਰ ਲਓ ਤੇ ਬਸ ਉਹ ਹਰੇਕ ਤਰ੍ਹਾਂ ਦੀ ਜਿਹੜੀ ਘਟੀਆ ਹਰਕਤ ਆ ਉਹ ਕਰੋ ਤੇ ਫਿਰ ਤੁਸੀਂ ਮਾਡਰਨ ਸਮਾਜ ਦਾ ਹਿੱਸਾ। ਵਾਹ ਵੀ ਵਾਹ ਭਾਈ, ਤੁਹਾਨੂੰ ਵੀ ਮੁਬਾਰਕ ਆ। ਇਹੋ ਜਿਹਾ ਮਾਡਰਨ ਸਮਾਜ ਤਾਂ ਜਿਹਨਾਂ ਨੂੰ ਇਹ ਵਿਕਸਿਤ ਕੌਮਾਂ ਕਹਿ ਰਹੇ ਉਹ ਵੀ ਨਹੀਂ ਮੰਨਦੀਆਂ, ਉਹਨਾਂ ਦੇ ਘਰੇ ਵੀ ਕਲੇਸ਼ ਖੜੇ ਹੋ ਜਾਂਦੇ ਇਹੋ ਜਿਹੀਆਂ ਗੱਲਾਂ ਦੇ ਉੱਤੇ। ਤਾਂ ਇਹ ਕਿਹੜੇ ਪਤਾ ਨਹੀਂ ਰਾਹ ਨੂੰ ਤੁਰੇ ਤੇ ਕਿੱਥੇ ਕੌਮ ਨੂੰ ਲੈ ਕੇ ਜਾਣਾ ਚਾਹੁੰਦੇ। ਇਹਨਾਂ ਨੇ ਕੌਮ ਨੂੰ ਕਿਤੇ ਨਹੀਂ ਲੈ ਕੇ ਜਾਣਾ। ਇਹ ਤੇ ਆਪਣੀ ਜਿਹੜੀਆਂ ਰੀਝਾਂ ਨੇ ਨਾ,
ਆਪਣੀ ਜਿਹੜੇ ਕਹਿ ਲਓ ਭਈ ਪੂਰੀਆਂ ਨਹੀਂ ਹੋਈਆਂ ਰੀਝਾਂ, ਸਹੀ ਗੱਲ ਹੈ, ਉਮਰਾਂ ਲੰਘੀ ਜਾਂਦੀਆਂ ਇਹਨਾਂ ਦੀਆਂ, ਸਹੀ ਗੱਲ ਹੈ, ਸਹੀ ਗੱਲ, ਇਹ ਉਹੀ ਪੂਰੀਆਂ ਕਰਦੇ ਫਿਰਦੇ ਆ। ਨਹੀਂ ਉਹ ਸਹੀ ਗੱਲ ਹੈ ਤੁਹਾਡੀ। ਉਹ ਇੱਕ ਬੀਬੀ ਨੇ ਵੀ ਕਿਸੇ ਨੇ ਕਮੈਂਟ ਕੀਤਾ, ਉਹ ਕਹਿੰਦੀ ਕਿ ਧਰਮ ਤਾਂ ਕਹਿੰਦੀ ਜਦੋਂ ਹੁਣ ਡੈਮੋਕ੍ਰੇਸੀ ਆ ਗਈ ਨਾ, ਧਰਮ ਤਾਂ ਕਹਿੰਦੇ ਕੱਢ ਦੇਣਾ ਚਾਹੀਦਾ, ਖਤਮ ਹੀ ਕਰ ਦੇਣਾ ਚਾਹੀਦਾ। ਹੁਣ ਇਹ ਸਾਰੀਆਂ ਉਹੀ ਜਿਣਸਾਂ ਨੇ ਜਿਨ੍ਹਾਂ ਨੂੰ ਆਪਣੇ ਆਪ ਨਾਲ ਘਿਰਣਾ ਆਉਂਦੀ ਆ ਵੀ, ਕਿਉਂਕਿ ਇਹਨਾਂ ਨੂੰ ਚੇਤੇ ਆ ਜਾਂਦਾ ਵੀ ਮੈਂ ਕਿਹੜੀਆਂ ਕਿਹੜੀਆਂ ਹਰਕਤਾਂ ਕਰਦਾ ਆਇਆ ਜਾਂ ਕਰਦੀ ਆਈ। ਬਿਲਕੁਲ ਸਹੀ ਗੱਲ। ਸੋ ਇਹਨਾਂ ਨੂੰ ਫਿਰ ਇਹ ਧਰਮ ਇੱਕ ਉਹਨਾਂ ਨੂੰ ਫਿਰ ਇਹਨਾਂ ਨੂੰ ਇਦਾਂ ਲੱਗਦਾ ਵੀ ਇਹ ਜਿਹੜਾ ਸ਼ੀਸ਼ਾ ਆ ਨਾ ਸਾਨੂੰ, ਜਿਹੜੀ ਸਾਡੀ ਅਸਲੀਅਤ ਦਿਖਾ ਰਿਹਾ ਵੀ ਇਹ ਧਰਮ ਦਾ ਸ਼ੀਸ਼ਾ ਆ, ਧਰਮ ਦਾ ਸ਼ੀਸ਼ਾ, ਸਹੀ ਗੱਲ। ਇਹ ਧਰਮ ਜਿਹੜਾ ਆ ਵੀ ਇਹਨੂੰ ਹੀ ਖਤਮ ਕਰ ਦਿਓ, ਇਹਨੂੰ ਹੀ ਖਤਮ ਕਰ ਦਿਓ, ਇਹਦਾ ਹੀ ਕੰਡਾ ਕੱਢ ਦਿਓ। ਸੋ ਭਾਈ ਤੁਸੀਂ ਕੋਸ਼ਿਸ਼ਾਂ ਕਰ ਲਓ, ਸ਼ੁਰੂ ਤੋਂ ਹੀ ਹੁੰਦੀਆਂ ਆਈਆਂ, ਸੋ ਨਾ ਉਹ ਪਹਿਲਾਂ ਸਿਰੇ ਚੜੀਆਂ ਨਾ ਹੁਣ ਸਿਰੇ ਚੜ੍ਹਨੀਆਂ। ਸਹੀ ਗੱਲ ਹੈ, ਨਹੀਂ ਸਹੀ ਗੱਲ ਹੈ ਭਾਜੀ। ਬਾਕੀ ਫਿਰ ਆਪਣਾ ਸਮਾਂ ਕਾਫੀ ਹੋ ਗਿਆ, ਇਹਦੇ ਪ੍ਰੋਗਰਾਮ ਨੂੰ ਇੱਥੇ ਹੀ ਸਮੇਟਦੇ ਹਾਂ ਤੇ ਬਾਰ-ਬਾਰ ਇਹੀ ਬੇਨਤੀ ਕਰਦੇ ਹਾਂ ਕਿ ਜਿਹੜੇ ਸਰੋਤੇ ਨੇ, ਸੰਗਤ ਨੇ, ਉਹ ਆਪਣੇ ਗਿਆਨ ਦਾ ਪੱਧਰ ਇੰਨਾ ਚੁੱਕ ਲੈਣ ਕਿ ਇਹੋ ਜਿਹੇ ਜਿਹੜੇ ਅਪਗ੍ਰੇਡ ਆ ਕੇ ਜਦੋਂ ਬਕਵਾਸ ਕਰਦੇ ਆ, ਨੀਵੇਂ ਪੱਧਰ ਦੀ ਭਾਸ਼ਾ ਬੋਲਦੇ ਆ, ਉਹਨਾਂ ਨੂੰ ਤੁਸੀਂ ਪਛਾਣ ਸਕੋ। ਤੇ ਉਹਨਾਂ ਇਹੋ ਜਿਹੇ ਜਿਹੜੇ ਅਪਗ੍ਰੇਡੀ ਗੱਦਾਰ ਲੋਕ ਨੇ, ਜਿਹੜਾ ਸਿਰਫ ਤੇ ਸਿਰਫ ਬਖੇੜੇ ਖੜੇ ਕਰਕੇ ਰੱਖਣਾ ਚਾਹੁੰਦੇ ਨੇ ਤੇ ਆਪਣੀ ਇੱਕ ਅਹਿਮੀਅਤ ਦਰਸਾਉਣਾ ਚਾਹੁੰਦੇ ਨੇ ਕਿ ਅਸੀਂ ਵੀ ਅਹਿਮ ਹੈਗੇ ਆ, ਤੇ ਇਹਨਾਂ ਦਾ ਮਕਸਦ ਸਿਰਫ ਕਲੇਸ਼ ਖੜਾ ਕਰਕੇ ਰੱਖਣਾ ਹੈਗਾ ਆ। ਤੇ ਆਪਣੇ ਗਿਆਨ ਦਾ ਪੱਧਰ ਉੱਚਾ ਚੁੱਕੋ ਤਾਂ ਕਿ ਇਹੋ ਜਿਹੀਆਂ ਜਿਹੜੀਆਂ ਹੈਗੀਆਂ ਆ ਸ਼ਰਾਰਤੀ ਤੱਤ ਆ, ਇਹਨਾਂ ਨੂੰ ਪਛਾਣਿਆ ਜਾ ਸਕੇ ਕਿ ਇਹ ਬੰਦੇ ਕੀ ਪ੍ਰਾਪਤ ਕਰਨਾ ਚਾਹੁੰਦੇ ਹੈਗੇ ਆ। ਇਹਨਾਂ ਦੀ ਔਕਾਤ ਅੰਗਰੇਜ਼ੀ ਦੀ ਗੱਲ ਹੀ ਆ, ਸਨੇਕ ਆਇਲ ਸੇਲਸਮੈਨ ਕਹਿੰਦੇ ਉਹਨੂੰ ਜੀ। ਬਿਲਕੁਲ। ਉਹ ਪੰਜਾਬੀ ਦੇ ਵਿੱਚ ਇਦਾਂ ਆ ਵੀ ਜਿੱਦਾਂ ਤੁਸੀਂ ਜਦੋਂ ਜਾਂਦੇ ਨਾ ਆਪਣਾ ਲੋਕਲ ਬੱਸ ਅੱਡਿਆਂ ਦੇ ਉੱਤੇ, ਹਾਂਜੀ ਹਾਂਜੀ, ਵੀ ਉੱਥੇ ਜਦੋਂ ਕਿਸੇ ਵੀ ਸ਼ਹਿਰ ਦੇ ਵਿੱਚ ਜਾਓ ਤੇ ਜਾਂ ਬੱਸ ਅੱਡਿਆਂ ਦੇ ਲਾਗੇ ਜਿਹੜੇ ਆ ਵੀ ਵੀ ਸੜਕ ਦੇ ਸਾਈਡ ਦੇ ਉੱਤੇ ਬੈਠੇ ਹੁੰਦੇ ਆ ਵੀ ਕਈ ਤਰ੍ਹਾਂ ਦੀਆਂ ਜੀ, ਵੀ ਆਹ ਸੰਡੇ ਦਾ ਤੇਲ ਆ ਤੇ ਆ ਇਹਦਾ ਤੇਲ ਆ, ਸੱਪ ਦਾ ਮਾਰਿਆ ਹੋਇਆ ਤੇਲ ਆ ਤੇ ਆਹ ਇੱਦਾਂ ਤੇ ਉੱਦਾਂ, ਉਹੋ ਜਿਹੀਆਂ ਚੀਜ਼ਾਂ ਜਿਹੜੇ ਲਈ ਬੈਠੇ ਹੁੰਦੇ ਆ, ਉਹ ਸਨੇਕ ਆਇਲ ਸੇਲਸਮੈਨ ਨੇ। ਵੀ ਹੁਣ ਜਿਹੜਾ ਮਾੜਾ ਮੋਟਾ ਵੀ ਸਮਝ ਰੱਖਦਾ ਹੁੰਦਾ ਨਾ, ਵੀ ਉਹਨੂੰ ਝੱਟ ਪਤਾ ਲੱਗ ਜਾਂਦਾ ਵੀ ਇਹ ਲੁੱਟਣ ਲਈ ਬੈਠਾ ਆ ਤੁਹਾਨੂੰ, ਜੋ ਵੀ ਇਹ ਪ੍ਰੋਮਿਸ ਕਰ ਰਿਹਾ ਆ ਵੀ ਇਹਦੇ ਵਿੱਚ ਕੁਝ ਵੀ ਸੱਚਾਈ ਨਹੀਂ। ਸਹੀ ਗੱਲ ਹੈ। ਸੋ ਉਹ ਤੁਸੀਂ ਉਹਦੇ ਕੋਲੇ ਖੜਦੇ ਵੀ ਨਹੀਂ। ਬਿਲਕੁਲ। ਪਰ ਜਿਹੜੇ ਬੰਦੇ ਨਹੀਂ ਪਤਾ ਹੁੰਦਾ ਜਿਨ੍ਹਾਂ ਨੂੰ, ਉਹ ਝੱਟ ਮੂਰਖ ਬਣ ਜਾਂਦੇ ਆ। ਸਹੀ ਗੱਲ। ਉਹ ਮਾੜਾ ਜਿਹਾ ਕੋਲੋਂ ਲੰਘਣ, ਜੋ ਉਹਦੇ ਕੋਲੇ ਆਰਟ ਹੀ ਇਹ ਹੁੰਦਾ ਵੀ ਉਹਨੇ ਗੱਲਾਂ ਦੇ ਵਿੱਚ ਫਸਾ ਕੇ ਤੁਹਾਨੂੰ ਤੁਹਾਡੀ ਜੇਬ ਚੋਂ ਪੈਸੇ ਕਢਾਉਣੇ ਹੁੰਦੇ, ਤੇ ਉਹ ਸ਼ਾਮ ਨੂੰ ਖੁਸ਼ ਹੋ ਕੇ ਤੁਹਾਡੀ ਜੇਬ ਚੋਂ ਪੈਸੇ ਕਢਾ ਕੇ ਤੇ ਘਰੇ ਚੱਲ ਜਾਂਦਾ ਆ। ਤੇ ਤੁਸੀਂ ਇਸ ਕਹਿ ਲਓ ਵੀ ਭੁਲੇਖੇ ਦੇ ਵਿੱਚ ਖੁਸ਼ ਰਹਿੰਦੇ ਆ ਵੀ ਲੈ ਵੀ ਮੇਰੇ ਹੱਥ ਹੁਣ ਵੀ ਇਹ ਗਿੱਦੜ ਸਿੰਘ ਹੀ ਆ ਗਈ ਆ, ਵੀ ਇਹਨੇ ਹੁਣ ਸਾਰੀਆਂ ਮੇਰੀਆਂ ਜਿੰਨੀਆਂ ਇਛਾਵਾਂ ਸਾਰੀਆਂ ਪੂਰੀਆਂ ਕਰ ਦੇਣ। ਸਹੀ ਗੱਲ। ਸੋ ਉਹ ਚੀਜ਼ ਜਿਹੜੀ ਆ ਵੀ ਉਹ ਤੋਂ ਸਿਰਫ ਤੇ ਸਿਰਫ ਤੁਹਾਨੂੰ ਗਿਆਨ ਬਚਾ ਸਕਦਾ। ਬਿਲਕੁਲ। ਭਈ ਤੁਹਾਨੂੰ ਆਪਣੇ ਆਲੇ ਦੁਆਲੇ ਪ੍ਰਤੀ ਆਪਣਾ ਜਿਹੜਾ ਗਿਆਨ ਦਾ ਪੱਧਰ ਆ ਉਹ ਚੇਰਾ ਕਰਨਾ ਪੈਣਾ। ਨਹੀਂ ਸਹੀ ਗੱਲ ਹੈ ਜੀ, ਕੋਈ ਸ਼ੱਕ ਨਹੀਂ। ਤੇ ਬਾਰ-ਬਾਰ ਅਸੀਂ ਇੱਥੋਂ ਇਹੀ ਬੇਨਤੀ ਕਰਦੇ ਹਾਂ ਕਿ ਆਪਣੇ ਗਿਆਨ ਦਾ ਪੱਧਰ ਉੱਚਾ ਚੁੱਕੋ ਤੇ ਇਹੋ ਜਿਹੇ ਬੰਦਿਆਂ ਨੂੰ ਤੁਸੀਂ ਪਛਾਣ ਸਕੋ। ਤੇ ਅੱਜ ਦੇ ਪ੍ਰੋਗਰਾਮ ਨੂੰ ਫਿਰ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਸਾਡੇ ਦੋਹਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।